18वें गुरु हिरना दे शिकारी दी कथा। तोटक छंद। कर मज्जन गोबिंद राय गुण गुणों, उठ जात भय बन मदंग मुणों। जय साल तमाल मढ़ाल सै, रथ सूरज के पग बाज फसै। कर मज्जन गोबिंद गाए गुणों। सुबह मज्जन करके दूजे दिन इशनान करके दत्त मुनि जंगल वालों उठ जात भय बन मदंग मुणों। हाँ, जंगल वालों चला गया। रास्ता सी अगे जाना हो, जंगल होगा अगे। जय साल तमाल मढ़ाल काफी उत्थे काफी संघना जंगल आ गया अगे जाके। बड़े बड़े साल दे पेड़ आ गए। एक तेज पत्तर दा पेड़ हुंदा है, ਉਹ ਜਿਹਦੇ ਦੇ ਆਪਣੀ ਪਾਉਂਦੇ ਆ ਨਾ ਚੌਲਾਂ ਦੇ ਵਿੱਚ ਪੱਤੇ ਤੇਜ ਪੱਤਰ, ਉਹ ਪੇੜ ਉਹਨੂੰ ਮਡਾਲ ਕਹਿੰਦੇ ਨੇ। ਕਈ ਪੇੜਾਂ ਨੂੰ ਮਡਾਲ ਕਹਿ ਦਿੰਦੇ ਨੇ। ਇਹ ਨਾ ਸਾਲ जय साल तमाल ਤਮਾਲ, ਮਡਾਲ ਨਹੀਂ ਤਮਾਲ। ਮਡਾਲ ਕਹਿੰਦੇ ਨੇ ਮਖਿਆਲ ਨੂੰ, ਸ਼ਹਿਦ ਨੂੰ, ਛੱਤੇ ਨੂੰ। ਮਡਾਲ ਛੱਤੇ ਨੂੰ ਕਹਿੰਦੇ ਨੇ। ਤਮਾਲ ਤਮਾਕੂ ਦੇ ਪੇੜ ਨੂੰ ਵੀ ਕਹਿੰਦੇ ਨੇ। ਪਰ ਜਿੱਥੇ ਬੜੇ ਪੇੜ ਹੋਣ ਉੱਥੇ ਤਮਾਕੂ ਦਾ ਪੇੜ ਨਹੀਂ ਹੋ ਸਕਦਾ, ਉਹ ਤਾਂ ਘਾਹ ਫੂਸ ਹੈ। ਸਾਲ ਦੇ ਪੇੜਾਂ 'ਚੋਂ ਪੇੜ ਨਹੀਂ ਹੋ ਸਕਦਾ। ਉੱਤੇ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਉਹ ਪੇੜ ਤੇਜ ਪੱਤਰ ਦੇ ਪੇੜ ਹੁੰਦੇ ਨੇ, ਜਿੱਥੇ ਸਾਲ ਦੇ ਪੇੜ ਹੋਣ। ਉਹਦੇ ਵਿੱਚ ਸ਼ਾਇਦ ਦੀਆਂ ਮੱਖੀਆਂ ਦੇ ਚਮਕਦੇ ਨੇ, ਮੱਖੀਆਂ ਚਮਕਦੀਆਂ ਨੇ, ਜਿਹੜੇ ਸ਼ਾਇਦ ਦੇ ਛੱਤੇ ਲੱਗੇ ਹੋਏ ਨੇ, ਉਹ ਚਮਕਦੇ ਨੇ। ਰਥ ਸੂਰਜ ਕੇ ਪਗ ਬਾਜ ਫਸਾ। ਉਹ ਜਿਹੜਾ ਸੂਰਜ ਦਾ ਰਥ ਹੈ ਨਾ, ਉਹ ਜਿਹੜੇ ਉਹਦੇ ਘੋੜੇ ਨੇ, ਇਹ ਕਿਰਨਾਂ ਨੂੰ ਸੂਰਜ ਦੇ ਰਥ ਦੇ ਘੋੜੇ ਕਹਿੰਦੇ ਨੇ। ਕਿਰਨਾਂ ਹੀ ਭਜਦੀਆਂ ਨੇ ਨਾ ਮੂਹਰੇ ਸੂਰਜ ਦੇ। ਅਸਲ ਸੂਰਜ ਦੇ ਘੋੜੇ ਕੋਈ ਨਹੀਂ, ਕਿਰਨਾਂ ਹੀ ਘੋੜੇ ਨੇ। ਇਹ ਹੁਣ ਜੋ ਘੋੜੇ ਨੇ ਸਾਨੂੰ ਕਹੇ ਹੋਏ, ਉਹ ਇਹਦੇ ਵਿੱਚ ਗੱਲ ਦੱਸੀ ਜਾਣੀ ਹੈ, ਉਹ ਸ਼ੰਕਾ ਵੀ ਦੂਰ ਕਰੀ ਜਾਣੀ ਹੈ। ਉਹਦੇ 'ਚ ਫਸ ਕੇ ਰਹਿ ਗਈਆਂ ਕਿਰਨਾਂ, ਮਤਲਬ ਹੈ ਰੋਸ਼ਨੀ ਥੱਲੇ ਨਹੀਂ ਆਉਂਦੀ। ਰਥ ਸੂਰਜ ਕੇ ਪਗ ਇੰਨਾ ਸੰਘਣਾ ਜਾਨ ਹੈਗਾ। ਜਿਹੜਾ ਰਥ ਦੇ ਘੋੜੇ ਨੇ ਨਾ, ਉਹਦੇ ਬਾਜ ਉਹ ਵਿੱਚੇ ਫਸ ਗਏ, ਉੱਤੇ ਹੀ ਫਸ ਗਏ। ਟਾਹਣੀਆਂ ਟੂਹਣੀਆਂ ਪੱਤਿਆਂ 'ਚ ਫਸ ਕੇ ਰਹਿ ਗਏ। ਮਤਲਬ ਹੈ ਸੂਰਜ ਦੀ ਰੋਸ਼ਨੀ ਥੱਲੇ ਨਹੀਂ ਆ ਰਹੀ। ਹੁਣ ਜਿਹੜੇ ਸੂਰਜ ਦੇ ਘੋੜੇ ਕਹੇ ਨੇ ਇਹਨਾਂ ਨੇ, ਉਹ ਦੱਸਿਆ ਨੇ ਇਹੀ ਘੋੜੇ ਨੇ। ਉਹ ਸਮਝਿਆ ਨਹੀਂ, ਕਿਰਨਾਂ ਹੀ ਉਹਦੇ ਘੋੜੇ ਨੇ। ਹੋਰ ਕਿਹੜੇ ਸੂਰਜ ਦਾ ਕਿਹੜਾ ਘੋੜਾ? ਹੁਣ ਤਾਂ ਸੂਰਜ ਦੇਖ ਲਿਆ ਲੋਕਾਂ ਨੇ, ਸਾਇੰਸਦਾਨਾਂ ਨੇ ਸਾਰੀਆਂ ਫੋਟੋਆਂ ਖਿੱਚ ਲਈਆਂ ਨੇੜੇ ਕਾਫੀ ਦੂਰ ਤੋਂ। ਹਾਂਜੀ, ਉਹ ਫਸ ਗਏ ਘੋੜੇ। ਮੈਂ ਕਿਰਨਾਂ ਉੱਤੇ ਹੀ ਫਸ ਗਈਆਂ, ਥੱਲੇ ਰੋਸ਼ਨੀ ਨਹੀਂ ਆ ਰਹੀ। ਹਾਂ ਅਬ ਲੋਕ ਤਾਂ ਇੱਕ ਤਾਲ ਮਹਾ। ਉੱਥੇ ਵਿੱਚ ਜੰਗਲ ਦੇ ਕੋਈ ਛੱਪੜ ਸੀ, ਤਾਲ ਸੀ, ਪਾਣੀ ਹੋਊਗਾ। ਨੀਵੀਂ ਜਗ੍ਹਾ ਹੋਊ, ਪਹਾੜਾਂ 'ਚ ਹੁੰਦੀ ਹੈ ਨੀਵੀਂ ਜਗ੍ਹਾ ਹੋਊ, ਉੱਥੇ ਪਾਣੀ ਖੜ ਗਿਆ ਹੋਊ। ਨੀਮ ਪਹਾੜ ਜਿਹੜੀਆਂ ਹੁੰਦੀਆਂ, ਨੀਮ ਪਹਾੜੀ ਇਲਾਕਾ, ਉਹ ਇਹੋ ਜਿਹਾ ਕੋਈ ਜਗ੍ਹਾ ਹੋ ਸਕਦੀ ਹੈ, ਹੋਵੇ। ਉੱਥੇ ਤਾਲ ਸੀ ਪਾਣੀ ਦਾ। ਹਾਂ, ਛੱਪੜ ਪਾਣੀ। ਉਹ ਤਾਲ ਕਿਹੜਾ ਗਾਹਾਂ 'ਤੇ ਪੱਕਾ ਬਣਾਇਆ ਸੀ ਕਿਸੇ ਨੇ? ਉੱਥੇ ਕਿਹੜਾ ਕੋਈ ਆਬਾਦੀ ਸੀ, ਤੇ ਜੰਗਲ ਸੀ। ਹੁਣ ਜਿਹੜਾ ਤਾਲ ਹੁੰਦਾ ਉੱਥੇ ਜਾਨਵਰ ਜੰਗਲੀ ਪਾਣੀ ਪੀਣ ਨੂੰ ਆਉਂਦੇ ਨੇ। ਉਸ ਜਗ੍ਹਾ ਜਾਂ ਤਾਂ ਚਰਨ ਵਾਲੀ ਜਗ੍ਹਾ ਤੇ ਜਿੱਥੇ ਘਾਸ ਫੂਸ ਹੋਵੇ। ਜੰਗਲ 'ਚ ਘਾਹ ਫੂਸ ਤਾਂ ਸਾਰੇ ਹੀ ਹੁੰਦਾ। ਜਾਂ ਫਿਰ ਪਾਣੀ ਵਾਲੀ ਜਗ੍ਹਾ ਤੇ ਸ਼ਿਕਾਰ ਜਿਹੜਾ ਜਾਨਵਰ ਹੈ, ਇਹ ਆਦਮੀ ਉੱਥੇ ਬਹਿੰਦਾ। ਸ਼ੇਰ ਵੀ ਤੁਸੀਂ ਦੇਖੇ ਉਹਨਾਂ ਨੇ ਪਾਣੀ ਤੇ ਬਹਿੰਦੇ ਨੇ ਜਾ ਕੇ, ਜਾਂ ਪਾਣੀ ਪੀਣ ਆਉਂਦੇ ਨੇ ਜਾਨਵਰ, ਜਦ ਉਹ ਹਮਲਾ ਕਰਦੇ ਨੇ ਉੱਥੇ। ਜਾਂ ਜਿੱਥੇ ਚੁਗਦੇ ਹੋਣ ਭੋਲ, ਉੱਥੇ ਲੋਕੇ ਬਹਿ ਜਾਂਦੇ ਨੇ, ਉਹ ਚੁਗਦੇ ਰਹਿੰਦੇ ਨੇ, ਉਹ ਲੁਕੇ ਰਹਿੰਦੇ ਨੇ, ਫਿਰ ਹਮਲਾ ਕਰਦੇ ਨੇ। ਇਵੇਂ ਸ਼ਿਕਾਰੀ ਕਰਦੇ ਨੇ। ਉੱਥੇ ਇੱਕ ਸ਼ਿਕਾਰੀ ਵੀ ਪੱਤਿਆਂ 'ਚ ਲੁਕਿਆ ਬੈਠਾ ਸੀ। ਲਿਖ ਜਾਤ ਭਏ ਤਹਿ ਜੋਗ ਜਹਾਂ। ਜਿੱਥੇ ਇਹ ਰਿਖੀ ਜਾ ਕੇ ਉਹ ਤਾਲ ਦੇਖਿਆ ਇਹਨਾਂ ਨੇ ਤਾਲ। ਹੁਣ ਜਾ ਕੇ ਰਾਹ ਦੇ ਵਿੱਚ ਪਾਣੀ ਪੂਣੀ ਤਾਂ ਇਹੋ ਜਿਹਾ ਹੀ ਹੁੰਦਾ ਉਦੋਂ। ਇਹ ਪਾਣੀ ਦੇ ਕਿਨਾਰੇ ਰੁਕ ਗਏ ਵੀ ਇੱਥੇ ਪਾਣੀ ਪੂਣੀ ਪੀ ਲੈਂਦੇ ਹਾਂ, ਬਈ ਹੱਥ ਮੂੰਹ ਧੋ ਲੈਂਦੇ ਹਾਂ, ਕੁਛ ਇੱਥੇ
ਆਪਣਾ ਪਾਠ ਪੂਜਾ ਕਰ ਲਾਂਗੇ ਥੋੜ੍ਹੀ ਦੇਰ ਵਾਸਤੇ, ਨਾਲੇ ਸਾਹ ਲੈ ਲਾਂਗੇ। ਜੇ ਉਹਨਾਂ ਨੇ ਅੱਧਾ ਘੰਟਾ ਆਰਾਮ ਵੀ ਕਰਨਾ ਤਾਂ ਉੱਥੇ ਵੀ ਯੋਗ ਸਾਧਨਾ ਹੀ ਕਰਨੀ ਹੁੰਦੀ ਹੈ, ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਇਹ ਕੰਮ ਸਾਧੂਆਂ ਦੇ ਇਹੋ ਜਿਹੇ ਕੰਮ ਹੁੰਦੇ ਨੇ। ਕਿਉਂ ਵਿਹਲੇ ਤਾਂ ਫਿਰ ਮਾਇਆ ਦੀਆਂ ਗੱਲਾਂ ਕਰਨਗੇ, ਮਾਇਆ 'ਚ ਨਹੀਂ ਜਾਣ ਦੇਣਾ। ਜਾਂ ਬਾਣੀ ਪੜ੍ਹੋ ਜਾਂ ਕੰਮ ਕਰੋ, ਜਾਂ ਤਾਂ ਕੰਮ ਲੱਗੇ ਨੇ, ਤੁਰਦੇ ਜਾਂਦੇ ਤਾਂ ਕੰਮੇ ਲੱਗੇ ਹੋਏ ਨੇ। ਜੇ ਇਕੱਠੇ ਬਹਿ ਜਾਣਗੇ ਫਿਰ ਗੱਲਾਂ ਕਰਨ ਲੱਗ ਜਾਣਗੇ, ਤਾਂ ਕਿ ਗੱਲਾਂ ਨਾ ਕਰਨ, ਚੁੱਪ ਕਰਕੇ ਸਮਾਧੀ ਲਾ ਕੇ ਬੈਠੋ ਬਈ। ਮਨ ਜਿਹੜਾ ਹੈਗਾ ਇਕਾਗਰ ਕਰੋ। ਉੱਥੇ ਉਹਨਾਂ ਨੇ ਜਲ ਪਾਣੀ ਪੂਣੀ ਪੀ ਕੇ ਪੀਣ ਵਾਸਤੇ ਰੁਕ ਗਏ। ਹਾਂ, ਤਾਹੇ ਪੱਤਰਨ ਮੱਧ ਲਹਿਓ ਮਿਰਗਾਹਾ। ਪੱਤਿਆਂ ਦੇ ਵਿੱਚ ਲੁਕਿਆ ਹੋਇਆ ਇੱਕ ਸ਼ਿਕਾਰੀ ਮਿਰਗ ਦਾ ਬੈਠਾ ਸੀ, ਮਿਰਗ ਨੂੰ ਮਾਰਨ ਵਾਸਤੇ। ਉਹ ਸ਼ਿਕਾਰੀ ਵੀ ਉੱਥੇ ਤਾਂ ਬੈਠਾ ਸੀ, ਉਹਨੂੰ ਪਤਾ ਪਾਣੀ ਪੂਣ ਜਾਨਵਰ ਆਉਂਦੇ ਹੋਣੇ ਨੇ, ਰੋਜ਼ ਸ਼ਿਕਾਰ ਖੇਡਦਾ ਹੀ ਹੋਣਾ। ਉਹ ਆਪਣਾ ਤੀਰ ਕਮਾਨ ਲੈ ਕੇ ਉੱਥੇ ਲੁਕਿਆ ਬੈਠਾ ਸੀ। ਹਾਂਜੀ, ਤਨ ਸੋਭਤ ਕੰਚਨ ਸੁਰਦ ਪਰਵਾ। ਐਸਾ ਉਹਦਾ ਸਰੀਰ ਸੀ ਕੰਚਨ ਵਰਗਾ, ਜਿਵੇਂ ਕਿਸੇ ਤਪੀਸਰ ਦਾ ਸਰੀਰ ਹੁੰਦਾ। ਕੰਚਨ ਤਾਂ ਕਿ ਹੈ ਉਹ ਤਪ ਕਰ। ਦੇਖੋ ਜਿਹੜਾ ਇਹ ਹੈ ਨਾ, ਕਿਸੇ ਜਾਨਵਰ ਨੂੰ ਮਾਰਨਾ, ਝਟਕਾ ਕਰਨਾ ਹਰੇਕ ਆਦਮੀ ਦਾ ਕੰਮ ਨਹੀਂ ਹੈ। ਝਟਕਾ ਕਰਦੇ ਦੇਖ ਕੋਲ ਖੜੇ ਵੀ ਨਹੀਂ ਹੋ ਸਕਦੇ ਮਾੜੇ ਦਿਲ ਵਾਲੇ, ਬੜੇ ਦਲੇਰ ਆਦਮੀ ਦਾ ਕੰਮ ਹੈ ਇਹ, ਨਿਰਭੈ ਆਦਮੀ ਦਾ ਕੰਮ ਹੈ। ਜਿਹੜਾ ਮਾਰ ਸਕਦਾ ਉਹ ਮਰ ਵੀ ਸਕਦਾ, ਆਪ ਮਰਨ ਦੀ ਵੀ ਪਰਵਾਹ ਨਹੀਂ ਕਰਦਾ ਹੁੰਦਾ। ਜਿਹੜੇ ਜੰਗ 'ਚ ਜਾਂਦਾ ਮਾਰਨ, ਉਹ ਜੇ ਮਰਨ ਦੀ ਪਰਵਾਹ ਕਰੂ ਜੰਗ 'ਚ ਲੜਨ ਨਹੀਂ ਜਾਂਦਾ, ਲੜਨ ਕਾਸ ਨੂੰ ਜਾਊਗਾ। ਜਿਹੜਾ ਮਾਰ ਨਹੀਂ ਸਕਦਾ ਉਹ ਮਰ ਵੀ ਨਹੀਂ ਸਕਦਾ, ਕਾਇਰ ਹੁੰਦਾ। ਸਾਡੀ ਤਾਂ ਪੜ੍ਹਾਈ ਹੋਈ ਹੈ ਇਹ ਧਰਮ, ਇਸ ਕਰਕੇ ਇੱਥੇ ਸ਼ਿਕਾਰ ਖੇਡਦੇ ਰਹੇ ਨੇ ਗੁਰੂ। ਨਿਰਭੈ ਕਰਨ ਵਾਸਤੇ ਮੌਤ ਕੋਈ ਚੀਜ਼ ਹੀ ਨਹੀਂ ਹੈ, ਦੱਸਣ ਵਾਸਤੇ। ਤੇ ਚੋਲਾ ਬਦਲੀ ਹੈ, ਕੱਪੜਾ ਬਦਲੀ ਹੈ। ਜਿਹੜੇ ਲੋਕ ਮਾਂਸ ਨਹੀਂ ਖਾਂਦੇ ਉਹ ਇੰਨੇ ਕਮਜ਼ੋਰ ਦਿਲ ਵਾਲੇ ਨੇ, ਉਹਨਾਂ ਦੇ ਧਰਮ 'ਚ ਮਰਨ ਕਬੂਲ ਵਾਲੀ ਗੱਲੇ ਨਹੀਂ। ਸਾਡੇ ਧਰਮ ਸ਼ੁਰੂ ਇੱਥੋਂ ਹੁੰਦਾ, ਪਹਿਲਾਂ ਮਰਨ ਕਬੂਲ। ਜਦ ਮਰਨੇ ਕਬੂਲ ਕਰ ਲਿਆ, ਉਹ ਦੁਨੀਆ ਨੂੰ ਮਾਰ ਵੀ ਸਕਦਾ। ਫਿਰ ਉਹਦੇ ਖਾਤਰ ਮਰਨਾ ਚੋਲਾ ਛੱਡਣਾ, ਕਿਸੇ ਨੂੰ ਮਾਰਨਾ ਵੀ ਚੋਲਾ ਛੱਡਣਾ। ਜੇ 84 ਲੱਖ ਜੂਨ ਇੱਕ ਕੈਦ ਹੈ, ਤੇ ਇੱਕ ਆਦਮੀ ਨੂੰ ਕੈਦ ਦੇ ਵਿੱਚੋਂ ਕੋਠੜੀ 'ਚੋਂ ਰਿਹਾ ਕਰ ਦੇਣਾ ਪੁੰਨ ਕੁ ਪਾਪ ਹੈ। ਨਾਲੇ ਤਾਂ ਕਹਿ ਲਓ ਵੀ ਇਹ ਬੰਨਣ 'ਚ ਪਾਇਆ ਹੈ, ਕੈਦ 'ਚ ਪਾਇਆ ਹੈ ਜੀਵ। ਜੇ ਉਹਨੂੰ ਕੋਈ ਰਿਹਾ ਕਰ ਦੇਵੇ ਕੋਠੜੀ 'ਚੋਂ, ਜੇਲ੍ਹ 'ਚੋਂ ਛੱਡ ਦੇਵੇ, ਪੁੰਨ ਕੁ ਪਾਪ ਹੈ। ਇਹ ਸਿਰਫ ਦ੍ਰਿਸ਼ਟੀ ਹੈ ਸੋਚਣ ਦੀ ਆਦਮੀ ਦੀ। ਉਹਨਾਂ ਚਿਰ ਜਿੰਨਾ ਚਿਰ ਉਹਦਾ ਸਰੀਰ ਨਾਲ ਮੋਹ ਆ, ਉਹਨਾਂ ਚਿਰ ਤਾਂ ਉਹ ਬੁਰਾ ਮੰਨਦਾ। ਛੁੱਟੇ ਦੇ ਬਾਅਦ ਉਹਦਾ ਪਤਾ ਕੋਈ ਨਹੀਂ, ਛੁੱਟੇ ਦੇ ਬਾਅਦ ਉਹ ਸ਼ੁਕਰ ਮਨਾਉਂਦਾ। ਯਾਨੀ ਛੁੱਟੇ ਦੇ ਬਾਅਦ ਉਹਦੀ ਆਤਮਾ ਕੀ ਫੀਲ ਕਰਦੀ ਹੈ, ਸਵਾਲ ਇਹ ਹੈ। ਸਰੀਰ ਛੱਡਣ ਤੋਂ ਬਾਅਦ ਆਤਮਾ ਕੀ ਫੀਲ ਕਰਦੀ ਹੈ, ਉਹ ਅਸਲੀ ਰਿਜ਼ਲਟ ਹੈ। ਇਉਂ ਤਾਂ ਫਿਰ ਪਰਮੇਸ਼ਰ ਦੇ ਹੁਕਮ ਨਾਲ ਜੀਵਨ ਮਰਨਾ, ਤਾਂ ਪਰਮੇਸ਼ਰ ਨਾਲ ਤਾਂ ਫਿਰ ਕੋਈ ਅਪਰਾਧੀ ਜ਼ਿਆਦਾ ਹੈ ਹੀ ਨਹੀਂ। ਸਾਰਿਆਂ ਨੂੰ ਮਾਰਨ ਵਾਲਾ ਪੈਦਾ ਕਰਨਾ ਤਾਂ ਚਲੋ ਚੰਗੀ ਗੱਲ ਹੈ, ਪੈਦਾ ਕਰਨਾ ਵੀ ਚੰਗੀ ਗੱਲ ਨਹੀਂ ਹੈ। ਕਿਸੇ ਨੂੰ ਜੇਲ੍ਹ ਦਾ ਹੁਕਮ ਸੁਣਾਉਣਾ ਕੋਈ ਚੰਗੀ ਗੱਲ ਹੈ। ਜਿਹੜਾ ਜੱਜ ਕਿਸੇ ਨੂੰ ਜੇਲ੍ਹ ਦਾ ਹੁਕਮ ਦਿੰਦਾ ਹੈ, ਕੈਦੀ ਨੂੰ ਤਾਂ ਚੰਗਾ ਨਹੀਂ ਲੱਗਦਾ। ਕੈਦੀ ਨੂੰ ਪੁੱਛ ਕੇ ਦੇਖੋ ਨਾ, ਜਿਹਨੂੰ ਕੈਦ ਹੁੰਦੀ ਹੈ 5 ਸਾਲ ਦੀ 7 ਸਾਲ ਦੀ, ਵੀ ਉਹਨੂੰ ਉਹ ਜੱਜ ਚੰਗਾ ਲੱਗਦਾ ਜਾਂ ਮਾੜਾ ਲੱਗਦਾ? ਉਹ ਤਾਂ ਉਹਨੂੰ ਪੁੱਛੋ, ਉਹਨੂੰ ਚੰਗਾ ਕਿਵੇਂ ਲੱਗੂਗਾ? ਅਪਰਾਧੀ ਨੂੰ ਤਾਂ ਮੈਂ ਅਪਰਾਧ ਕਰਦਾ ਰਹਾ, ਨਾ ਪੁਲਿਸ ਹੋਵੇ ਨਾ ਮੈਨੂੰ ਕੋਈ ਅਫਸਰ ਹੋਵੇ ਕੈਦ ਕਰਨ ਵਾਲਾ, ਪੁੱਛਣ ਵਾਲਾ ਹੋਵੇ ਹੀ ਨਾ ਮੈਨੂੰ। ਉਹਨੂੰ ਤਾਂ ਇਹ ਲੱਗਦਾ ਡਾਕੂ ਦਾ ਮੈਂ ਰੋਜ਼ ਡਾਕ ਕੇ ਮਾਰਾਂ, ਮੈਨੂੰ ਪੁੱਛਣ ਵਾਲਾ ਫੜਨ ਵਾਲਾ ਕੋਈ ਹੋਵੇ ਹੀ ਨਾ। ਉਹਨੂੰ ਤਾਂ ਇਹ ਚੰਗਾ ਲੱਗਦਾ। ਪਰ ਇਹਦੇ ਨਾਲ ਸਮਾਜ ਨਹੀਂ ਚੱਲਦਾ। ਇਸ ਕਰਕੇ ਪੈਦਾ ਕਰਨ ਵਾਲਾ ਵੀ ਇੱਕ ਜੱਜ ਦੀ ਨਿਆਈ ਹੈ ਜਿਹੜਾ ਸਜ਼ਾ ਕਰਦਾ।
ਪਾਲਣਾ ਕਰਨ ਵਾਲੇ ਨੂੰ ਅਸੀਂ ਚੰਗਾ ਵਿਚਾਲੇ ਨੂੰ ਮੰਨ ਸਕਦੇ ਹਾਂ। ਪਾਲਣਾ ਕਰਨ ਵਾਲੇ ਨੂੰ ਅਸੀਂ ਕਹਿ ਸਕਦੇ ਹਾਂ ਪਾਲਣਾ ਕਰਨਾ ਚੰਗੀ ਗੱਲ ਹੈ। ਪਾਲਣਾ ਕਰਨ ਵੇਲੇ ਅਸੀਂ ਕੋਈ ਕਿਸੇ ਨੂੰ ਰੋਟੀ ਖਿਲਾਉਂਦਾ, ਪਾਣੀ ਪਿਲਾਉਂਦਾ, ਕੋਈ ਕਿਸੇ ਨੂੰ ਪਾਲਦਾ, ਉਹ ਧੰਨਵਾਦ ਕਰਦਾ ਤੇ ਚੰਗਾ ਸਮਝਦਾ, ਤੇ ਮਾਰਨ ਵਾਲੇ ਨੂੰ ਨਹੀਂ ਚੰਗਾ ਸਮਝਦਾ। ਤੇ ਪੈਦਾ ਕਰਨ ਵਾਲਾ ਔਰ ਮਾਰਨ ਵਾਲਾ ਤਾਂ ਫਿਰ ਉਹ ਹੈ। ਉਹੀ ਹੈ ਨਾ, ਤੇ ਫਿਰ ਉਹ ਵੀ ਮਾੜਾ ਹੀ ਹੋਇਆ। ਫਿਰ ਅਸਲ 'ਚ ਉਹ ਨਾ ਪੈਦਾ ਕਰਦਾ ਨਾ ਮਾਰਦਾ। ਪ੍ਰੈਕਟੀਕਲ ਸੰਸਾਰ ਦੇ ਉੱਤੇ ਇਹ ਗੱਲ ਤੇ ਵਿਸ਼ਵਾਸ ਨਹੀਂ ਕੋਈ ਕਰ ਰਿਹਾ ਵੀ ਪੈਦਾ ਕਰਦਾ ਔਰ ਮਾਰਦਾ ਹੋਇਆ। ਜਵਾਨੀ ਅਸੀਂ ਕਹੀ ਜਾਂਦੇ ਹਾਂ, ਕਿਉਂ ਪੈਦਾ ਜੀਵਾਂ ਤੋਂ ਪੈਦਾ ਹੁੰਦੇ ਨੇ, ਮਾਸੋਂ ਹੀ ਮਾਸ ਉਪਜਾ, ਮਾਸੋਂ ਸਭੇ ਸਾਗ। ਕਿਤੇ ਪਰਮੇਸ਼ਰ ਆਦਮੀ ਬਣਾਉਂਦਾ ਦੇਖਿਆ ਕਿਤੇ ਕਿਸੇ ਨੇ? ਕੋਈ ਆਦਮੀ ਬਣਾ ਕੇ ਵਿੱਚ ਜੀਵ ਪਾ ਕੇ ਛੱਡ ਦਿੰਦਾ ਕਿਤੋਂ? ਕਿੱਥੇ ਬਣਾਉਂਦਾ? ਦੱਸੋ ਕਿੱਥੇ ਬਣਾਉਂਦਾ? ਨਹੀਂ ਬਣਾਉਂਦਾ। ਇਸ ਕਰਕੇ ਲੋਕ ਅੰਦਰੋਂ ਨਹੀਂ ਮੰਨਦੇ ਹੈਗੇ ਗੁਰਮਤਿ ਨੂੰ, ਉੱਤੋਂ ਕਹੀ ਜਾਂਦੇ ਨੇ। ਪ੍ਰਚਲਿਤ ਹੈ ਗੱਲ, ਕਹੀ ਜਾਂਦੇ ਨੇ, ਅੰਦਰੋਂ ਤਾਂ ਮੰਨਦੇ ਨਹੀਂ। ਜੇ ਇਹਨਾਂ ਮੰਨਦੇ ਹੋਣ ਤਾਂ ਜਿਹੜੇ ਔਲਾਦ ਜਿਨ੍ਹਾਂ ਦੇ ਹੁੰਦੀ ਨਹੀਂ, ਉਹ ਕਿਉਂ ਭੱਜੇ ਫਿਰਨ ਸਾਧਾਂ ਸੰਤਾਂ ਕੋਲ ਸਾਡੇ ਔਲਾਦ ਹੋ ਜਾਵੇ? ਜੇ ਉਹ ਮੰਨ ਲੈਣ ਵੀ ਇਹ ਤਾਂ ਪਰਮੇਸ਼ਰ ਦਾ ਕੰਮ ਹੈ, ਤੇ ਫਿਰ ਸਾਧਾਂ ਸੰਤਾਂ ਕੋਲ ਕਿਉਂ ਤੁਰੇ ਫਿਰਨ? ਉਹਨਾਂ ਲੋਕਾਂ ਨੇ ਤਾਂ ਮਾਤਾ ਗੰਗਾ ਨੂੰ ਬਾਬੇ ਬੁੱਢੇ ਕੋ ਭੇਜਤਾ ਔਲਾਦ ਖਾਤਰ। ਉਹਨਾਂ ਨੇ ਭੇਜਿਆ ਜਿਹੜੇ ਉਹ ਮੰਨਦੇ ਨੇ। ਗੁਰੂ ਘਰ ਤਾਂ ਮੰਨਦਾ ਨਹੀਂ ਇਸ ਗੱਲ ਨੂੰ। ਉਹ ਬਿਲਕੁਲ ਧਰਮੇ ਨਹੀਂ ਹੈ। ਉਹਨੂੰ ਧਰਮ, ਉਹ ਸਾਰੇ ਹੀ ਧਰਮ ਦੁਨੀਆ ਦੇ ਇਹੀ ਮੰਨਦੇ ਨੇ। ਉੱਤੋਂ ਮੂੰਹ 'ਚ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ, ਸੇ ਕਾਢੇ ਸਾਰੇ ਕੱਚੇ ਧਰਮ ਨੇ, ਕੱਚੀਆਂ ਗੱਲਾਂ ਨੇ ਉਹਨਾਂ ਦੀ। ਇਹ ਪੱਕੀ ਬਾਣੀ ਹੈ, ਉਹਨਾਂ ਦੇ ਗ੍ਰੰਥ ਸਭ ਕੱਚੀ ਬਾਣੀ ਹੈ ਉਹਨਾਂ ਦੀ। ਇਹ ਬਾਣੀ ਪੱਕੀ ਹੈ, ਇਹ ਅਲੱਗ ਖੜੀ ਹੈ ਗੁਰਮਤਿ, ਸਾਰੇ ਹੀ ਮੱਤਾਂ ਤੋਂ ਅਲੱਗ ਖੜੀ ਹੈ। ਪੁੰਨ ਪਾਪ ਨੂੰ ਦੁਨੀਆ ਦੇ ਸਾਰੇ ਹੀ ਮਤ ਮੰਨਦੇ ਨੇ। ਇਸਲਾਮ ਵੀ ਮੰਨਦਾ, ਈਸਾਈ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ, ਬੋਧੀ ਵੀ ਮੰਨਦੇ ਨੇ, ਤੇ ਮਾਰਨ ਨੂੰ ਪਾਪ ਮੰਨਦੇ ਨੇ। ਪੈਦਾ ਕਰਨ ਨੂੰ ਉਹ ਕੁਝ ਵੀ ਨਹੀਂ ਮੰਨਦੇ, ਪਾਲਣਾ ਕਰਨ ਨੂੰ ਪੁੰਨ ਮੰਨਦੇ। ਪਾਲਣਾ ਕਰਨ ਨੂੰ ਪੁੰਨ ਮੰਨਦੇ ਨੇ, ਮਾਰਨ ਨੂੰ ਪਾਪ ਮੰਨਦੇ ਨੇ। ਜਦ ਕਿ ਗੁਰਮਤਿ ਦੇ ਵਿੱਚ ਪੁੰਨ ਪਾਪ ਕੋਈ ਚੀਜ਼ ਹੀ ਨਹੀਂ। ਕਹਿੰਦੇ ਪਾਪ ਪੁੰਨ ਹਮਾਰੇ ਬਸ ਨਹੀਂ। ਦੋ ਗੱਲਾਂ ਨਹੀਂ ਨਾ ਹੋ ਸਕਦੀਆਂ। ਜਾਂ ਤਾਂ ਕਹੋ ਅਸੀਂ ਕਰਦੇ ਹਾਂ, ਫਿਰ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਹੈ ਉਹ ਨਹੀਂ, ਫਿਰ ਇਹ ਮੰਨਣਾ ਪਊ। ਇਸ ਕਰਕੇ ਕੁਛ ਲੋਕ ਕਹਿੰਦੇ ਨੇ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਨਹੀਂ, ਕਿਉਂਕਿ ਧਾਰਮਿਕ ਆਦਮੀਆਂ ਦੇ ਬਿਆਨ ਵਿੱਚ ਵਿਰੋਧਾਭਾਸ ਹੈ। ਧਰਮ ਜਿੰਨੇ ਦੁਨੀਆ ਦੇ ਨੇ, ਮੂੰਹ 'ਚ ਕੁਛ ਹੋਰ ਹੈ, ਪ੍ਰੈਕਟੀਕਲ ਕੁਛ ਹੋਰ ਹੈ। ਉਹ ਜਿਹੜੇ ਦੂਏ ਨੇ ਉਹ ਕਹਿੰਦੇ ਨੇ ਇਹ ਬਕਵਾਸ ਕਰਦੇ ਨੇ, ਇਹ ਧਰਮ ਨੂੰ ਦੀ ਰੱਬ ਨੂੰ ਦੀ ਕੋਈ ਚੀਜ਼ ਹੈ ਹੀ ਨਹੀਂ। ਇੱਕ ਪਾਸੇ ਤੁਸੀਂ ਕਹਿੰਦੇ ਵੀ ਰੱਬ ਕਰਦਾ, ਦੂਜੇ ਪਾਸੇ ਕਹਿੰਦੇ ਅਸੀਂ ਪੁੰਨ ਪਾਪ ਕਰਦੇ ਹਾਂ, ਫਿਰ ਆਪੀ ਰੱਬ ਹੈ ਨਹੀਂ। ਜੇ ਅਸੀਂ ਕਰਦੇ ਹਾਂ ਫਿਰ ਰੱਬ ਤਾਂ ਅਸੀਂ ਉਹ ਸਾਬਤ ਕਰਦੇ ਹਾਂ ਵੀ ਰੱਬ ਹੈ ਨਹੀਂ। ਰੱਬ ਦੀ ਹੋਂਦ ਨੂੰ ਤਾਂ ਅਸੀਂ ਧਰਮ ਵਾਲੇ ਇਨਕਾਰੀ ਫਿਰਦੇ ਹਾਂ। ਪਰਮੇਸ਼ਰ ਦੀ ਹੋਂਦ ਸਿਰਫ ਗੁਰਬਾਣੀ ਦੇ ਵਿੱਚ ਬਚਦੀ ਹੈ, ਨਹੀਂ ਬਚਦੀ ਕਿਸੇ ਮਤ 'ਚ ਨਹੀਂ। ਬਚਾ ਕੇ ਦਿਖਾਓ ਕਿ ਬਚਾ ਦੋਗੇ। ਕੋਈ ਮਤ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੀ ਅੰਦਰੋਂ। ਇਸੇ ਕਰਕੇ ਤਾਂ ਆਦਮੀ ਨੂੰ ਰੱਬ ਬਣਾਈ ਬੈਠੇ ਨੇ ਸਾਰੇ। ਅਸਲੀ ਪਰਮੇਸ਼ਰ ਨੂੰ ਕੋਈ ਨਹੀਂ ਮੰਨਦਾ, ਫਿਰ ਨਕਲੀ ਬਣਾਉਣੇ ਪਏ ਉਹਨਾਂ ਨੇ। ਜੇ ਅਸਲੀ ਲੱਭ ਜਾਂਦਾ ਉਹਨਾਂ ਨੂੰ ਮੰਨ ਲੈਂਦੇ, ਜਾਣ ਲੈਂਦੇ, ਫਿਰ ਨਕਲੀ ਕਿਉਂ ਬਣਾਉਂਦੇ? ਕੋਈ ਰਾਮਚੰਦਰ ਨੂੰ ਬਣਾਈ ਬੈਠਾ, ਕੋਈ ਕ੍ਰਿਸ਼ਨ ਨੂੰ ਬਣਾਈ ਬੈਠਾ, ਕੋਈ ਈਸਾ ਨੂੰ ਬਣਾਈ ਬੈਠਾ, ਕੋਈ ਕਿਸੇ ਨੂੰ ਬਣਾਈ ਬੈਠਾ, ਕੋਈ ਕਿਸੇ ਨੂੰ। ਕਿਉਂ ਕਰਦੇ ਇਹ? ਗੁਰਬਾਣੀ ਨਹੀਂ ਮੰਨਦੀ, ਕੱਲੀ ਉਹ ਲੱਗ ਖੜੀ ਹੈ। ਇਸ ਕਰਕੇ ਉਹ ਜਿਹੜਾ ਮਾਰਨ ਵਾਲਾ ਆਦਮੀ ਹੈ ਉਹ ਬਹੁਤ ਹੀ ਮਜ਼ਬੂਤ ਦਿਲ ਵਾਲਾ ਹੁੰਦਾ। ਉਹ ਮਾੜੇ ਮੋਟੇ ਤਪ ਤੇ ਨਹੀਂ ਪ੍ਰਭਾਵਿਤ ਹੁੰਦਾ ਹੈ। ਇੱਥੇ ਦੇਖਿਓ 18ਵਾਂ ਗੁਰੂ ਹੈ, ਨੰਬਰ 18ਵਾਂ ਆਇਆ। 18 ਨੰਬਰ ਜਦ ਚੱਲਦਾ 10 4 4 ਤੇ ਚੱਲਦਾ, 18ਵੇਂ ਨੰਬਰ ਤੇ ਕਿਉਂ ਲੈਂਦਾ ਇਹ ਵੀ ਇੱਕ ਰਹੱਸ ਹੈ।
ਸਾਰੇ 17 ਗੁਰੂਆਂ ਨੂੰ ਮਜ਼ਬੂਤ ਗੁਰੂ ਹੈ। ਉਹ 2 ਤਾਂ ਛੱਡ ਦੇਣੇ ਨੇ ਆਪਾਂ ਨੇ, ਉਹਦਾ ਪਰਮੇਸ਼ਰ ਹੀ ਹੈ। ਬਾਕੀ ਜਿਹੜੇ 14 16 ਰਹਿ ਗਏ, 2 ਤਾਂ ਛੱਡਤੇ ਨਾ, ਉਹਦਾ ਬੇਉਮਾਨੀ ਹੈ, ਉਹਦਾ ਬਾਹਰ ਨਿਕਲ ਗਏ। ਬਾਕੀ ਰਹਿ ਗਏ 16 ਜੋ ਜਿਹੜੇ 15 ਨੇ, 15 ਚੋਂ ਮਜ਼ਬੂਤ ਹੈ। ਔਰ ਜਿਹੜੇ ਪਹਿਲੇ 2 ਨੇ ਉਹਨਾਂ ਤੋਂ ਸੈਕੰਡ ਨੰਬਰ ਤੇ ਇਹ, ਕਿਉਂਕਿ ਹੁਕਮ ਹੈ ਨਾ ਉਹ ਬੇਉਮਾਨੀ, ਇਹ ਹੁਕਮ ਦਾ ਹੀ ਕਰ ਰਿਹਾ ਹੈ, ਹੁਕਮ ਦਾ ਪ੍ਰਤੱਖ ਰੂਪ ਹੈ। ਸ਼ਿਕਾਰੀ ਹੁਕਮ ਦਾ ਪ੍ਰਤੱਖ ਰੂਪ ਹੈ। ਇਹ ਜੰਮਣ ਮਰਨਾ ਤਾਂ ਹੁਕਮ ਦਾ ਹੀ ਰੂਪ ਹੈ। ਫਿਰ ਇਹ ਦੱਤ ਕਿੱਥੇ ਖੜਾ ਹੈ, ਉਹ ਕਿੱਥੇ ਖੜਾ ਹੈ, ਇੱਥੇ ਹੁਣ ਗਾਂ ਪਤਾ ਲੱਗ ਜੂਗਾ। ਹਾਂਜੀ, ਕਰ ਸੱਦਿਤ ਬਾਣ ਕਮਾਨ ਸਿਤੰ, ਉਹਨੇ ਸਿਸਤ ਲਈ ਹੋਈ ਹੈ, ਕਮਾਨ ਤੇ ਬਾਣ ਰੱਖਿਆ ਹੋਇਆ, ਤਿਆਰ ਬੈਠਾ ਹੈ ਵੀ ਕੋਈ ਮਿਰਗ ਜਦ ਆਊਗਾ ਕਿਤੇ ਮੈਨੂੰ ਕਮਾਨ ਕਮੂਣ ਉਹ ਟਾਈਮ ਨਾ ਲੱਗ ਜਵੇ, ਜਾਂ ਖੜਕਾ ਨਾ ਹੋ ਜਵੇ, ਉਹਨੂੰ ਟਾਈਮ ਨਾ ਮੈਂ ਦੇ ਦਾਂ ਬਚ ਕੇ ਜਾਣ ਨੂੰ ਜਾਨਵਰ ਨੂੰ। ਕਿਉਂਕਿ ਬੰਦੂਕ ਜਾਂ ਤੀਰ ਤਿਆਰੇ ਰੱਖਦੇ ਹੁੰਦੇ ਨੇ ਸ਼ਿਕਾਰੀ, ਜਾਂ ਸ਼ਿਕਾਰ ਤੇ ਬਹਿੰਦੇ ਨੇ। ਇਹ ਥੋੜ੍ਹੀ ਆ ਵੀ ਅਵੇਸਲੇ ਹੋ ਕੇ ਪੈ ਜਾਣਗੇ। ਪੂਰੇ ਧਿਆਨ ਨਾਲ ਚੌਕਸ ਹੋ ਕੇ ਰਹਿੰਦੇ ਨੇ ਉਹ। ਉਹਨਾਂ ਦੀ ਪੈਰ ਦੀ ਬਿੜਕ ਜਿਹੜੀ ਹੈ, ਆਵਾਜ਼ ਪੈਰਾਂ ਦੀ ਉਹ ਸੁਣਨੀ ਹੈ ਸ਼ਿਕਾਰ ਦੀ ਉਹਨਾਂ ਨੇ। ਜੇ ਪੂਰੇ ਤਾੜੀ ਕਹਿੰਦੇ ਨੇ ਇਹਨੂੰ, ਤਾੜੀ ਇਹੀ ਤਾੜੀ ਹੈ। ਤਾੜੀ ਸਮਾਧੀ ਤੋਂ ਅਗਲੀ ਸਟੇਜ ਹੈ। ਜਿਹੜੀ ਸੁੰਨ ਸਮਾਧ ਹੈ ਨਾ, ਉਹ ਤੋਂ ਅਗਲੀ ਸਟੇਜ ਸਹਿਜ ਸਮਾਧ ਹੈ। ਸਹਿਜ ਸਮਾਧ ਨੂੰ ਤਾੜੀ ਕਹਿੰਦੇ ਨੇ। ਰਿਸ਼ੀ ਤਾੜੀ ਲਾਉਂਦੇ ਤੇ ਮੁਨੀ ਸਮਾਧੀ ਲਾਉਂਦੇ ਸੀ। ਜਿਹੜੀ ਸਹਿਜ ਸਮਾਧ ਹੈ ਉਹਨੂੰ ਤਾੜੀ ਕਹਿੰਦੇ ਨੇ। ਤਾੜਨਾ ਕਿਸੇ ਚੀਜ਼ ਨੂੰ, ਧਿਆਨ ਰੱਖਣਾ। ਪਰਮੇਸ਼ਰ ਤਾੜੀ ਲਾ ਕੇ ਬੈਠਾ ਹੋਇਆ ਸਾਡੇ 'ਚ। ਧਿਆਨ ਤਾਂ ਹੈ ਸਾਰਿਆਂ ਧਿਆਨ ਸਾਡੇ 'ਚ ਕਿਵੇਂ ਤਾੜਦਾ, ਸਾਨੂੰ ਦੇਖਦਾ, ਉਹ ਧਿਆਨ ਰੱਖਦਾ ਸਾਰਿਆਂ 'ਚ। ਜਿਵੇਂ ਸ਼ਿਕਾਰੀ ਉਹ ਸ਼ਿਕਾਰ 'ਚ ਧਿਆਨ ਰੱਖਦਾ ਨਾ, ਐਂ ਉਹ ਸਾਡੇ ਧਿਆਨ ਰੱਖਦਾ। ਧਿਆਨ ਸਮਾਧੀ ਤੋਂ ਗਾਹਾਂ ਦਾ, ਤਾੜੀ ਵਾਲਾ ਸ਼ਿਕਾਰੀ ਦਾ ਧਿਆਨ ਸਮਾਧੀ ਤੋਂ ਗਾਹਾਂ ਦਾ, ਦੱਤ ਤੋਂ ਗਾਹਾਂ ਦਾ ਧਿਆਨ ਹੈ ਉਹਦਾ। ਅੱਗੇ ਖੜਾ ਦੱਤ ਤੋਂ। ਹਾਂਜੀ, ਮ੍ਰਿਗ ਮਾਰਤ ਕੋਟ ਕਰੋੜ ਕਿਤੰ, ਉਹਨੇ ਬਥੇਰੇ ਮਿਰਗ ਮਾਰੇ ਨੇ, ਰੋਜ਼ੇ ਮਾਰਦਾ ਰਹਿੰਦਾ। ਉਹਦੀ ਸਿਹਤ ਤੇ ਕੋਈ ਅਸਰ ਨਹੀਂ ਹੈ। ਸੈਂਕੜੇ ਮਿਰਗ ਮਾਰੇ ਨੇ ਉਹਨੇ, ਉਹਦੀ ਡਿਊਟੀ ਹੈ ਮਾਰਨਾ। ਸਦਨਾ ਕਸਾਈ ਹੋਇਆ, ਇੱਕ ਸ਼ਬਦ ਹੈ ਉਹਦਾ। ਇਹਨਾਂ ਨੇ ਬਣਾ ਲਿਆ ਉਹਦੇ ਤੋਂ ਛੁਰੀ ਛੁੱਟ ਗਈ, ਛੁਰੀ ਛੁੱਟ ਗਈ ਜੀ, ਬੱਕਰਾ ਹੱਸ ਪਿਆ, ਫਲਾਨਾ, 100 ਗੱਲਾਂ ਬਣਾਈਆਂ ਝੂਠ। ਸਦਨਾ ਤਾਂ ਗੱਲ ਕਹਿੰਦਾ ਨਹੀਂ ਹੈ, ਗੁਰਬਾਣੀ ਤਾਂ ਗੱਲ ਨਹੀਂ ਕਹਿੰਦਾ। ਉਹ ਕਹਿੰਦਾ ਮੈਂ ਆਪਣਾ ਕਰਮ ਕਰਦਾ ਕਰੂੰਗਾ, ਇਹੀ ਕਰਦਾ ਰਹੂੰਗਾ, ਕਰਮ ਨਹੀਂ ਛੱਡ। ਤੂੰ ਜਿਹੜੀ ਮੇਰੀ ਡਿਊਟੀ ਲਾਈ ਹੈ ਮੈਂ ਕਰਦਾ। ਇਹ ਡਿਊਟੀ ਤੇਰੀ ਹੈ, ਮੇਰੀ ਨਹੀਂ ਹੈ। ਮਾਰਨਾ ਤੇਰੀ ਡਿਊਟੀ ਹੈ, ਮੈਨੂੰ ਦਿੱਤੀ ਹੋਈ ਹੈ। ਤੇ ਪਰਮੇਸ਼ਰ ਮਾਰਦਾ ਦੇਖਿਆ ਕਦੇ ਕਿਸੇ ਨੂੰ? ਮਾਰਦੇ ਜੀਵਾਂ ਨੂੰ, ਜੀਵੇ ਮਾਰਦੇ ਨੇ, ਜੀਵੇ ਪੈਦਾ ਕਰਦੇ ਨੇ। ਇਹ ਤਾਂ ਭਰਮ ਹੈ। ਗਿਆਨ ਭਇਆ ਤਾਂ ਕਰਮੇ ਨਾਸ। ਤਾਂ ਹੀ ਉਹ ਕਹਿ ਰਿਹਾ ਕਹਾ ਗੁਣ ਤੇਰੇ ਸਤਿਗੁਰਾ, ਜੇ ਕਰਮ ਨਾ ਨਾਸੈ। ਸੱਚ ਦਾ ਗਿਆਨ ਕੀ ਹੈ ਜੇ ਕਰਮ ਦਾ ਨਾਸ ਨਹੀਂ ਹੋਇਆ? ਕਰਮ ਦਾ ਨਾਸ ਕਰੀ ਬੈਠਾ ਸ਼ਿਕਾਰੀ ਇਹ। ਜਾਂ ਤਾਂ ਸਦਨਾ ਇਹਦਾ ਅਵਤਾਰ ਹੈ, ਜਾਂ ਇਹ ਸਦਨੇ ਦਾ ਅਵਤਾਰ ਹੈ। ਸਦਨੇ ਦੇ ਬਰਾਬਰ ਖੜਾ ਹੈ ਇਹ ਦੋ ਗਾਹਾਂ। ਫਿਰ ਮੁਖਰ ਗਿਆਨ ਹੋਣਾ। ਇਹ ਸਦਨਾ ਹੀ ਹੈ। ਇਹ ਬਾਅਦ 'ਚ ਇਹ ਜੇ ਲੋਕ ਇਹ ਸਦਨੇ ਦੇ ਰੂਪ 'ਚ ਪ੍ਰਗਟ ਹੁੰਦੇ ਨੇ ਕਿ ਇਹ ਵੀ ਸ਼ਿਕਾਰੀ ਹੈ, ਉਹ ਵੀ ਸ਼ਿਕਾਰੀ ਹੈ। ਗੱਲ ਤਾਂ ਇੱਕੋ ਹੀ ਹੈ ਨਾ। ਇਹਨਾਂ 'ਚੋਂ ਵੀ ਇੱਕ ਭਗਤ ਹੋਇਆ ਨਾ ਸ਼ਿਕਾਰੀਆਂ 'ਚੋਂ, ਤੇ ਫਿਰ ਪਾਪ ਕਿਵੇਂ ਹੋਇਆ? ਜੀਵ ਹੱਤਿਆ ਕਿਵੇਂ ਹੋਈ? ਉਹਨਾਂ ਦਾ ਭਗਤ ਪਰ ਪ੍ਰਗਟ ਹੋ ਗਿਆ।
ਪੰਡਤ ਦਾ ਪ੍ਰਚਾਰ ਕੀਤਾ ਹੋਇਆ ਹੈ, ਇਹ ਪਾਪ ਹੈ। ਕਸਾਈਓ ਇੱਕ ਭਗਤ ਪ੍ਰਗਟ ਕਰਕੇ ਪਰਮੇਸ਼ਰ ਨੇ ਰੱਦ ਕਰ ਦਿੱਤਾ ਵੀ ਤੁਹਾਡੀ ਇਹ ਜਿਹੜੀ ਹੈ ਮਨੌਤ ਹੈ ਬਿਲਕੁਲ ਗਲਤ ਹੈ। ਫੇਰ ਬਕਵਾਸ ਕਰੀ ਜਾਂਦੇ ਨੇ ਸੰਤ। ਸੰਤ ਇੱਕ ਕਾਇਰਾਂ ਦੀ ਫੌਜ ਹੈ, ਕਾਇਰ ਨੇ। ਇਹ ਸੰਤ ਹੀ ਨੇ ਜਿਨ੍ਹਾਂ ਨੇ ਹਿੰਦੁਸਤਾਨ ਗੁਲਾਮ ਕਰਵਾਇਆ ਸੀ। ਸੰਤਾਂ ਦੀ ਬਥੇਰੀ ਭੀੜ ਸੀ ਉਦੋਂ। ਖਾਲਸੇ ਨੇ ਆਜ਼ਾਦ ਕਰਾਇਆ ਸੀ। ਇਹਨੂੰ ਦੇਖ ਲਓ ਕਿਤੇ ਜੰਗ ਕਰਕੇ ਇੱਕ ਪਾਸੇ ਹੋ ਕੇ ਕਰ ਲੈਣਗੇ ਜੰਗ। ਜੰਗ ਕਰਨ ਵਾਲੇ ਆਦਮੀ ਮਾਇਆ 'ਚ ਨਹੀਂ ਫਸਦੇ ਹੁੰਦੇ ਜੇ ਫਸੇ ਨੇ ਜਿਵੇਂ। ਉਹ ਤਾਂ ਗੱਡਿਆਂ ਦੇ ਸਮਾਨ ਪਾ ਕੇ ਘਰ-ਬਾਰ ਛੱਡ ਕੇ ਜਾਂ ਉਹਦਾ 1 ਮਿੰਟ 'ਚ ਫੈਸਲਾ ਲੈ ਲੈਂਦੇ ਨੇ। ਪਿਆੜੇ ਦਾ ਸਾਨੂੰ 70 ਚੰਗਾ ਪੱਟ ਗੇੜਿਆਂ ਦਾ ਰਹਿਣਾ। ਇਹ ਗੁਰਮਤਿ ਛੱਡੀ ਫਿਰਦੇ ਨੇ। ਇਹਨਾਂ ਨੂੰ ਕਦੇ ਪਤਾ ਨਹੀਂ ਗੁਰਮਤਿ ਕੀ ਹੈ। ਨਹੀਂ ਆਉਂਦੇ ਗੁਰਮਤਿ ਤੇ ਪਤਾ ਲੱਗਣ ਦੇ ਬਾਵਜੂਦ ਵੀ ਉਹ ਵਿਹੜੇ 'ਚ ਨਹੀਂ ਵੜ ਸਕਦੇ ਗੁਰਬਾਣੀ ਦੇ। ਕਿ ਤਿਆਗ ਕਰਨਾ ਪਊ ਨਾ ਮਾਇਆ ਦਾ, ਤੇ ਤਿਆਗ ਹੈ। ਤਿਆਗ ਕਰੀ ਫਿਰਦਾ, ਜੰਗਲ 'ਚ ਫਿਰਦਾ। ਔਰ ਜਿਹਦੇ ਖਿਲਾਫ ਨੇ ਮਾਂਸ ਖਾਣ ਵਾਲੇ, ਉਹ ਇਹ ਤੋਂ ਗਾਹਾਂ ਉਹ ਇਹਦਾ ਚੇਲਾ ਬਣੂਗਾ ਤਿਆਗੀ ਦਾ। ਇਹ ਤਾਂ ਤਿਆਗੀ ਵੀ ਨਹੀਂ ਹਨ। ਜੇ ਤਿਆਗੀ ਵੀ ਬਣ ਜਾਣ, ਦੱਤ ਦੇ ਬਰਾਬਰ ਵੀ ਬਣ ਜਾਣ, ਤਾਂ ਵੀ ਸ਼ਿਕਾਰੀ ਦੱਤ ਨੂੰ ਗਾਹਾਂ ਖੜਾ ਹੈ। ਕਈ ਮਸਲੇ ਹੱਲ ਹੋਣੇ ਨੇ ਇਹਦੇ ਵਿੱਚ। ਇਹ 18ਵਾਂ ਨੰਬਰ ਆਇਆ। 18ਵਾਂ ਮੈਂ ਕਿਹਾ ਸੀ ਨਾ, 18ਵਾਂ ਨੰਬਰ ਕਿਉਂ ਹੈ? ਕਈ ਮਸਲੇ ਹੱਲ ਹੋਣੇ ਨੇ ਧਰਮ ਦੇ ਇਹਦੇ ਵਿੱਚ। ਇੱਕ ਤਾਂ ਪੁੰਨ ਪਾਪ ਵਾਲਾ ਮਸਲਾ ਹੋ ਗਿਆ ਹੱਲ। ਉਹ ਕਿੱਥੇ ਖੜਾ ਹੈ? ਦੱਤ ਕਿੱਥੇ? ਦੱਤ ਉਸ ਵੇਲੇ ਦੱਤ ਦੇ ਬਰਾਬਰ ਦਾ ਕੋਈ ਹੈ ਇੱਥੇ ਅੱਜ? ਸੰਤਾਂ 'ਚ ਤਾਂ ਕੋਈ ਹੈ ਨਹੀਂ। ਦੱਤ ਕੀ ਕਹੂਗਾ ਇਹਨੂੰ? ਕਿੱਥੇ ਖੜੂਗਾ ਆ ਕੇ? ਅਗਾਂਹ ਪਤਾ ਲੱਗ ਜੂ ਹੁਣ। ਸਭ ਸੈਨ ਮੁਨੀਸ਼ਰ ਸੰਗ ਲਏ। ਮੁਨੀ ਦੀ ਵੀ ਸੈਨਾ ਨਾਲ ਹੈ। ਉਹ ਕੱਲਾ ਬੈਠਾ ਹੈ ਜੰਗਲ 'ਚ, ਪੱਤਿਆਂ 'ਚ ਲੁਕਿਆ। ਉਹਦੇ ਨਾਲ ਸੈਨਾ ਹੈ। ਮੁਨੀ ਦੇ ਨਾਲ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਆਦਮੀ ਨੇ, ਚੇਲੇ ਉਹਦੇ। ਸੈਨਾ ਦਾ ਮਤਲਬ ਅਣਗਿਣਤ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੇ। ਹਾਂਜੀ। ਜਹ ਕਾਨਣ ਤੋਂ ਤਹ ਜਾਤ ਭਏ। ਜਿੱਥੇ ਘਣਾ ਜੰਗਲ ਸੀ ਉੱਥੇ ਚਲੇ ਗਏ। ਘਣੇ ਜੰਗਲ ਦੇ ਵਿੱਚ ਸੀ ਨਾ ਇਹ। ਉਧਰ ਤਾਂ ਉਹ ਸ਼ਿਕਾਰੀ ਬੈਠਾ, ਉੱਥੇ ਤਾਲ ਹੈ। ਇਹ ਜੰਗਲ ਦੇ ਵਿੱਚ ਜਾਂਦੇ ਜਾਂਦੇ ਇਹ ਵੀ ਉੱਥੇ ਜਾ ਪੜੇ। ਹਾਂ। ਕਣਕੰ ਦੁੱਤ ਉਜਲ ਅੰਗ ਸਨੇ। ਸਾਰਿਆਂ ਦੇ ਸੋਨੇ ਵਰਗੇ, ਕੰਚਨ ਵਰਗੇ ਸਰੀਰ ਨੇ ਸਾਰਿਆਂ ਦੇ। ਔਰ ਭਭੂਤੀ ਮੜੀ ਹੈ। ਸਣੇ ਦਾ ਮਤਲਬ ਹੈ ਭਭੂਤੀ ਮੜੀ ਹੋਈ ਹੈ। ਸਣੇ ਸਨਾ ਹੁੰਦਾ ਕੋਈ ਚੀਜ਼ ਮੜ ਲੈਣੀ ਉੱਤੇ। ਸਨਾ ਮਹਿੰਦੀ ਨੂੰ ਵੀ ਕਹਿੰਦੇ ਨੇ। ਕੋਈ ਚੀਜ਼ ਸਰੀਰ ਤੇ ਮੜ ਲਈ ਉਹਨੂੰ ਸਨਾ ਕਹਿੰਦੇ ਨੇ। ਸਣ ਗਿਆ, ਲਿਬੜਿਆ ਹੋਇਆ, ਲਿਪਤ ਹੋਇਆ, ਯਾਨੀ ਉੱਤੇ ਭਭੂਤੀ ਸੁਆਹ ਮੜੀ ਹੋਈ ਹੈ ਸਰੀਰ ਤੇ। ਮੁਨੀ ਰਾਜ ਮਨ ਰਿਤ ਰਾਜ। ਕੰਚਨ ਜਿਹੜਾ ਹੁੰਦਾ, ਦੇਖੋ ਕੰਚਨ ਸੋਨਾ ਪੀਲੇ ਰੰਗ ਦਾ ਹੁੰਦਾ। ਉਜਲ ਕਿਹਾ ਹੋਇਆ, ਉਜਲ ਚਿੱਟਾ ਹੁੰਦਾ। ਕੰਚਨ ਵਰਗਾ ਸਰੀਰ ਕਹਤਾ ਹੈ ਉਜਲ। ਉਜਲ ਤਾਂ ਕਿਹਾ ਉੱਤੇ ਸੁਆਹ ਮੜੀ ਕਰਕੇ ਉਜਲ ਹੈ ਸੋਨਾ ਹੀ ਥੱਲੇ। ਥੱਲੇ ਸਰੀਰ ਸੋਨੇ ਰੰਗ ਵਰਗਾ। ਕਣਕ ਬੰਨਾ ਸੋਨੇ ਦੇ ਰੰਗ ਵਰਗਾ, ਚਮਕ ਹੈ। ਉੱਤੇ ਸੁਆਹ ਮੜੀ ਕਰਕੇ ਉਜਲ ਲੱਗਦਾ। ਉਜਲ ਚਿੱਟਾ ਹੁੰਦਾ ਤਾਂ ਕਿਹਾ ਹੋਇਆ ਸਨੇ ਕਰਕੇ ਚਿੱਟਾ। ਮੁਨੀ ਰਾਜ ਮਨ ਰਿਤ ਰਾਜ ਬਣੇ। ਮੁਨੀ ਰਾਜ ਉਹਨਾਂ ਦੇ ਵਿੱਚ ਆਏ ਹੈ ਜਿਵੇਂ ਚੰਦਰਮਾ ਹੁੰਦਾ ਹੈ। ਜਿਵੇਂ ਚੰਦਰਮਾ ਹੁੰਦਾ ਨਾ ਸਾਰਿਆਂ 'ਚ, ਉਹਦੀ ਚਮਕ ਇਹੋ ਜਿਹੀ ਹੈ। ਰਿਤ ਰਾਜ ਬਣੇ। ਹਾਂ। ਰਿਕ ਸੰਗ ਸਖਾ ਨਿਸ ਬਹੁਤ ਲਏ। ਹਾਂ, ਨਿਸ ਲਫ਼ਜ਼ ਹੈ। ਨਿਸ ਦਾ ਮਤਲਬ ਹੁੰਦਾ ਰਾਤ। ਰਾਤ ਨਹੀਂ ਅਗਿਆਨੀ ਨੇ, ਉਹ ਥੋੜੇ ਗਿਆਨ ਵਾਲੇ ਨੇ, ਉਹਨਾਂ ਨੂੰ ਗਿਆਨ ਹੈ ਨਹੀਂ। ਚੇਲੇ ਤਾਂ ਬਣ ਗਏ। ਹਾਂ, ਬਹੁਤ ਸਾਰੇ ਉਹਦੇ ਚੇਲੇ ਨੇ, ਪਰ ਗਿਆਨ ਹੈ ਨਹੀਂ ਵਿਚਾਰੇ। ਉਹ ਆਗੇ ਨਾਲ ਸਾਰੇ ਅਜੋ ਗਿਆਨ ਹੈ ਨਹੀਂ ਉਹਨਾਂ 'ਚ। ਅਗਿਆਨਤਾ ਦੇ ਵਿੱਚ ਨੇ ਸਾਰੇ। ਬਹੁਤ ਸਾਰੇ ਅਗਿਆਨੀ ਨੇ, ਉਹਦੇ ਨਾਲ ਚੇਲੇ ਬਹੁਤ ਨੇ, ਪਰ ਗਿਆਨ ਨਹੀਂ ਹੈਗਾ ਕਿਸੇ ਨੂੰ। ਹਾਂਜੀ।
ਤਹਿ ਬਾਰਦ ਦੂਜ ਬਲੋਕ ਗਏ। ਹੁਣ ਇਹ ਵੀ ਇਹੋ ਜਿਹਾ ਹੀ ਹੈ, ਸਮਝੋ ਜਿਵੇਂ ਦੂਜ ਦਾ ਚੰਦਰਮਾ ਹੁੰਦਾ ਨਾ, ਹੁਣ ਉਹਨੂੰ ਦੂਜ ਦਾ ਚੰਦਰਮਾ ਹੀ ਕਹਿ ਦਿੱਤਾ, ਬਾਰਦ ਦੱਤ ਨੂੰ। ਦੂਜ ਦਾ ਚੰਦਰਮਾ ਤਾਂ ਥੋੜੀ ਜਿਹੀ ਰੋਸ਼ਨੀ ਹੁੰਦੀ ਹੈ, ਫਿਰ ਪੂਰਨਮਾਸ਼ੀ ਦਾ ਚੰਦਰਮਾ ਨਹੀਂ ਜੋ ਮੰਨਿਆ। ਪੂਰਨਮਾਸ਼ੀ ਦੇ ਚੰਦਰਮੇ ਦੇ ਬਾਅਦ ਜਦ ਪੂਰਾ ਗਿਆਨ ਹੁੰਦਾ ਨਾ, ਜਿਹਨੂੰ ਪੂਰਨ ਬ੍ਰਹਮ ਕਹਿੰਦੇ ਨੇ, ਉਹ ਪੂਰਾ ਚੰਦਰਮਾ ਹੁੰਦਾ। ਅਜੇ ਤਾਂ ਇਹਨੇ ਗੁਰੂ ਹੋਰ ਬਣਾਉਣੇ ਨੇ, ਫਿਰ ਉਹ ਗਿਆਨ ਲੈਣਾ, ਪੂਰਾ ਕਰਨਾ, ਤਾਂ ਕਿਤੇ ਪੁੰਨਿਆ ਤੱਕ ਪਹੁੰਚਣਾ। ਪੁੰਨਿਆ ਪੂਰਾ ਚੰਦ ਆਕਾਸ਼ ਹੁੰਦਾ ਨਾ। ਤੇ ਬਾਰਦ ਦੂਜ ਬਲੋਕ ਗਏ। ਉਹ ਤਾਂ ਇਹ ਸਮਝ ਲਓ ਜੇ ਦੂਜ ਦਾ ਚੰਦਰਮੇ ਜਿੰਨੀ ਰੋਸ਼ਨੀ ਹੈ ਤਾਂ ਚੰਦਰਮਾ ਹੀ ਉਹਨਾਂ ਦੇ ਵਿੱਚ, ਉਹ ਬਾਕੀ ਹਨੇਰਾ ਹੀ ਆ ਨਾ। ਦੂਜ ਦਾ ਚੰਦਰਮਾ ਵੀ ਚਮਕਦਾ ਹੀ ਹੁੰਦਾ ਹੈ, ਦੂਜ ਦਾ ਚੰਦਰਮਾ ਨਹੀਂ ਚਮਕਦਾ। ਇੱਕ ਹੋਰ ਗੱਲ ਹੈ, ਹਿੰਦੂ ਮੱਤ ਦੇ ਵਿੱਚ ਦੂਜ ਦਾ ਚੰਦਰਮੇ ਨੂੰ ਅਸਲ 'ਚ ਇੱਕ ਬੰਦਾ ਚੰਦਰਮਾ ਦੀਦਾ ਹੀ ਨਹੀਂ ਹੁੰਦਾ, ਚੰਦਰਮਾ ਹੀ ਦੂਜ ਦਾ ਦੀਦਾ। ਦੂਜ ਦਾ ਚੰਦਰਮਾ ਦੇਖਣਾ ਸਭ ਤੋਂ ਉੱਤਮ ਮੰਨਿਆ ਇਹਨਾਂ ਨੇ। ਉਹ ਇੱਕ ਕਵੀਰਾਜ, ਸ਼ਾਇਦ ਗਿਰਧਰ ਕਵੀਰਾਜ ਦੀ ਕੁੰਡੜੀ ਪੜ੍ਹੀ ਸੀ, ਬਹੁਤ ਦੇਰ ਹੋ ਗਈ। ਉਹਨੇ ਕਿਹਾ ਸੀ, ਦੂਜ ਨ ਚੰਦਾ ਦੇਖਿਓ ਕਹਾ ਉਦੋਂ ਬਹਰ ਪਾਖ। ਸਾਰਾ ਪਖਵਾੜਾ ਦੇਖਦੇ ਰਹੋ 15 ਦਿਨ ਤੁਸੀਂ ਚੰਦਰਮਾ, ਬਾਕੀ ਦੇ 14 ਦਿਨ ਪੂਰਨਮਾਸ਼ੀ ਤੱਕ ਦੇਖਦੇ ਰਹੋ। ਕੋਈ ਫਾਇਦਾ ਨਹੀਂ ਜੇ ਦੂਜ ਵਾਲਾ ਨਹੀਂ ਦੇਖਿਆ। ਜੇ ਦੂਜ ਵਾਲਾ ਚੰਦਰਮਾ ਨਹੀਂ ਤੁਸੀਂ ਦੇਖਿਆ ਤਾਂ ਸਾਰਾ ਪਖਵਾੜਾ ਦੇਖਣ ਦਾ ਕੋਈ ਫਾਇਦਾ ਹੀ ਨਹੀਂ ਤੁਹਾਡਾ। ਇਵੇਂ ਸੂਰਜ ਦੀ ਪਹਿਲੀ ਕਿਰਨ ਦੇਖਣਾ ਹਿੰਦੂ ਮੱਤ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਸੀ। ਕਈਆਂ ਦਾ ਵਰਤ ਹੁੰਦਾ ਸੀ ਕਿ ਜੇ ਸੂਰਜ ਦੀ ਪਹਿਲੀ ਕਿਰਨ ਨਹੀਂ ਦੇਖੀ ਤਾਂ ਮੈਂ ਰੋਟੀ ਨਹੀਂ ਖਾਣੀ। ਮਹਾਤਮਾ ਗਾਂਧੀ ਦੀ ਮਾਂ ਦਾ ਇਹ ਪ੍ਰਣ ਸੀ, ਜੇ ਬੱਦਲ ਹੋ ਜਾਣਾ ਰੋਟੀ ਨਹੀਂ ਖਾਂਦੀ। ਮਹਾਤਮਾ ਗਾਂਧੀ ਬਾਇਓਗ੍ਰਾਫੀ 'ਚ ਲਿਖਦਾ ਆਪਣੀ 'ਚ ਵੀ ਅਸੀਂ ਛੋਟੇ ਛੋਟੇ ਹੁੰਦੇ ਕੋਠੇ 'ਤੇ ਚਲੇ ਜਾਂਦੇ ਤਾਂ ਬਈ ਉਹ ਕੰਮ ਕਰਦੀ ਹੁੰਦੀ ਮਾਂ, ਬਈ ਜੇ ਉਹ ਸੂਰਜ ਚੜ੍ਹਨ ਵਾਲਾ ਸੀ ਉਹਨੂੰ ਹੱਕਾਂ ਮਾਰਨੀ ਵੀ ਆ ਜਾ ਹੁਣ ਚੜ੍ਹਨ ਵਾਲਾ ਤੂੰ ਦੇਖ ਲੈ। ਉਹ ਹੁਣ ਕੰਮ ਛੱਡ ਕੇ ਥੋੜ੍ਹੀ ਕਾਫੀ ਦੇਰ ਆ ਕੇ ਬੈਠੂਗੀ। ਸਾਨੂੰ ਪਤਾ ਸੀ ਵੀ ਜੇ ਅਸੀਂ ਨਾ ਦੱਸਿਆ ਤਾਂ ਮਾਂ ਅੱਜ ਸਾਰਾ ਦਿਨ ਭੁੱਖੀ ਰਹੂਗੀ। ਯਾਨੀ ਇਹ ਪ੍ਰਚਲਿਤ ਸੀ, ਹੁਣ ਵੀ ਹੈ ਕਈ ਜਗ੍ਹਾ। ਉਸ ਧਰਮ 'ਚ ਹੈ, ਹਿੰਦੂ ਧਰਮ 'ਚ। ਇਹ ਸਾਡੇ ਨਹੀਂ ਹੈਗਾ, ਉਹਨਾਂ ਦੀ ਮਨੌਤ ਹੈ। ਇਹ ਦੂਜ ਦੇ ਚੰਦਰਮੇ ਦੀ ਗੱਲ ਇੱਥੇ ਤਾਂ ਆਈ ਹੋਈ ਹੈ, ਇਹਦੀ ਕੁਝ ਬੈਕਗਰਾਊਂਡ ਹੈ ਧਰਮ ਦੇ ਵਿੱਚ। ਹਿੰਦੂ ਧਰਮ 'ਚ ਦੂਜ ਦੇ ਚੰਦਰਮੇ ਦੀ ਬੈਕਗਰਾਊਂਡ ਹੈ। ਦੂਜ ਦੇ ਚੰਦਰਮੇ ਨੂੰ ਸਭ ਤੋਂ ਸ਼ੁਭ ਮੰਨਿਆ ਹੋਇਆ, ਕਿਉਂ? ਅਜ ਉਹਨੇ ਦੂਆ ਪੈਰ ਧਰਿਆ, ਇੱਕ ਪੈਰ ਚੱਕ ਕੇ ਦੂਆ ਪੈਰ ਦੋ ਇਕੱਠੇ ਕਰ ਲੈਣਾ ਪੈਰ, ਉਹ ਧਰਮ ਦੇ ਵਿੱਚ ਪੂਰਾ ਆ ਗਿਆ, ਤੁਰ ਪਿਆ। ਇਹ ਕਮਾਲਾ ਨਹੀਂ ਅਜੋ ਤੁਰਿਆ, ਇੱਕ ਪੈਰ ਚੱਕਿਆ ਹੈਗਾ ਜੋ ਪਿੱਛੇ ਹੀ ਆ ਉਹਦਾ। ਜਾਂ ਚੇਤਰ ਮਨ ਨੇ ਫੈਸਲਾ ਕਰ ਲਿਆ ਵੀ ਧਰਮ ਦੇ ਰਾਹ ਤੁਰਨਾ, ਦੂਜ ਦਾ ਚੰਦਰਮਾ। ਉਹ ਗਿਆਨ ਹੈ ਨਹੀਂ, ਗਿਆਨ ਨਹੀਂ ਅਜੋ ਹੈ, ਫੈਸਲਾ ਹੀ ਲਿਆ, ਫੈਸਲਾ ਹੀ ਲਿਆ ਵੀ ਹੁਣ ਧਰਮ ਦੇ ਰਾਹ ਜਾਣਾ। ਧਰਮ ਦਾ ਤਾਂ ਜੋ ਸਫ਼ਰ ਬਹੁਤ ਲੰਬਾ ਹੈ, ਫੈਸਲਾ ਲੈ ਬਿਨਾਂ ਤੁਰੂ ਕਿਵੇਂ? ਇੱਕ ਪੈਰ ਪਿੱਛੇ ਇੱਕ ਅੱਗੇ ਹੈ, ਸਾਰੀ ਜ਼ਿੰਦਗੀ ਖੜਾ ਰਹਿ ਉੱਥੇ ਹੀ, ਇੱਥੇ ਹੀ ਖੜੇ ਨੇ। ਚੱਲੂਗਾ ਗਾਹਾਂ ਉਹ ਜਿਹਦੇ ਦੋਏ ਪੈਰ ਇਕੱਠੇ ਹੋ ਗਏ। ਇੱਕ ਪੈਰ ਤਾਂ ਬਾਹਰ ਰੱਖ ਲਿਆ, ਦੂਆ ਚੱਕਦਾ ਨਹੀਂ, ਤੇ ਉਹ ਤਾਂ ਫਿਰ ਲਕੀਰ ਵਿੱਚ ਹੈ ਨਾ। ਇੱਥੇ ਆ ਕੇ ਦੋ ਨੇ, ਦੁਬਦਾ ਹੈ। ਦੂਜ ਦੇ ਚੰਦਰਮੇ ਦੁਬਦਾ ਨਹੀਂ ਰਹਿੰਦੀ, ਇੱਕ ਮਨ ਇੱਕ ਚਿੱਤ ਹੋ ਗਿਆ। ਗਿਆਨ ਦਾ ਸਫ਼ਰ ਜੋ ਬਾਕੀ ਹੈ, ਹਰ ਗੱਲ ਦੀ ਕੋਈ ਬੈਕਗਰਾਊਂਡ ਹੁੰਦੀ ਹੈ। ਬੈਕਗਰਾਊਂਡ ਹੈ ਕੁਛ, ਪਰ ਬੈਕਗਰਾਊਂਡ ਬਿਨਾਂ ਉਹਦਾ ਵੈਲਿਊ ਦਾ ਨਹੀਂ ਪਤਾ। ਬੈਕਗਰਾਊਂਡ ਭੁੱਲ ਗਏ, ਦੂਜ ਦਾ ਚੰਦਰਮਾ ਦੇਖਣਾ। ਕਿਉਂ ਦੇਖਣਾ? ਵੀ ਦੂਜ ਦਾ ਚੰਦਰਮਾ ਦੇਖੇ ਤੇ ਕੀ ਮਿਲ ਜੂ? ਕੁਛ ਵੀ ਨਹੀਂ। ਮਤਲਬ ਕੀ ਹੈ ਦੂਜ ਦੇ ਚੰਦਰਮੇ ਦੀ? ਕਿ ਇੱਕ ਮਨ ਇੱਕ ਚਿੱਤ ਹੋ ਕੇ ਫੈਸਲਾ ਕਰ ਲਿਆ ਵੀ ਹੁਣ
ਸੰਸਾਰੀ ਜਿਹੜਾ ਹੈ ਕੰਮ ਇਹ ਵੀ ਕਰਨਾ, ਇਹ ਦੂਏ ਨੰਬਰ ਤੇ ਹੈ। ਪਹਿਲੇ ਨੰਬਰ ਤੇ ਕੀ ਹੈ? ਧਰਮ ਕਰਮ। ਦੂਏ ਨੰਬਰ ਤੇ ਕਰਮ ਸੰਸਾਰੀ। ਪਹਿਲੇ ਨੰਬਰ ਤੇ ਉਹ ਕੰਮ ਕਰਨਾ ਹੈ, ਜਾ ਕੋ ਆਏ ਸੋਈ ਬਿਹਜੂ। ਸ਼ਹਿਰ ਆਇਆ ਕੋਈ ਚੀਜ਼ ਲੈਣ, ਉਹ ਚੀਜ਼ ਜ਼ਰੂਰ ਲੈਣੀ ਹੈ। ਇਹ ਠੀਕ ਹੈ ਵੀ ਚਾਹ ਪੀ ਲਈ ਟਾਈਮ ਤੇ, ਆਪ ਕੋਈ ਚੀਜ਼ ਖਾ ਲਈ, ਫਲ ਖਾ ਲਿਆ, ਉਹ ਅਲੱਗ ਗੱਲ ਹੈ। ਫਲ ਖਾਣ ਨਹੀਂ ਸੀ ਆਇਆ, ਚਾਹ ਪੀਣੀ ਦੀ ਸ਼ਹਿਰ ਆਇਆ, ਲੇਕਿਨ ਟਾਈਮ ਹੋ ਗਿਆ। ਚਾਹ ਪੀ ਲਈ, ਕੋਈ ਫਲ ਫਰੂਟ ਖਾ ਲਿਆ, ਉਹ ਅਲੱਗ। ਆਇਆ ਨਹੀਂ ਸੀ ਇਹ ਕਰਨ, ਆਇਆ ਕੁਛ ਲੈਣ ਸੀ, ਉਹ ਲੈ ਕੇ, ਉਹ ਐਕਸਟਰਾ ਹੈ, ਗੱਲ ਅਲੱਗ ਹੈ ਉਹ ਗੱਲ। ਹਾਂਜੀ। ਰਿਖ ਬੋਲਤ ਘੋਰਤ ਨਾਦ ਨਵੰ। ਰਿਖੀ ਜੇ ਜਦ ਬੋਲਦਾ ਹੈ, ਕੋਈ ਨਵੀਂ ਗੱਲ ਕਰਦਾ, ਘੋਰਤ ਨਾਦ ਨਵੰ, ਕੋਈ ਨਵੀਂ ਗੱਲ ਕਰਦਾ ਹੈ, ਨਵਾਂ ਗਿਆਨ ਦਿੰਦਾ। ਸਾਹਿਬ ਮੇਰਾ ਨੀਤ ਨਵਾਂ। ਨੀਤ ਨਵਾਂ। ਚੇਲਿਆਂ ਨੂੰ ਅੱਬਲ ਤਾਂ ਬੋਲਦਾ ਨਹੀਂ, ਜੇ ਬੋਲਦਾ ਕੋਈ ਨਵੀਂ ਗੱਲ ਦੱਸਦਾ, ਨਵਾਂ ਗਿਆਨ ਦੱਸਦਾ ਉਹਨਾਂ ਨੂੰ। ਕਿਉਂ? ਉਹ ਵਿਚਾਰੇ ਗਿਆਨੀ ਨੇ ਨਾ ਚੇਲੇ, ਰੋਜ਼ ਨਵਾਂ ਸਬਕ ਦਿੰਦਾ। ਹੁਣ ਸਕੂਲਾਂ ਕਾਲਜਾਂ ਨੂੰ ਸਬਕ ਰੋਜ਼ ਨਵਾਂ ਹੀ ਹੁੰਦਾ, ਉਹੀ ਮਾੜਾ ਰੋਜ਼ ਫੇਰੀ ਜਾਵੇ। ਉਹ ਨਹੀਂ ਗਿਆਨ ਦੀ ਗੱਲ ਕਰ ਰਿਹਾ, ਮਾੜਾ ਨਹੀਂ ਫੇਰਦਾ, ਸਮਾਧੀ ਵੀ ਨਹੀਂ ਲਾਉਂਦਾ, ਗਿਆਨ ਦੀ ਗੱਲ ਵੀ ਕਰ ਰਿਹਾ ਹੈ। ਕੁਛ ਦੱਸਦਾ ਨਵੀਂ ਗੱਲ, ਉਹਨਾਂ ਨੂੰ ਸਮਝਾਉਂਦਾ ਕੁਛ ਨਵੀਂ ਤੇ ਨਵੀਂ ਗੱਲ। ਉਹਨਾਂ ਦੇ ਅੰਦਰ ਗਿਆਨ ਡਿਵੈਲਪ ਹੋਵੇ, ਉਹਨਾਂ ਦੀ ਬੁੱਧ ਡਿਵੈਲਪ ਹੋਵੇ, ਉਹਨਾਂ ਨੂੰ ਸੋਝੀ ਆਵੇ ਕੁਛ। ਹਾਂਜੀ। ਤੇ ਠੌਰ ਕੁਲਾਹਲ ਉੱਚ ਹੁਅੰ। ਇਸ ਕਰਕੇ ਉੱਥੇ ਉੱਚੀ ਆਵਾਜ਼ ਦੇ ਵਿੱਚ ਬੋਲਣਾ ਪੈਂਦਾ। ਆਦਮੀ ਨੂੰ 400-200 ਆਦਮੀ ਨੂੰ ਗੱਲ ਸੁਣਾਉਣੀ ਹੈ, ਤੁਸੀਂ ਸਪੀਕਰ ਤਾਂ ਹੈ ਨਹੀਂ ਲੱਗਿਆ ਹੋਇਆ। ਉਹ ਘੋਰਤ ਤਾਂ ਹੀ ਕਿਹਾ ਜ਼ੋਰ ਨਾਲ ਬੋਲਦਾ ਰਿਸ਼ੀ, ਤਾਂ ਕਿ ਗੱਲ ਸਭ ਨੂੰ ਸੁਣ ਜਾਵੇ। ਜਦ ਹੁਣ 200 ਆਦਮੀ ਨੂੰ ਗੱਲ ਤੁਸੀਂ ਸੁਣਾਉਣੀ ਹੈ, ਉੱਚੀ ਨਹੀਂ ਬੋਲਣਾ ਪਊਗਾ। ਉਹ ਤਾਂ ਕਿ ਬਹੁਤ ਉੱਚੀ ਆਵਾਜ਼ ਨਾਲ ਬੋਲਦਾ, ਉਹ ਬੋਲਣਾ ਪੈਂਦਾ ਸਭ ਨੂੰ ਸੁਣਾਉਣ ਵਾਸਤੇ। ਘੋਰਤ ਜਿਵੇਂ ਬੱਦਲ ਘੋਰਦਾ ਹੁੰਦਾ, ਕੱਲੇ ਕੱਲੇ ਇੱਕ ਇੱਕ ਪੰਕਤੀ ਦੇ ਇੱਕ ਇੱਕ ਲਫ਼ਜ਼ ਦੇ ਵਿੱਚ ਭੇਦ ਹੈ ਇੱਥੇ। ਇਹ ਨਹੀਂ ਵੀ ਅਰਥ ਕਰਕੇ ਤੁਸੀਂ ਕਹਾਂ ਹੋ ਜਾਓਗੇ। ਕਿਉਂ ਘੋਰਦਾ ਹੈ? ਆਦਮੀ ਜ਼ਿਆਦਾ ਨੇ, ਸੈਨਾ ਨਾਲ, ਸਾਰਿਆਂ ਨੂੰ ਗੱਲ ਸੁਣਾਉਣੀ ਹੈ। ਅੱਗੇ ਕਿਹੜਾ ਸਪੀਕਰ ਹੁੰਦੇ ਤੇ ਖਾੜੇ ਹੁੰਦੇ ਤੇ ਲੱਗੇ ਹੋਏ, ਕਿੰਨਾ ਉੱਚੀ ਬੋਲਦੇ ਤੇ ਬੋਲਣ ਵਾਲੇ। ਉਹ ਅੱਧਾ ਕਿਲੋਮੀਟਰ ਤੋਂ ਹੀ ਆਵਾਜ਼ ਜਾਂਦੀ ਸੀ ਉਹਨਾਂ ਦੀ, ਕਿਲੋਮੀਟਰ ਤੋਂ ਹੀ ਆਵਾਜ਼ ਚਲੀ ਜਾਂਦੀ ਸੀ ਬਿਨਾਂ ਸਪੀਕਰ ਤੇ। ਸਮਝੇ? ਇਸ ਕਰਕੇ ਉਹਨਾਂ ਨੂੰ ਪੂਰੇ ਜ਼ੋਰ ਨਾਲ ਬੋਲਣਾ ਪੈਂਦਾ ਸੀ ਸੁਣਾਉਣ ਵਾਸਤੇ। ਹਾਂਜੀ। ਜਲ ਪੀਵਤ ਠੌਰ ਹੀ ਠੌਰ ਮੁਣੀ। ਹੁਣ ਉੱਥੇ ਜਾ ਕੇ ਹੁਣ ਸਰੋਵਰ ਹੈਗਾ, ਉਹ ਤਾਲ ਹੈਗਾ, ਉਹ ਪਾਣੀ ਪੀਣ ਲੱਗੇ ਸਾਰੇ ਲੋਕ ਇਕੱਠੇ ਹੋ ਕੇ। ਹੁਣ ਇਹ ਤਾਂ ਹੈ ਨਹੀਂ ਵੀ ਟੂਟੀ ਹੈ ਉੱਥੇ ਵੀ ਇੱਕ ਆਦਮੀ ਜਾਊ, ਕੋਈ ਇੱਥੇ ਬਹਿ ਗਿਆ, ਕੋਈ ਇੱਥੇ ਬਹਿ ਗਿਆ, ਸਾਰੇ ਘੇਰੇ ਸਾਰੇ ਸਰੋਵਰ ਦੇ ਬਹਿ ਗਏ, ਪਾਣੀ ਪੀਣ ਲੱਗ ਗਏ, ਕੋਈ ਹੱਥ ਮੂੰਹ ਧੋਣ ਲੱਗ ਗਿਆ। ਹਾਂਜੀ। ਬਣ ਮੱਧ ਮਨੋ ਰਕਮਾਲ ਬਣੀ। ਐ ਸਮਝ ਲਓ ਜੰਗਲ ਦੇ ਵਿੱਚ ਰਿਖੀਆਂ ਦੀ ਇੱਕ ਮਾਲਾ ਬਣ ਗਈ, ਕਿਉਂਕਿ ਘੇਰੇ ਬਹਿ ਗਏ ਨਾ। ਮਾਲਾ ਛੱਪੜ ਘੇਰ ਲਿਆ, ਸਾਰਾ ਸਰੋਵਰ ਘੇਰ ਲਿਆ, ਆਲੇ ਦੁਆਲੇ ਸਾਰੇ ਬਹਿ ਗਏ, ਮਾਲਾ ਬਣ ਗਈ ਨਾ। ਉਹ ਰਿਖੀਆਂ ਦੀ ਬਣ ਦੇ ਵਿੱਚ ਇੱਕ ਮਾਲਾ ਬਣ ਗਈ, ਕਹਿੰਦੇ ਸਾਰੇ ਸਰੋਵਰ ਦੇ ਆਲੇ ਦੁਆਲੇ ਬਹਿ ਗਏ ਘੇਰ ਕੇ ਉਹਨੂੰ। ਹਾਂ। ਅਤੀ ਉਜਲ ਅੰਗ ਵਿਭੂਤ ਧਰੇ। ਵਿਭੂਤ ਲਾਈ ਹੋਈ ਸੀ ਸਾਰਿਆਂ ਦੇ, ਸੁਆਹ ਮੜੀ ਹੋਈ ਸੀ, ਸਰੀਰ ਦੇ ਉੱਤੇ ਕੱਪੜਾ ਨਹੀਂ ਪਾਉਂਦੇ ਹੁੰਦੇ ਇਹ ਵਿਭੂਤ ਮਲ ਕੇ। ਵਿਭੂਤ ਵਾਲਾ ਕੱਪੜਾ ਕਿਵੇਂ ਪਾਊ? ਜੇ ਫਿਰ ਜੇ ਕੱਪੜਾ ਪਾਉਣਾ ਵਿਭੂਤ ਦਾ ਸੀ, ਫਿਰ ਤਾਂ ਉਹਦਾ ਪੈਦਾ ਕੋਈ ਨਹੀਂ। ਹਾਂ। ਅਤੀ ਉਜਲ ਅੰਗ ਸੀ, ਚਿੱਟੇ, ਵਿਭੂਤ ਮਲੀ ਹੋਈ ਸੀ ਸਾਰਿਆਂ ਨੇ। ਹਾਂਜੀ। ਬਹੁ ਭਾਂਤ ਨਿਆਸ ਅਨਾਸ ਕਰੇ। ਅਨਾਸ ਆਸਾ ਰਹਿਤ, ਇੱਛਾ ਰਹਿਤ ਸਾਧਨਾ ਕੀਤੀ ਬਹੁਤ ਭਾਂਤ ਸਾਰਿਆਂ ਨੇ।
ਇੱਛਾ ਰੱਖ ਕੇ ਨਹੀਂ ਉਹ ਕਹਿੰਦੇ ਸਾਧਨਾ ਕਰਨੀ ਕੋਈ, ਤਪ ਇੱਛਾ ਰੱਖ ਕੇ ਨਹੀਂ ਕਰਨਾ। ਮਨ ਨੂੰ ਰੋਕਣਾ, ਇੱਛਾ ਰੱਖ ਕੇ ਨਹੀਂ ਰੋਕਣਾ। ਅਨਾਸ ਆਸ ਰਹਿਤ ਹੋ ਕੇ ਨਿਆਸ ਕਰਨਾ, ਸਾਧਨਾ ਕਰਨੀ। ਮਨ ਨੂੰ ਸਾਧਨਾ, ਮਾਇਆ ਜਾਣ ਤੋਂ ਰੋਕਣਾ ਮਨ ਨੂੰ। ਇੱਛਾ ਨਹੀਂ ਕੋਈ ਰੱਖਣੀ ਮਾਇਆ ਦੀ, ਸੰਸਾਰੀ ਇੱਛਾ ਨਹੀਂ, ਮਨ ਨੂੰ ਰੋਕਣ ਦੀ ਹੋਈ ਬਸ ਗੱਲ ਹੈ ਵੀ ਮਨ ਰੋਕਣਾ। ਹਾਂਜੀ। ਨਿਵਲ ਆਦਿਕ ਸਰਬ ਕਰਮ ਕੀਏ। ਨਿਉਲੀ ਆਦਿਕ ਕਰਮ ਵੀ ਕੀਤੇ ਜਿਹੜੇ ਕਰਦੇ ਸੀ ਸਾਰਿਆਂ ਨੇ। ਹਾਂ। ਰੇਖ ਸਰਬ ਚਹੂੰ ਚੱਕ ਦਾਸ ਥੀਏ। ਇਹ ਸਭ ਕੁਝ ਕਰਕੇ ਸਾਰੇ ਰਿਸ਼ੀ ਦੇ ਆਲੇ ਦੁਆਲੇ ਆ ਕੇ ਦਾਸ ਚੇਲੇ ਬਹਿ ਗਏ। ਉਹ ਸਮਾਧੀ ਲੀਨ ਹੋਇਆ ਸੀ ਆਪ। ਉਹ ਆਪਣਾ ਤੋਂ ਕਰਕੇ ਉਹ ਛੋਟੇ ਸੀ, ਉਹਨਾਂ ਨੇ ਵਿਚਾਰਿਆਂ ਨੇ ਕਿੰਨਾ ਚਿਰ ਬੈਠਣਾ ਸੀ। ਇਹ ਬਹਿ ਗਿਆ, ਜੁੜ ਕੇ ਬਹਿ ਗਿਆ। ਉਹ ਕਿਤੇ ਆਪਣਾ ਕਰ ਕੇ ਆ ਕੇ ਸਾਰੇ ਆਲੇ ਦੁਆਲੇ ਦੇ ਆ ਕੇ ਬਹਿ ਗਏ। ਅਨਭੰਗ ਅਖੰਡ ਅਨੰਗ ਤਨੰ। ਰਿਸ਼ੀ ਨੂੰ ਕੋਈ ਨਹੀਂ ਪਤਾ, ਦੱਤਾਤਰੇಯ ਨੂੰ ਨਹੀਂ ਪਤਾ। ਉਹਦੀ ਅਖੰਡ ਸਮਾਧੀ ਲੱਗੀ। ਅਨਭੰਗ ਅਨੰਗ ਤਨੰ। ਅਨੰਗ ਹੁੰਦਾ, ਅਨੰਗ ਮਨ ਅੱਡ ਨਹੀਂ ਹੈ ਉਹਦਾ, ਇੱਕ ਮਨ ਇੱਕ ਚਿੱਤ ਹੋ ਗਿਆ। ਅੰਗ ਮਨੇ ਅੰਗ ਹੈ ਇਹਦਾ। ਅਨੰਗ ਦਾ ਮਤਲਬ ਹੈ ਮਨ ਉਹਦਾ ਹੈ ਨਹੀਂ ਉਸ ਵੇਲੇ, ਮਨ ਨਹੀਂ ਹੈਗਾ। ਜੇ ਮਨ ਨਹੀਂ ਹੈ ਸਰੀਰ ਵੀ ਹੈ ਨਹੀਂ। ਮਨ ਜਿੰਨਾ ਜਰਾ ਉਹਨਾਂ ਜਰਾ ਸਰੀਰ ਹੈ। ਜੇ ਮਨ ਹੈ ਨਹੀਂ ਸਰੀਰ ਵੀ ਹੈ ਨਹੀਂ। ਮਨ ਜਾਊਗਾ, ਧਿਆਨ ਜਾਊਗਾ, ਧਿਆਨ ਹੈ ਮਨ। ਜੇ ਧਿਆਨ ਹੈ ਤਾਂ ਤ੍ਰਿਕੁਟੀ ਜਾਊਗਾ। ਜੇ ਧਿਆਨ ਅੰਦਰੇ ਲੀਨ ਹੈ, ਲਿਵਲੀਨ ਹੋ ਗਿਆ ਜੇ, ਫਿਰ ਤ੍ਰਿਕੁਟੀ ਜਾਂਦਾ ਨਹੀਂ। ਤ੍ਰਿਕੁਟੀ ਜਾਂਦਾ ਨਹੀਂ, ਸਰੀਰ ਵੀ ਹੈ ਨਹੀਂ। ਸਰੀਰ ਹੈ ਨਹੀਂ, ਅਨੰਗ ਹੋ ਗਿਆ। ਅੰਗ ਰਹਿਤ। ਅਨੰਗ ਦਾ ਮਤਲਬ ਹੈ ਅੰਗ ਰਹਿਤ। ਇਹ ਅਨੰਗ ਅਸਲ 'ਚ ਹੋਰ ਅਰਥ ਲੈਂਦੇ ਨੇ। ਇਹਨਾਂ ਨੂੰ ਸਮਝ ਨਹੀਂ ਆਈ। ਅਨੰਗ ਸ਼ਬਦ ਜਿਹੜਾ ਅਨੰਗ ਸ਼ਬਦ ਸੀ ਵੇਦ ਵਿੱਚ, ਉਹਦਾ ਇਹਨਾਂ ਨੇ ਅਰਥ ਬਦਲ ਲਿਆ ਜਾਣ ਬੁੱਝ ਕੇ। ਹਾਂ, ਉਹ ਕਾਮਨਾ ਮਨੇ ਕਰਦਾ ਹੈ। ਕਾਮਦੇਵ ਮੰਨਦਾ ਨਾ ਹੈ ਅਸਲ 'ਚ। ਇੱਛਾ ਕੌਣ ਕਰਦਾ? ਇੱਛਾ ਧਾਰੀ ਸੱਪ ਵੀ ਕਿਹਾ ਇਹਨੂੰ, ਮਨ ਨੂੰ। ਉਹ ਇੱਕ ਇੱਛਾ ਧਾਰੀ ਸੱਪ ਦੀਆਂ ਕਹਾਣੀਆਂ ਨੇ। ਉਹ ਇਹੀ ਹੈ ਮਨੇ ਇੱਛਾ ਧਾਰੀ ਸੱਪ। ਹੋਰ ਕੌਣ ਹੈ? ਹਾਂ। ਬਹੁਤ ਸਾਧਤ ਨਿਆਸ ਸੰਨਿਆਸ ਬਣਨ। ਸੰਨਿਆਸੀਆਂ ਨੇ ਬਹੁਤ ਸਾਰੇ ਸਾਧਨਾ ਤਰ੍ਹਾਂ ਤਰ੍ਹਾਂ ਦੀਆਂ ਕੀਤੀਆਂ ਬਣਨ ਦੇ ਵਿੱਚ। ਆਪਣੇ ਆਪਣੇ ਆਸਣ ਕੀਤੇ। ਕੋਈ ਕਿਵੇਂ ਕਰਦਾ, ਕੋਈ ਸਿਰ ਭਾਰ ਹੋ ਖੜਾ ਹੋ ਜਾਂਦਾ, ਸਮਝੇ ਨਹੀਂ? ਕੋਈ ਇੱਕ ਲੱਤ ਭਾਰ ਖੜਾ ਹੋ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਐਦਾਂ ਜਿਵੇਂ ਜਿਵੇਂ ਸਾਧਨਾ ਕਰਦੇ ਸੀ ਉਵੇਂ ਉਵੇਂ ਕਈ ਪ੍ਰਕਾਰ ਦੇ ਉਹਨਾਂ ਨੇ ਸਾਧਨਾ ਕੀਤੀ। ਜਟ ਸੋਹਤ ਜਾਨਕ ਧੂਰ ਜਟੀ। ਐ ਸਮਝ ਲਓ ਉਹ ਜਟਾਂ ਉਹ ਲੱਗਦੀਆਂ ਨੇ ਜਿਵੇਂ ਸ਼ਿਵ ਜੀ ਸੀ ਨਾ, ਜਟੀ ਸ਼ਿਵ ਜੀ ਨੂੰ ਕਹਿੰਦੇ ਨੇ। ਸ਼ਿਵ ਜੀ ਦੀਆਂ ਜਟਾਂ ਵਰਗੀਆਂ ਜਟਾਂ ਨੇ ਸਾਰਿਆਂ ਦੀਆਂ। ਸਾਰੇ ਹੀ ਸ਼ਿਵ, ਆ ਜਿਹੜਾ ਹੈ ਨਾ ਸ਼ਿਵ, ਅੱਜ ਕੱਲ੍ਹ ਸ਼ਿਵ ਹੈ, ਹੁਣ ਜਟੀ ਹੈ ਇਹਦਾ ਨਾਮ ਅਸਲ ਵਿੱਚ। ਜਟਾਂ ਵਾਲਾ ਜਟੀ ਕਹਿੰਦੇ ਨੇ ਉਹਨੂੰ। ਮਹਾਦੇਵ ਨੂੰ, ਮਹਾਦੇਵ ਦਾ ਮੰਗੂ ਸਾਰਿਆਂ ਦੀਆਂ ਜਟਾਂ ਨੇ। ਸ਼ਿਵ ਕੀ ਜਨ ਜੋਗ ਜਟਾ ਪ੍ਰਗਟੀ। ਆ ਦੇਖੋ ਹੁਣ ਸ਼ਿਵ ਲਿਆਂਦਾ ਲਫ਼ਜ਼। ਸ਼ਿਵ ਕੀ ਜਨ ਜੋਗ ਜਟਾ। ਸ਼ਿਵ ਤਾਂ ਹੈ ਨਹੀਂ। ਸ਼ਿਵ ਨੂੰ ਸ਼ਿਵ ਨਹੀਂ ਮੰਨ ਰਹੇ ਦਸਮ ਪਾਤਸ਼ਾਹ, ਤੇ ਸ਼ਿਵ ਲਿਖ ਦਿੱਤਾ। ਉਹ ਤਾਂ ਕਿਹਾ ਮਹਾਦੇਵ ਕੋ ਕਹਿਤ ਸਦਾ ਸ਼ਿਵ। ਉਹ ਕਹਿੰਦੇ ਐਂ ਲੱਗਦੀਆਂ ਨੇ ਜਟਾਵਾਂ, ਜਿਹੜਾ ਪਰਮੇਸ਼ਰ ਹੈ ਨਾ ਉਹਦੀ ਜੋਗ ਜਟਾ ਪ੍ਰਗਟੀ ਹੈ, ਉਹਦੇ ਨਾਲ ਜੁੜਨ ਦੀ ਨਿਸ਼ਾਨੀ ਹੈ। ਉਹ ਜਿਹੜਾ ਉਹਦੀਆਂ ਜਟਾਂ ਦੇ ਐਨ ਨੇ, ਜਿਹੜਾ ਦੱਤਾਤਰੇय ਦੀਆਂ ਜਟਾਂ ਐ ਨੇ, ਐ ਸਮਝ ਲਓ ਪ੍ਰਗਟ ਹੁੰਦਾ ਵੀ ਇਹ ਲਿਵਲੀਨ ਹੋਇਆ ਹੋਇਆ। ਸ਼ਿਵ ਨਾਲ ਧਿਆਨ ਜੁੜੇ ਹੋਏ ਦੀ ਨਿਸ਼ਾਨੀ ਹੈ। ਜਟਾਂ ਸਾਬਤ ਕਰਦੀਆਂ ਨੇ। ਜਟਾਂ ਹੁੰਦੀਆਂ ਨੇ ਬਹੁਤ ਬੜੀਆਂ ਬੜੀਆਂ। ਜਿੱਡੀ ਲੰਬੀ ਜਟ ਹੁੰਦੀ ਹੈ ਓਡਾ ਬੜਾ ਸਾਧੂ ਹੁੰਦਾ। ਧਿਆਨ ਓਡਾ ਲੰਬਾ ਹੁੰਦਾ। ਦ੍ਰਿਸ਼ਟੀ ਦੇ ਲੰਬੀ, ਨਜ਼ਰ ਨਿਹਾਲੀ ਹੈ।
दूर दृष्टि दी है। दूर दृष्टि माया तो परे चली गई दृष्टि, माया तो पार जाके जुड़ गया, यानी तो अंदर हृदय जुड़ गया, तिरकुटी छੱਡ के अंदर जा जुड़िया। ਇੱਥੇ ਆ ਕੇ ਸੈਂਟਰ ਆ ਜਾਂਦਾ, ਇੱਥੋਂ ਥੱਲੇ ਜਾ ਚਲੀ ਜਾਂਦੀ ਹੈ, ਫਿਰ ਨਹੀਂ ਪਤਾ ਰਹਿੰਦਾ, ਸੌਂ ਜਾਂਦੇ ਆਪਾਂ। ਜਾਂ ਇੱਥੋਂ ਥੱਲੇ ਇੱਥੇ ਆ ਕੇ ਸੁਰਤ ਟਿਕ ਜਵੇ ਔਰ ਜਾਗਦਾ ਰਹੇ, ਉਹਨੂੰ ਸਹਿਜ ਸਮਾਧ ਕਹਿੰਦੇ ਨੇ, ਉਹਨੂੰ ਸਹਿਜ ਸਮਾਧ ਕਹਿੰਦੇ, ਉਹ ਤਾੜੀ ਹੁੰਦੀ ਹੈ। ਜੇ ਤਿਰਕੁਟੀ ਛੱਡ ਕੇ ਛੱਡੂ ਆਪਾਂ, ਝੂਟਾ ਖਾ ਜਾਂਦੇ ਨਾ ਕਦੇ ਕਦੇ, ਉਂਘ ਆਉਂਦੀ ਹੈ, ਝੂਟਾ ਨਹੀਂ ਖਾਂਦਾ, ਫਿਰ ਜਾਗਦਾ ਰਹਿੰਦਾ। ਧਿਆਨ ਹਿਰਦੇ 'ਚ ਹੁੰਦਾ, ਤਿਰਕੁਟੀ 'ਚ ਹੁੰਦਾ ਨਹੀਂ। ਸਰੀਰ ਦਾ ਗਿਆਨ ਕੋਈ ਨਹੀਂ ਹੁੰਦਾ, ਹੁੰਦਾ ਜਾਗਰਤ ਅਵਸਥਾ 'ਚ, ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਜਾਗਰਤ ਅਵਸਥਾ ਕਹਿੰਦੇ ਨੇ। ਉਹ ਜਿਹੜੇ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਉਹਨਾਂ ਦੀ ਹੋ ਜਾਂਦੀ ਹੈ। ਉਹਦੇ ਨਹੀਂ ਹਟਦੇ ਨਾ ਮੁੰਡੇ, ਧਿਆਨ ਕਰਕੇ ਕਾਫੀ ਦੂਰ ਲੰਘ ਜਾਂਦੇ ਨੇ, ਉਸ ਤਾਂ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ। ਹਾਰਟ ਤੋਂ ਵੀ ਪਰੇ ਚਲੇ ਜਾਂਦੇ ਨੇ ਛੱਡ ਕੇ, ਸਰੀਰ ਤੋਂ ਪਰੇ ਪਰੇ। ਜੇ ਹਾਰਟ ਦੇ ਨੇੜੇ ਰਹਿਣਾ ਪੈਂਦਾ, ਜੇ ਸਰੀਰ ਤੋਂ ਦੂਰ ਹੋ ਜਾਵੇ ਹਾਰਟ ਬੰਦ ਹੋ ਜਾਂਦਾ। ਹਾਰਟ ਇਹਨੇ ਹੀ ਚਲਾਉਣਾ ਆਪ। ਉੱਥੇ ਜਿਹੜੇ ਸਰੀਰ ਛੱਡ ਦਿੰਦੇ ਨੇ ਨਾ ਆਪਣੇ, ਜੋਗੀ ਕਈ ਸਰੀਰ ਛੱਡ ਦਿੰਦੇ ਨੇ ਆਪਣੀ ਮਰਜ਼ੀ ਨਾਲ, ਐਂ ਛੱਡ ਦਿੰਦੇ ਸਰੀਰ। ਇੱਕ ਪ੍ਰਕਿਰਿਆ ਹੈ, ਛੱਡਿਆ ਜਾ ਸਕਦਾ ਸਰੀਰ, ਕੋਈ ਬਹੁਤ ਬੜੀ ਗੱਲ ਨਹੀਂ ਹੈ। ਹਾਂਜੀ। शिव ते जन गंग तरंग छुटे। शिव ते जानी ये गंग तरंग परमेश्वर तो छुटी है, तरंग आ रही है उन्होंने जिहड़ी उत्थों आ रही है ना, उत्थों जोत, उत्थों सोझी आ रही है। गंग तरंग की हुंदा? सोझी, ज्ञान दी गंगा सोझी अंदरों हो रही है। ज्यों ज्यों जुड़िया होया अंदर, त्यों त्यों उन्होंने सोझी हो रही है। आपे अंदरों सोझी अंदरों ही होनी है। ਜਿਹੜੇ ਲੋਕ ਖੋਜ ਕਰਦੇ ਨੇ ਅੰਦਰ ਜੁੜ ਕੇ, ਉਹਨਾਂ ਨੂੰ ਸੋਝੀ ਅੰਦਰੋਂ ਹੀ ਆਉਂਦੀ ਹੈ। ਉਹੀ ਗੰਗ ਤਰੰਗ ਹੈ। ਇਹਨਾਂ ਨੇ ਕਹਿਤਾ ਜਿਹੜਾ ਮਹਾਦੇਵ ਹੈ ਤੇ ਜਟਾਂ 'ਚੋਂ ਗੰਗਾ ਨਿਕਲੀ ਹੈ। ਓਏ ਉਹ ਇਹਦੇ ਕਾਹਨੂੰ ਨਿਕਲੀ ਹੈ? ਆਹ ਜਿਹੜਾ ਛਿਵ ਹੈ ਉੱਥੋਂ ਨਿਕਲੀ ਹੈ ਗੰਗਾ। ਗਿਆਨ ਕਿੱਥੋਂ ਆਉਂਦਾ? ਦਰਗਾਹ 'ਚੋਂ। ਕਿਵੇਂ ਆਉਂਦਾ? ਹੁਕਮ ਨਾਲ, ਤੁਰਕੀ ਬਾਣੀ ਨਾਲ। ਸੋਝੀ ਜਿਹਨੂੰ ਆਉਂਦੀ ਹੈ ਅੰਦਰੋਂ ਆਉਂਦੀ ਹੈ। ਉਹ ਅੰਦਰ ਜਾ ਜੁੜਦਾ, ਗੰਗ ਤਰੰਗ ਉੱਥੇ ਹੁੰਦੀ ਹੈ। ਉਹ ਗੰਗ ਤਰੰਗ ਹੈ। ਗੰਗ ਨਾਲ ਤਰੰਗ ਲਿਖਿਆ ਹੋਇਆ ਨਾਲ। ਸੋਝੀ ਮਾਇਆ ਦੀ ਹੋ ਰਹੀ ਹੈ, ਜੇ ਉੱਪਰ ਨਹੀਂ ਹੋ ਰਹੀ। ਤਿੰਨ ਰੰਗਾਂ ਦੀ ਹੋਈ ਹੈ ਵਿੱਚ। ਤਰੰਗ ਹੈ ਨਾ, ਇੱਕ ਰੰਗ ਨਹੀਂ ਹੈ। ਹਾਂ, ਇੱਕ ਰੰਗ ਨਹੀਂ ਹੈ, ਬਹੁਰੰਗੀ ਹੈ ਹਲੇ। ਇਹ ਹੋਏ ਜਨ ਜੋਗ ਜਟਾ ਪ੍ਰਗਟੇ। ਹਾਂ, ਇਹ ਹੋਏ ਜਨ ਜੋਗ ਜਟਾ ਪ੍ਰਗਟੇ। ਉਹ ਸਮਝ ਲਓ ਐਸਾ ਜੋਗ ਹੈ। ਜਟਾਂ, ਜਟੀ ਦਾ ਜੋਗ ਹੈ, ਮਤਲਬ ਹੈ ਸ਼ਿਵ ਦਾ ਜੋਗ ਪ੍ਰਗਟ ਹੋਇਆ। ਇਹ ਸਮਝ ਲਓ ਇੱਥੋਂ ਸ਼ਿਵ ਵਾਲਾ ਜੋਗ ਹੈ ਜਿਹੜਾ ਸ਼ੁਰੂ ਹੋਇਆ। ਸਮਾਧੀ ਇੱਥੋਂ ਹੀ ਚੱਲੀ ਆ। ਆ ਜਿਹੜੇ ਮਹਾਦੇਵਤਾ ਬਾਅਦ ਚ ਪੈਦਾ ਹੋਇਆ, ਇਹ ਤਾਂ ਉਦੋਂ ਪਹਿਲਾਂ ਰੁਦਰ ਅਵਤਾਰ ਹੈ। ਜਿਹੜਾ ਸ਼ਿਵ, ਇਹ ਕਹਿੰਦੇ ਨੇ ਸ਼ਿਵ, ਹੁਣ ਸ਼ਿਵ ਹੈ ਜਿਹੜਾ, ਅਸਲ 'ਚ ਇਹ ਪਹਿਲਾ ਸਭ ਤੋਂ ਸ਼ਿਵ ਹੈ। ਦੱਤਾਤਰੇय ਇਹ ਸੰਨਿਆਸ ਹੈ। ਸੰਨਿਆਸ ਤੋਂ ਬਾਅਦ ਯੋਗ ਆਇਆ। ਸ਼ਿਵ ਤਾਂ ਯੋਗੀ ਹੈ, ਇਹ ਤਾਂ ਯੋਗੀ ਹੈ। ਸੰਨਿਆਸ ਪਹਿਲਾਂ, ਯੋਗ ਬਾਅਦ ਦੇ ਵਿੱਚ ਆਇਆ। ਜਿਵੇਂ ਯਹੂਦੀ ਪਹਿਲਾਂ ਨੇ, ਇਸਲਾਮ ਪਿੱਛੋਂ ਆਇਆ। ਯਹੂਦੀਆਂ ਦੇ ਵਿੱਚੋਂ ਹੀ ਈਸਾਈ ਨੇ, ਉਹਨਾਂ ਦੇ ਵਿੱਚੋਂ ਹੀ ਇਸਲਾਮ ਹੈ। ਯਹੂਦੀ 3000 ਸਾਲ ਪੁਰਾਣਾ ਧਰਮ, ਇਸਲਾਮ ਤਾਂ 3000 ਸਾਲ ਪੁਰਾਣਾ ਹੈ ਨਹੀਂ। ਵਿਚਾਲੇ ਵਾਲੇ ਜਿਹੜੇ ਨੇ ਈਸਾਈ, ਉਹ ਸਿਰਫ ਸੁਨਨਤ ਨਹੀਂ ਕਰਦੇ। ਕੁਛ ਕਰਦੇ ਨੇ, ਕੁਛ ਨਹੀਂ ਵੀ ਕਰਦੇ ਉਹਨਾਂ 'ਚ। ਇਸਲਾਮ ਵਾਲਿਆਂ ਨੇ ਫਿਰ ਸ਼ੁਰੂ ਕਰਤੀ ਸੁਨਨਤ। ਯਹੂਦੀ ਵਾਲੇ ਇਸਲਾਮ ਵਾਲੇ ਲੜਦੇ ਵੀ ਨੇ, ਪਰ ਹੈ ਕੋਈ ਪਿੱਛੇ ਜਾ ਕੇ। ਦੋਹਾਂ ਦੀ ਵਿਚਾਰਧਾਰਾ ਇੱਕੋ ਹੀ ਹੈ। ਇਹਨਾਂ ਦੀ ਉਹ ਆਦਮ ਐਡਮ
ਸਾਰੀ ਇੱਕ ਵਿਚਾਰਧਾਰਾ ਇਹ ਤਿੰਨਾਂ ਦੀ। ਪਰ ਸ਼ੁਰੂ ਉੱਥੋਂ ਹੋਏ ਨੇ, ਕਹਿਣ ਦਾ ਮਤਲਬ ਸ਼ੁਰੂ ਇੱਥੋਂ ਹੋਈ ਹੈ। ਸੰਨਿਆਸੀਆਂ ਚੋਂ ਹੀ ਯੋਗੀ ਆਏ ਨੇ, ਬਾਅਦ 'ਚ ਯੋਗ ਮਤ ਆਈ ਹੈ। ਪਹਿਲਾਂ ਸੰਨਿਆਸ ਹੈ, ਆਸ ਨੂੰ ਸੁਣ ਕਰਨਾ, ਇੱਛਾ ਰਹਿਤ ਹੋਣਾ। ਯੋਗ ਵੀ ਇੱਛਾ ਰਹਿਤ ਹੋਣ ਦਾ ਹੀ ਨਾਮ ਹੈ, ਉਹਦਾ ਹੀ ਨਾਮ ਯੋਗ ਹੈ। ਹਾਂਜੀ। ਤਪ ਸਰਬ ਤਪੀਸ਼ਨ ਕੇ ਸਭ ਹੀ, ਮੁਨਜੇ ਸਭ ਲਏ ਤਬ ਹੀ। ਐ ਸਮਝੋ ਇਸ ਤਰੀਕੇ ਨਾਲ ਉਹ ਲਿਵਲੀਨ ਹੋ ਗਿਆ। ਸ਼ਿਵ ਜੀ ਦਾ ਜਿਹੜਾ ਉਹ ਰੂਪ ਹੈ ਨਾ, ਸ਼ਿਵ ਦਾ, ਸ਼ਿਵ ਨਾਲ ਦਾ ਜਿਹੜਾ ਯੋਗ ਹੈ ਉਹ ਪ੍ਰਗਟ ਹੋ ਗਿਆ। ਇਹ ਐ ਜੁੜੀ ਦਾ ਹੁੰਦਾ ਹੈ, ਸਰੀਰ ਦੀ ਸੁੱਧ ਬੁੱਧ ਨਹੀਂ ਰਹੀ ਉਹਨੂੰ। ਤਪ ਸਰਬ ਤਪੀਸ਼ਨ ਕੇ ਸਭ ਹੀ। ਫਿਰ ਜਿਹੜੇ ਤਪੀਸਰ ਆਲੇ ਦੁਆਲੇ ਆ ਕੇ ਬੈਠੇ ਉਹਦੇ ਆਲੇ ਦੁਆਲੇ, ਉਹ ਇੰਨੇ ਪ੍ਰਭਾਵਿਤ ਹੋਏ ਉਹ ਤੋਂ ਜ਼ਿਆਦਾ। ਐ ਸਮਝੋ ਸਾਰਿਆਂ ਦਾ ਤਪ ਜਿੰਨਾ ਕੀਤਾ ਤਾਂ ਸਾਰਾ ਹੀ ਖਿੱਚ ਲਿਆ ਉਹਨੇ। ਜਿੰਨਾ ਸਾਰਿਆਂ ਦਾ ਕੀਤਾ ਸੀ, ਉਹਨਾਂ ਨੇ ਕਿਹਾ, ਕਹਿਣ ਦਾ ਉਹਨਾਂ ਨੇ ਕਿਹਾ ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਤਪ ਤਾਂ ਆ ਹੈ ਜਿਹੜਾ ਇਹ ਕਰ ਰਿਹਾ, ਸਾਰਿਆਂ ਦਾ ਹੀ ਖਿੱਚ ਲਿਆ। ਮੁਨ ਜੇ ਸਭ ਲਏ ਤਬ ਹੀ। ਹਾਂ, ਇੱਕ ਇੱਥੇ ਮਿਸਪ੍ਰਿੰਟ ਹੈ, ਕੋਈ ਲਫ਼ਜ਼ ਇੱਕ ਹੋਰ ਚਾਹੀਦਾ। ਛੀਨ ਲਏ ਤਾਂ ਵੀ ਹੋਣਾ ਚਾਹੀਦਾ, ਵੀ ਸਾਰਿਆਂ ਦੇ ਛੀਨ ਲਏ, ਕਿਸੇ ਦੇ ਪੱਲੇ ਕੁਛ ਨਹੀਂ ਰਿਹਾ। ਉਹਨਾਂ ਨੇ ਕਿਹਾ ਅਸੀਂ ਤਾਂ ਕੁਛ ਵੀ ਨਹੀਂ ਕਰਕੇ ਆਏ, ਸਾਰਿਆਂ ਦਾ ਛੀਨ ਲਿਆ ਉਹਨਾਂ ਦਾ ਤਪ। ਸੁਰਤ ਜੇਤਕ ਨਿਆਸ, ਯਾਨੀ ਕਿਸੇ ਨੂੰ ਛੀਨ ਕਿਵੇਂ ਲਿਆ? ਇਹ ਤਾਂ ਆਪਣਾ ਹੰਕਾਰ ਹੋ ਜਾਂਦਾ। ਹੰਕਾਰ ਨਹੀਂ ਹੋਣ ਦਿੱਤਾ ਕਿਸੇ ਨੂੰ, ਛੀਨ ਲੈ ਦਾ ਮਤਲਬ ਇਹ। ਜੇ ਤਪ ਉਹਨਾਂ ਕੋਲ ਰਹਿ ਜਾਂਦਾ, ਹੰਕਾਰ 'ਚ ਬਦਲ ਜਾਂਦਾ ਸਾਰਿਆਂ ਦਾ। ਉਹਨਾਂ ਦਾ ਹੰਕਾਰ ਤੋੜ ਦਿੱਤਾ, ਹੰਕਾਰ ਨਹੀਂ ਹੋਣ ਦਿੱਤਾ। ਇੰਨਾ ਲਿਵਲੀਨ ਹੋ ਕੇ ਬਹਿ ਗਿਆ। ਉਹਨਾਂ ਦਾ ਤਪ ਰਿਹਾ ਹੀ ਨਹੀਂ ਕੋਲ। ਉਹਨਾਂ ਨੇ ਆਪਣਾ ਸਮਝਿਆ ਸੀ ਕੁਝ ਕੀਤਾ ਹੀ ਨਹੀਂ। ਜੇ ਕੁਝ ਕੀਤਾ ਹੁੰਦਾ ਤਾਂ ਉਹਦਾ ਹੰਕਾਰ ਹੁੰਦਾ। ਬਹੁਤ ਗਹਿਰੀ ਗੱਲ ਹੈ। ਇਹਦੇ 'ਚ ਹੋਰ ਤਰ੍ਹਾਂ ਦੀ ਗਹਿਰਾਈ ਹੈ। ਦਸਮ ਦੀ ਬਾਣੀ 'ਚ ਹੋਰ ਤਰ੍ਹਾਂ ਦੀ ਗੱਲ ਬੁਝਾਰਤਾਂ ਨੇ ਇੱਥੇ। ਉਹਨਾਂ ਦੇ ਖੋਲੇ ਵੀ ਹੰਕਾਰ ਨਾ ਹੋ ਜਾਵੇ ਕਿਸੇ ਨੂੰ। ਸੰਗਤ ਦਾ ਹੀ ਫਰਕ ਹੁੰਦਾ। ਜੇ ਕੱਲਾ ਕੱਲਾ ਕਰੇ ਉਹਨੂੰ ਹੰਕਾਰ ਹੋ ਜਾਂਦਾ। ਜਿੱਥੇ ਸੂਰਜ ਹੁੰਦਾ ਉੱਥੇ ਚੰਦਰਮੇ ਤਾਰੇ ਹੁੰਦੇ ਨੇ, ਦਿਨ ਨੂੰ ਦੀਂਦੇ ਹੀ ਨਹੀਂ, ਬੇਅਸਰ। ਸੂਰਜ ਦੇ ਕੋਲ ਰਹਿਣਾ ਦੇ ਨਾਲ ਜੋਤ ਵੱਧਦੀ ਹੈ, ਹੰਕਾਰ ਨਹੀਂ ਹੁੰਦਾ। ਸੂਰਜ ਵਰਗਾ ਹੀ ਹੋਊ ਤਾਂ ਪ੍ਰਗਟ ਹੋਊ। ਉਹਨੂੰ ਪਤਾ ਵੀ ਮੇਰਾ ਟਾਰਗੇਟ ਸੂਰਜ ਹੈ। ਨਹੀਂ, ਟਾਰਗੇਟ ਦਾ ਹੀ ਨਹੀਂ ਪਤਾ ਰਹਿੰਦਾ ਮੇਰਾ ਟਾਰਗੇਟ ਹੈ ਕਿ ਮੈਂ ਪੂਰਾ, ਸਭ ਕੋ ਪੂਰਾ ਆਪੇ ਹੋਗਾ, ਆਪੋ ਹੋ। ਹਰ ਕੋਈ ਮੰਨ ਲੈਂਦਾ ਛੇਤੀ ਮੈਂ ਪੂਰਾ। ਸਾਰੇ ਸੰਤ ਬਣਨੀ ਬੈਠੇ ਅਸੀਂ ਸੰਤ। ਜੇ ਕੋਈ ਸੰਤ ਹੋਵੇ ਫਿਰ ਕੋਈ ਵੀ ਨਹੀਂ ਮੰਨਦਾ ਮੈਂ ਸੰਤ। ਇਹਨਾਂ 'ਚ ਇੱਕ ਵੀ ਸੰਤ ਹੁੰਦਾ ਕੋਈ ਮੰਨਦਾ ਹੀ ਨਾ ਹੋਇਆ। ਸਾਰੇ ਹੀ ਨੇ ਬੈਠੇ ਇਹਦੇ ਨਾਲ, ਫੌਜ ਬੈਠੀ ਹੈ ਪੂਰੀ ਸੰਤਾਂ ਦੀ, ਜੋਗੀਆਂ ਦੀ। ਸਾਰਿਆਂ ਨੇ ਤਪ ਖਿੱਚ ਲੈਣਾ, ਕੋਈ ਮੰਨੇ ਹੀ ਨਾ ਵੀ ਅਸੀਂ ਹੈਗੇ। ਹੈ ਉਹ ਕੋਈ ਨਹੀਂ। ਇੱਕੋ ਥੈਲੀ ਦੇ ਚਿੱਟੇ ਪੱਟੇ ਨੇ ਸਾਰੇ। ਚਿੱਟਾ ਚੋਲਾ ਪਾ ਲਿਆ, ਸੰਤ ਬਣ ਗਿਆ। 20-50 ਸੰਤ ਇਕੱਠੇ ਕਰ ਲਏ, ਉਹਨਾਂ ਤੇ ਮਨਜ਼ੂਰੀ ਲੈ ਲਈ। ਹਾਂ ਬਈ ਤੂੰ ਵੀ ਸੰਤ ਆ, ਕੋਈ ਨਹੀਂ, ਲਿਖੀ ਜਾ ਸੰਤ, ਅਸੀਂ ਕੁਝ ਨਹੀਂ ਕਹਿੰਦੇ ਤੈਨੂੰ। ਉਹਨਾਂ ਦੀ ਸੇਵਾ ਬਾਣੀ ਕਰਤਾ। ਹਾਂਜੀ। ਸੁਰਤ ਜੇਤਕ ਨਿਆਸ ਉਦਾਸ ਕਹੇ। ਸੁਰਤੀਆਂ ਦੇ ਵਿੱਚ ਸਮਰਤੀਆਂ ਨੇ ਜਿਹੜੀਆਂ ਨਾ, ਕਿਸੇ ਦੇ ਜੋ ਜ਼ਿਹਨ ਦੇ ਵਿੱਚ ਗੱਲ ਹੁੰਦੀ ਹੈ ਨਾ, ਉਹ ਲਿਖਦੇ ਹੀ ਹੈ, ਉਹਨੂੰ ਸੁਰਤੀ ਕਹਿੰਦੇ ਨੇ। ਮੇਰੇ ਕੁਝ ਯਾਦ ਹੈ ਗੱਲ, ਮੈਂ ਲਿਖ ਦਿੱਤੀ। ਜਿਵੇਂ ਹੁਣ ਆਪਾਂ ਰਿਕਾਰਡ ਕਰੀ ਜਾਂਦੇ ਹਾਂ, ਕੋਈ ਰਿਕਾਰਡ ਹੋ ਗਿਆ, ਇਹ ਨਾ ਰਿਕਾਰਡ ਕਰਦੇ ਮੈਂ ਗੁਪਤ ਰਹਿ ਜਾਣੀ ਸੀ ਗੱਲ। ਇਸ ਕਰਕੇ ਜਿਹਦੇ ਕੋਲ ਕੁਛ ਗਿਆਨ ਹੁੰਦਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਿਕਾਰਡ ਕਰ ਜਾਂਦੇ ਸੀ, ਲਿਖ ਜਾਂਦੇ ਸੀ। ਕੋਈ ਬੋਲ ਕੇ ਦੱਸ ਕੇ ਦੂਏ ਨੂੰ ਯਾਦ ਕਰਾ ਜਾਂ ਪਹਿਲਾਂ ਯਾਦ ਹੀ ਕਰਾਉਂਦੇ ਸੀ। ਜ਼ਬਾਨੀ ਕਾਗਜ਼ ਨਹੀਂ ਸੀ ਹੁੰਦਾ,
ਲਿਖਦੇ ਹੀ ਨਹੀਂ ਹੁੰਦੇ। ਕਈ ਹਜ਼ਾਰ ਸਾਲ ਤੱਕ ਜਿਹੜੇ ਵੇਦ ਨੇ ਜਵਾਨੀ ਚੱਲਦੇ ਰਹੇ ਨੇ। ਮੁਖਾਗਰ ਪਾਠ ਕਹਿੰਦੇ ਸੀ ਉਹਨੂੰ, ਜਵਾਨੀ ਯਾਦ। ਕਾਗਜ਼ ਬਾਅਦ 'ਚ ਬਣਿਆ, ਲਿਖੇ ਬਹੁਤ ਬਾਅਦ 'ਚ ਨੇ। ਵੇਦ ਉਦੋਂ ਪਹਿਲਾਂ ਦੇ ਚੱਲਦੇ ਨੇ। ਭੋਜ ਪੱਤਰਾਂ ਤੇ ਲਿਖਦੇ ਹੁੰਦੇ ਸੀ ਪਹਿਲਾਂ। ਸ਼ਰੂਤੀਆਂ ਦੇ ਵਿੱਚ ਜੋ ਕੁਝ ਲਿਖੇ ਹੋਏ ਨੇ ਨਾ ਸਾਧਨਾ ਦੇ, ਸੁਰਤ ਜੇਤਕ ਨਿਆਸ ਜਿੰਨੇ ਨਿਆਸ ਮਨ ਨੂੰ ਉਦਾਸ ਕਰਨ ਵਾਸਤੇ, ਉੱਚਾ ਚੁੱਕਣ ਵਾਸਤੇ ਕਹੇ ਹੋਏ ਨੇ ਸਾਧਨ, ਮਨ ਸਾਧਨ ਦੇ ਜਿੰਨੇ ਵੀ ਤਰੀਕੇ ਦੱਸੇ ਹੋਏ ਨੇ ਸਾਧਨਾ ਦੇ, ਸਭ ਹੀ ਰਿਖ ਅੰਗਨ ਜਾਣ ਲਏ। ਅਗਨ ਹੈ, ਅੰਗਨ ਨਹੀਂ ਹੈ। ਟਿੱਪੀ ਹੈ, ਹਾਂ ਗਲਤ ਲਿਖੀ ਹੋਈ, ਅੰਗਨ ਨਹੀਂ, ਅਗਨ। ਉਹ ਪਹਿਲਾਂ ਹੀ ਜਾਣ ਲਏ ਉਹਨੇ ਲਿਖਣ ਤੋਂ, ਸ਼ਰੂਤੀਆਂ ਬਾਅਦ 'ਚ ਬਣੀਆਂ ਨੇ। ਅਗਨ ਗੋਂ, ਉਦੋਂ ਗਾਂ ਵੀ ਜਾਣ ਲਏ ਉਹਨੇ, ਜੋ ਸੁਰਤੀਆਂ 'ਚ ਲਿਖਿਆ ਨੇ ਉਦੋਂ ਵੀ ਗਾਂ ਜਾਣ ਲਏ ਉਹਨੇ। ਕਿੱਥੋਂ? ਲਿਵ ਜੁੜੀ ਹੋਈ ਹੈ ਨਾ, ਗੰਗ ਤਰੰਗ ਛੁੱਟੀ ਹੋਈ ਹੈ। ਉਹ ਗੰਗ ਤਰੰਗ ਦੇ ਨਾਲ ਜਾਣ ਲਏ ਨਾ। ਖੋਜੀ ਹੈ ਇਹ, ਖੋਜ ਹੈ ਇਹ। ਜਿਹੜਾ ਅੰਦਰ ਧਿਆਨ, ਅੰਤਰ ਧਿਆਨ ਹੋਣਾ, ਖੋਜ ਹੈ। ਵਿਚਾਰ ਨਾ ਖੋਜ ਹੈ, ਖੋਜੀ ਹੈ। ਖੋਜੀ ਕੋਈ ਚੀਜ਼ ਖੋਜਦਾ ਤਾਂ ਫਿਰ ਲਿਖਦਾ ਬਾਅਦ ਦੇ ਵਿੱਚ। ਉਹਨੇ ਅੱਗੋਂ ਹੀ ਜਾਣ ਲਏ ਸੀ, ਪਹਿਲਾਂ ਲਿਖੇ ਤਾਂ ਬਾਅਦ 'ਚ ਨੇ। ਸਭੀ ਰਿਖ ਅਗਨ ਜਾਣ ਲਈਏ। ਹਾਂ, ਇਹ ਰਿਖ ਨੇ ਪਹਿਲਾਂ ਜਾਣੇ ਨੇ, ਫਿਰ ਲਿਖੇ ਨੇ ਬਾਅਦ 'ਚ। ਉਹਨੇ ਚੇਲਿਆਂ ਨੂੰ ਦੱਸੇ ਨੇ ਨਾ, ਰੋਜ਼ ਨਵੀਂ ਗੱਲ ਜਿਹੜੀ ਦੱਸਦਾ ਸੀ ਉਹੀ ਦੱਸਦਾ ਸੀ, ਹੋਰ ਕੀ ਦੱਸਦਾ ਸੀ? ਨਾਦ ਨਮਕ, ਜਿਹੜੇ ਨਾਦ ਨਮਕ ਸੀ ਰੋਜ਼ ਇਹੀ ਦੱਸਦਾ ਸੀ। ਉਹ ਗੱਲ ਚੇਲਿਆਂ 'ਚ ਪਹੁੰਚਦੀ ਗਈ, ਉਹਦੇ ਬਾਅਦ ਗੱਲ ਪ੍ਰਚਲਿਤ, ਫਿਰ ਲਿਖਤ ਵਿੱਚ ਆ ਗਈ। ਪਹਿਲਾਂ ਜਵਾਨੀ ਚੱਲਦੀ ਰਹੀ। ਹਾਂਜੀ, ਘਨ ਮੈਂ ਜਿਮ ਬਿੰਦੁਲਤਾ ਝਮਕੈ। ਇਹ ਤਾਂ ਬਹੁਤ ਬਾਅਦ 'ਚ ਸਮਰਤੀਆਂ ਤਾਂ ਲਿਖੀਆਂ ਗਈਆਂ ਨੇ। 2700 ਸਾਲ ਤੇ ਪਹਿਲਾਂ ਦੀ ਕੋਈ ਸਮਰਤੀਆਂ ਨਹੀਂ ਮਿਲਦੀ ਤੁਹਾਨੂੰ। ਵੇਦ 5000 ਸਾਲ ਦੇ ਨੇ ਪਿੱਛੇ, ਸਮਰਤੀ ਤਾਂ ਮਿਲਦੀ ਨਹੀਂ ਕੋਈ। ਇਹ ਤਾਂ ਬਾਅਦ ਦੀਆਂ ਨੇ, ਬਹੁਤ ਲਿਖਤ ਵਿੱਚ ਬਹੁਤ ਬਾਅਦ ਆਈਆਂ ਨੇ, ਕਿਉਂਕਿ ਵੇਦ ਦਾ ਹੀ ਇੰਨਾ ਪ੍ਰਭਾਵ ਸੀ। ਇਹ ਦੀ ਕਹਿੰਦੇ ਕੀ ਲੋੜ ਹੈ? ਇਹ ਤਾਂ ਫੁੱਲ ਤੱਕ ਆਉਣ ਦੀ ਗੱਲ ਹੈ। ਫਲ ਤਾਂ ਵੇਦ ਨਾਲ ਆਉਣਾ, ਉਹਦੇ 'ਚ ਸਭ ਕੁਝ ਆ ਜਾਂਦਾ। ਹਾਂਜੀ, ਘਨ ਮੈਂ ਜਿਮ ਬਿੰਦੁਲਤਾ ਝਮਕੈ। ਜਿਵੇਂ ਬੱਦਲਾਂ ਦੇ ਵਿੱਚ ਹਨੇਰਾ ਹੁੰਦਾ ਨਾ, ਉਹ ਬਿਜਲੀ ਦੀ ਚਮਕ ਆਉਂਦੀ ਹੈ ਨਾ, ਕਿਤੇ ਕਿਤੇ ਚਮਕਦੀ ਹੈ। ਇਉਂ ਉਹਦੇ ਚਿਹਰੇ ਤੋਂ ਕਦੇ ਕਦੇ ਦਮਕ ਪੈਂਦੀ ਹੈ। ਜਦ ਕੋਈ ਨਵੀਂ ਗੱਲ ਦਾ ਉਹਨੂੰ ਪਤਾ ਲੱਗਦਾ ਨਾ, ਅੰਦਰ ਅੰਦਰ ਧਿਆਨ ਹੋਏ ਨੂੰ, ਉਹਦੇ ਚਿਹਰੇ ਤੋਂ ਪਤਾ ਲੱਗਦਾ ਬਾਹਰ। ਜਦ ਕੋਈ ਨਵਾਂ ਉਹਨੂੰ ਆਉਂਦਾ ਨਾ ਅੰਦਰ ਸੋਝੀ, ਉਹਦੇ ਚਿਹਰੇ ਤੋਂ ਪਤਾ ਲੱਗਦਾ। ਉਹ ਜਿਵੇਂ ਆਪਣੀ ਲਾਈਟ ਕਦੇ ਡਿਮ ਹੋ ਜਾਂਦੀ ਹੈ, ਕਦੇ ਲਾਈਟ ਫੁੱਲ ਆ ਜਾਂਦੀ ਹੈ ਨਾ, ਪਤਾ ਲੱਗਦਾ ਨਾ ਲਾਈਟ ਤੋਂ। ਐ ਚਿਹਰੇ ਤੋਂ ਪਤਾ ਲੱਗਦਾ। ਰਿਖਮੋ ਗੁਣ ਤਾਦ ਸਭੈ ਦਮਕੈ। ਐ ਦਮਕਦੇ ਨੇ ਗੁਣ, ਉਹ ਜਿਹੜੇ ਜਿਹੜੇ ਗੁਣ ਪ੍ਰਗਟ ਹੁੰਦੇ ਨੇ ਐ ਦਮਕਦੇ ਨੇ। ਦਮਕ ਪੈਂਦੀ ਹੈ ਚਿਹਰੇ ਤੋਂ ਉਹਦੇ। ਜਸ ਛਾੜਤ ਭਾਣ ਅਨੰਤ ਛਟਾ। ਜਿਵੇਂ ਸੂਰਜ ਅਨੰਤ ਪ੍ਰਕਾਰ ਦੀਆਂ ਕਿਰਨਾਂ ਛੱਡਦਾ ਹੈ। ਛਟਾ ਕਿਰਨਾਂ ਸੂਰਜ ਛੱਡਦਾ ਨਾ, ਕਿੰਨੀਆਂ ਕਿਰਨਾਂ ਛੱਡਦਾ ਸੂਰਜ? ਕੋਈ ਗਿਣ ਲੂਗਾ? ਨਹੀਂ ਗਿਣ ਸਕਦਾ। ਹਾਂ, ਰਿਖ ਕੇ ਤਿਮ ਸੋਭਤ ਜੋਗ ਜਟਾ। ਇਉਂ ਉਹਦੀ ਜੋਗ ਜਟਾ ਸੋਭਦੀ ਹੈ। ਅਨੰਤ ਪ੍ਰਕਾਰ ਦਾ ਗਿਆਨ ਆ ਰਿਹਾ ਉਹਦੇ ਕੋਲ, ਤਿੰਨ ਲੋਕ ਦਾ ਗਿਆਨ ਆ ਰਿਹਾ। ਸੂਰਜ ਤਿੰਨ ਲੋਕ ਦੇ ਅੰਦਰ ਹੀ ਹੈ, ਸੂਰਜ ਕਿਹੜਾ ਬਾਹਰ ਹੈ? ਜਿਨ ਕੀ ਦੁਖ ਫਾਂਸ ਕਹੂੰ ਨਾ ਕਟੀ। ਰਿਕ ਭੇਟਤ ਤਾਤ ਛਟਾਕ ਛੁਟੀ। ਜਿਹੜੇ ਬੰਦੇ ਨੂੰ ਕਿਤੇ ਵੀ ਸ਼ਾਂਤੀ ਨਹੀਂ ਨਾ ਆਈ, ਜਾ ਕੇ ਤੀਰਥ ਤੇ ਚਲਾ ਗਿਆ, ਕਿਸੇ ਸਾਧੂ ਸੰਤ ਕੋ ਚਲਾ ਗਿਆ, ਕਿਤੇ ਸ਼ਾਂਤੀ ਨਹੀਂ ਆਈ, ਦਤ ਤ੍ਰੈ ਦੇ ਦਰਸ਼ਨ ਕਰਦੀ ਸਾਰੇ ਸ਼ਾਂਤੀ ਆ ਗਈ, ਛਟਾਕ ਛੁੱਟ ਗਈ। ਰਿਕ ਭੇਟਤ ਤਾਤ ਛਟਾਕ ਛੁਟੀ। ਇੱਕਦਮ ਸ਼ਾਂਤੀ ਆ ਗਈ, ਤ੍ਰਿਸ਼ਨਾ ਜਦੇ ਹੀ ਦੂਰ ਹੋ ਗਈ, ਦਰਸ਼ਨ ਕਰਦੀ ਸਾਰੀ। ਆਏ ਵੇਖ, ਹੈ ਕੋਈ ਇਹੋ ਜਿਹਾ ਸੰਤ ਇੱਥੇ? ਹੈ ਨਹੀਂ ਨਾ। ਔਰ ਇਹਦਾ ਜਿਹੜਾ ਦਰਸ਼ਨ ਕਰੂਗਾ ਉਹ ਤੇ ਅਸਰ ਪਊ ਨਾ। ਹੁਣ ਦਰਸ਼ਨ ਉਹਨੇ ਵੀ ਕਰਨਾ,
ਬੜਾ ਤੀਰ ਸੰਨੀ ਬੈਠਾ, ਉਹ ਇਹਨੂੰ ਤੀਰ ਸੰਨੀ ਬੈਠਾ। ਦੇਖ ਤਾਂ ਉਹ ਵੀ ਰਿਹਾ, ਦੇਖ ਨਹੀਂ ਰਿਹਾ ਜਾਂ ਤੀਰ ਸੰਨੀ ਬੈਠਾ। ਹਾਂਜੀ। ਨਰ ਜੋ ਨਹੀਂ ਨਰ ਕਣਤੇ ਨਿਵਰੈ, ਰਿਕ ਭੇਟਤ ਤੌਣ ਤਰਾਕ ਤਰੈ। ਜਿਹੜੇ ਆਦਮੀ ਦਾ ਫਿਰ ਤੇ ਨਰ ਜੋ ਨਹੀਂ ਨਰਕਣ ਤੇ ਨਿਵਰੈ। ਹਾਂ, ਨਰ ਥੱਲੇ ਨੂੰ ਜਾਂਦੀ ਹੈ ਸਾਡੀ ਸੁਰਤ, ਪਾਪਾਂ ਵੱਲ ਨੂੰ ਜਾਂਦੀ ਹੈ ਨਾ, ਨਰਕ ਨੂੰ ਕਹਿੰਦੇ ਨੇ। ਜਦ ਅਸੀਂ ਆਪਣੀ ਬੁੱਧੀ ਦਾ ਨਾਸ਼ ਕਰਦੇ ਹਾਂ, ਉਲਟੇ ਪਾਸੇ ਨੂੰ ਜਾਂਦੇ ਹਾਂ। ਜਿਹੜਾ ਉਲਟੇ ਪਾਸੇ ਨੂੰ ਜਾਣ ਤੇ ਮਨ ਨਹੀਂ ਰੁਕਦਾ, ਪਾਪਾਂ ਵੱਲ ਨੂੰ ਜਾਣ ਤੇ ਦੇਖਦੇ ਦਰਸ਼ਨ ਨਾਲ ਉੱਥੇ ਹੀ ਰੁਕ ਜਾਂਦਾ। ਭੇਟਤ ਤੌਣ ਤਰਾਕ ਤਰੈ, ਬਸ ਥੱਲੇ ਨੂੰ ਨਹੀਂ ਫਿਰ ਜਾਂਦਾ, ਬੁਰੇ ਕੰਮ ਨੂੰ ਵੱਲ ਨੂੰ ਨਹੀਂ ਜਾਂਦਾ, ਮੂੰਹ ਨਹੀਂ ਕਰਦਾ। ਬੁਰੇ ਕੰਮ ਵੱਲ ਨੂੰ ਮੂੰਹ ਹੀ ਨਹੀਂ ਕਰਦਾ, ਆਪ ਹੀ ਛੁੱਟ ਜਾਂਦਾ, ਬਿਨਾਂ ਕਹੇ ਤੇ ਹੀ ਛੱਡ ਦਿੰਦਾ। ਨਰਕ ਵੱਲ ਨੂੰ ਜਾਣ ਤੇ ਵੱਜ ਜਾਂਦਾ, ਬੁਰੇ ਕੰਮ ਨੂੰ ਤੋਂ ਤੋਬਾ ਕਰ ਲੈਂਦਾ। ਉਹ ਇੰਨਾ ਹੀ ਫਲ ਹੈ ਉਹਨੂੰ। ਇਹ ਵੀ ਬਹੁਤ ਬੜਾ ਫਲ ਹੈ, ਇਹ ਵੀ ਫਲ ਬਹੁਤ ਬੜਾ। ਹਾਂਜੀ। ਜਿਨਕੇ ਸਮਤਾ ਕਹੂ ਨਾਹੇ ਠੱਟੀ, ਰਿਕ ਪੂਜ ਘਟੀ ਸਭ ਪਾਪ ਘਟੀ। ਜਿਨ੍ਹਾਂ ਦੇ ਜਿਨਕੇ ਸਮਤਾ ਕਹੂ ਨਾਹੇ ਠੱਟੀ, ਜਿਨ੍ਹਾਂ ਦੇ ਅੱਖ ਦਿਮਾਗ ਦੇ ਵਿੱਚ ਸਮਾਨਤਾ ਨਹੀਂ ਆਈ, ਜਿਵੇਂ ਮੈਂ ਬੜਾ ਇਹ ਛੋਟਾ, ਉੱਚ ਨੀਚ ਜਿਹੜੇ ਮੰਨਦੇ ਸੀ, ਸਮਾਨਤਾ ਨਹੀਂ ਆਈ ਨਾ। ਸਾਰਿਆਂ ਨੂੰ ਜਿਨ੍ਹਾਂ ਨੇ ਸਮਾਨ ਨਹੀਂ ਮੰਨਿਆ, ਆਪਣਾ ਪਰਾਇਆ ਮੰਨਦੇ ਰਹੇ, ਬੈਰੀ ਬਗਾਨਾ ਮੰਨਦੇ ਰਹੇ, ਉੱਚ ਨੀਚ ਮੰਨਦੇ ਰਹੇ, ਜਿਹੜੇ ਲੋਕ ਨਹੀਂ ਨਾ ਜਿਨ੍ਹਾਂ ਦਾ ਮਨ ਮੰਨਿਆ। ਰਿਕ ਪੂਜ ਘਟੀ ਸਭ ਪਾਪ ਘਟੀ। ਬਸ ਰਿਖੀ ਦੇ ਨਾਲ ਜੁੜੇ ਜਦ ਇਹਦੀ ਪੂਜਾ ਦੇ ਵਿੱਚ, ਇਹਦੀ ਪੂਜਾ 'ਚ ਲੱਗੇ, ਰਿਖੀ ਦੀ ਇਹਦੀ ਗੱਲ ਮੰਨਣ ਲੱਗੇ, ਯਾਨੀ ਤਨ ਮਨ ਇਹਨੂੰ ਅਰਪਿਆ ਜੇ ਉਹਨਾਂ ਨੇ, ਤਾਂ ਪੂਜ ਹੁੰਦਾ। ਤਨ ਮਨ ਅਰਪੂ ਪੂਛਣਾ। ਹਾਂ, ਜੇ ਇਹਦੇ ਲੜ ਲੱਗ ਗਿਆ ਉਹ ਆਦਮੀ, ਸਭ ਪਾਪ ਘਟੀ, ਫੇਰ ਉਹ ਘਟ, ਉਹ ਬਹੁਤ ਬੜੀ ਗੱਲ ਹੈ। ਬੈਰੀ ਬਗਾਨਾ ਮਿਟਾਉਣਾ ਬਹੁਤ ਵੱਡੀ ਗੱਲ ਹੈ। ਉਹ ਸੰਗਤ ਬਿਨਾ ਨਹੀਂ ਹਟ ਸਕਦਾ। ਤਨ ਮਨ ਅਰਪੂ ਪੂਛਣਾ ਬਿਨਾ ਨਹੀਂ ਹੋ ਜਾ ਸਕਦੀ। ਉਹ ਤਾਂ ਬਹੁਤ ਬੜੀ ਉਪਲਬਧੀ ਹੈ, ਉਹ ਤਾਂ ਬੜੀ ਪ੍ਰਾਪਤੀ ਹੈ। ਬੈਰੀ ਬਗਾਨਾ ਮਿਟ ਜਾਣਾ, ਬੈਰ ਵਿਰੋਧ ਜੀ ਦਾ ਨਹੀਂ ਨਾ ਮਿਟਿਆ, ਉਹਦਾ ਰਿਖੀ ਦੇ ਨਾਲ ਪੂਜ, ਇਹਦੇ ਬਚਨ ਮੰਨਣ ਨਾਲ, ਇਹਦੀ ਸੰਗਤ ਕਰਨ ਨਾਲ, ਇਹਨੂੰ ਸਮਰਪਣ ਕਰਨ ਨਾਲ ਛੁੱਟ ਗਿਆ। ਉਹ ਵੀ ਬੈਰ ਵਿਰੋਧ ਤੇ ਛੁੱਟ ਗਿਆ, ਉੱਪਰ ਉੱਠ ਗਿਆ। ਹਾਂਜੀ। ਇਤ ਬੰਦ ਪਤਾਉਣ ਬਿਠੋ ਮਿਰਗਹਾ। ਹੁਣ ਇੱਧਰ ਤਾਂ ਇਹ ਰਿਖੀ ਹੈ ਐਡਾ ਵੱਡਾ, ਉਧਰ ਉਹ ਬੰਧੂ ਬੈਠਾ ਤੀਰ ਕਮਾਉਣ ਲਈ। ਇਤ ਬੰਦ ਪਤਾਉਣ ਬਿਠੋ ਮਿਰਗਹਾ। ਹਾਂ, ਮਿਰਗ ਦਾ ਸ਼ਿਕਾਰੀ ਬੰਧੂ ਬੈਠਾ ਉਧਰ, ਇੱਧਰ ਇਹ ਬੈਠਾ। ਜਸ ਹੇਰਤ ਛੇਰਨ ਭੀਮ ਪਿੰਡਾ। ਉਹ ਐਸਾ ਸਰੂਪ ਹੈ ਉਹਦਾ ਉਸ ਵਕਤ, ਜਿਹਨੂੰ ਦੇਖ ਕੇ ਸ਼ਿਕਾਰੀ ਨੂੰ ਬੜੇ ਬੜੇ ਭੇੜੂ ਜਿਹੜੇ ਜਾਨਵਰ ਹੁੰਦੇ ਨੇ, ਉਹ ਜੰਗਲੀ ਝੋਟੇ ਹੁੰਦੇ ਨੇ ਨਾ, 12 ਸਿੰਘੇ ਹੁੰਦੇ ਨੇ, ਭਿੜਦੇ ਨੇ, ਆਦਮੀ ਨੂੰ ਵੀ ਪੈ ਜਾਂਦੇ ਨੇ, ਸ਼ੇਰ ਨੂੰ ਪੈ ਜਾਂਦੇ ਨੇ ਝੋਟੇ। ਕਹਿੰਦੇ ਉਹਨੂੰ ਦੇਖ ਕੇ ਹੀ ਭੱਜ ਜਾਂਦੇ ਨੇ, ਭੇਡਾਂ ਵਾਂਗੂ। ਜਿਵੇਂ ਭੇਡਾਂ ਭੱਜ ਜਾਂਦੀਆਂ ਨੇ ਨਾ, ਛਾਈ ਮਾਈ ਹੋ ਜਾਂਦੇ ਨੇ, ਝੁੰਡਾਂ ਦੇ ਝੁੰਡ, ਉਹਨੂੰ ਦੇਖ ਕੇ ਹੀ ਉਸ ਆਦਮੀ ਨੂੰ, ਸ਼ਿਕਾਰੀ ਨੂੰ, ਇਕੱਲੇ ਨੂੰ, ਤਾਂ ਇਕੱਲਾ ਉਹ ਜੰਗਲ 'ਚ ਬੈਠਾ। ਐਸ ਭਿਆਨਕ ਜੰਗਲ ਤੋਂ ਸ਼ੇਰ ਵੀ ਤਾਂ ਆ ਸਕਦਾ, ਸ਼ੇਰ ਨਹੀਂ ਆ ਸਕਦਾ। ਉਹਨੂੰ ਭੈ ਨਹੀਂ, ਤਾਂ ਹੀ ਬੈਠਾ ਉੱਥੇ ਜੰਗਲ 'ਚ। ਸੱਪ ਵੀ ਆ ਸਕਦਾ ਉੱਥੇ, ਜੰਗਲ ਹੈ ਬਈ ਉਹ। ਹਾਂਜੀ। ਤੇ ਜਾਨ ਰਖੀ ਨਹੀਂ ਸਾਸ ਸਸਿਓ। ਉਹਨੇ ਦੇਖਿਆ ਵੀ ਦੇਖੀ ਇਉਂ ਸੀਗਾ ਵੀ ਸਾਹ ਨਹੀਂ ਲੈ ਰਿਹਾ, ਉਹ ਤਾਂ ਇਉਂ ਬੈਠਾ ਸੀ ਸਮਾਧੀ 'ਚ, ਵੀ ਜਾਣੀ ਸਾਹ ਨਹੀਂ ਲੈ ਆ ਰਿਹਾ ਸੀ ਉਹਨੂੰ। ਰਿਸ਼ੀ ਸਾਹ ਲੈਂਦਾ ਆਦਮੀ ਹਿਲਦਾ ਨਾ ਥੋੜਾ ਜਿਹਾ, ਸਾਹ ਚੱਲਦਾ ਨਹੀਂ ਸੀ ਲੱਗਦਾ ਰਿਸ਼ੀ ਦਾ। ਐਸੀ ਸਮਾਧੀ ਲਿਵਲੀਨ ਹੋਇਆ ਬੈਠਾ ਸੀ। ਨਹੀਂ ਸ਼ਿਕਾਰੀ ਦਾ ਤੇ ਜਾਨ ਰਖੀ ਨਹੀਂ ਸਾਸ ਸਸਿਓ। ਹਾਂ,
ਐ ਸਮਝ ਲਓ ਰਿਸ਼ੀ ਇੰਨਾ ਲੈਵਲੀਨ ਸੀ, ਉਹਨੂੰ ਸਾਹ ਨਹੀਂ ਸੀ ਚੱਲਦਾ, ਪਤਾ ਲੱਗਦਾ ਕਿਸੇ ਨੂੰ ਕਿ ਸਾਹ ਵੀ ਚੱਲਦਾ। ਮ੍ਰਿਗ ਜਾਨ ਮੁਨੀ ਕੋ ਬਾਣ ਕਸਿਓ, ਉਹਨੇ ਮਿਰਗ ਸਮਝ ਲਿਆ ਵੀ ਮਿਰਗ, ਉਹਨੇ ਉਹਦਾ ਤੈਨੂੰ ਨਿਸ਼ਾਨਾ ਸਾਧ ਲਿਆ। ਹੁਣ ਉਹਨੂੰ ਦੀਦਾ ਨਹੀਂ ਹੈ। ਉਹ ਰਿਸ਼ੀ ਐਡਾ ਬੜਾ ਤਪਸਵੀ, ਉਹਨੂੰ ਮਿਰਗ ਤੇ ਜ਼ਿਆਦਾ ਕੁਝ ਨਹੀਂ ਦੀਦਾ। ਉਹਦੀ ਅਵਸਥਾ ਦੇਖ ਲਓ ਕੀ ਹੈ। ਉਹ ਮਹਾਕਾਲ ਦਾ ਅਵਤਾਰ ਹੈ। ਕਾਲ ਉਹਨੂੰ ਦੀਦਾ ਹੀ ਮਿਰਗ, ਕਾਲ ਹੈ, ਉਹਨੂੰ ਮਿਰਗੇ ਦਿਖੂਗਾ, ਹੋਰ ਕੀ ਦਿਖੂ। ਮਿਰਗ ਜਾਨ ਮੁਨੀ ਉਹਨੂੰ ਤਾਂ ਮਿਰਗ ਦਿਖਦਾ, ਉਹਨੂੰ ਮਿਰਗ ਤੇ ਜ਼ਿਆਦਾ ਨਹੀਂ ਕੋਈ ਦੀਦਾ। ਉਹਨੂੰ ਤਾਂ ਆਪਣਾ ਸ਼ਿਕਾਰ ਦੀਦਾ। ਕਾਲ ਨੂੰ ਤਾਂ ਸ਼ਿਕਾਰੇ ਦੇਖਣਾ, ਸ਼ਿਕਾਰੀ ਦਾ ਆਪਣਾ ਸ਼ਿਕਾਰ ਦੇਖਦਾ, ਉਹਨੂੰ ਸ਼ਿਕਾਰ ਹੀ ਦੀਦਾ ਮੁਨੀ। ਔਰ ਦੇਖ ਰਿਹਾ ਲੋਕਾਂ ਦੇ ਕੀ ਅਸਰ ਪੈ ਰਿਹਾ ਦੁਆਿਆਂ ਤੇ। ਉਹਦੀ ਦ੍ਰਿਸ਼ਟੀ ਔਰ ਆਮ ਆਦਮੀ ਦੀ ਦ੍ਰਿਸ਼ਟੀ 'ਚ ਕਿਉਂ ਫਰਕ ਹੈ? ਕੀ ਉਹ ਪਾਪੀ ਹੈ, ਅਪਰਾਧੀ ਹੈ? ਇਹਦਾ ਫੈਸਲਾ ਗਾਹਾਂ ਹੁਣ ਰਿਸ਼ੀ ਕਰੂਗਾ। ਉਹ ਕੌਣ ਹੈ? ਇਹ ਜਿਹੜੇ ਲੋਕ ਨੇ, ਹੁਣ ਪੰਡਤ ਨਹੀਂ ਇਹਦਾ ਫੈਸਲਾ ਕਰ ਸਕਦਾ, ਸੰਤ ਨਹੀਂ ਕਰ ਸਕਦੇ। ਦੱਤਾਤਰੇయ ਨੇ ਕੀ ਫੈਸਲਾ ਦਿੱਤਾ ਉਹਦੇ ਉੱਤੇ, ਉਹ ਦੇਖਣਾ ਆਪਾਂ ਨੇ। ਇਹ ਕਹਿਣਗੇ ਉਹ ਤਾਂ ਅਪਰਾਧੀ ਸੀ, ਉਹਨੂੰ ਤਾਂ ਦੀਦਾ ਸੀ। ਪਰ ਦੱਤ ਕੀ ਕਹਿੰਦਾ ਹੈ? ਉਹਦੀ ਗਵਾਹੀ ਦੱਤ ਦੀ ਦਿੱਤੀ ਹੈ ਦਸਮ ਪਾਤਸ਼ਾਹ ਨੂੰ। ਇੱਥੇ ਜਿਹਦੇ ਤੇ ਤੀਰ ਕਸਿਆ ਹੋਇਆ ਹੈ, ਉਹ ਇਹਨੂੰ ਕੀ ਮੰਨਦਾ ਹੈ? ਸਵਾਲ ਇਹ ਹੈ। ਉਹ ਅਵਸਥਾ ਦੀ ਗੱਲ ਹੈ ਨਾ ਆਪਸ ਵਿੱਚ। ਦੋ ਪਹਿਲਵਾਨਾਂ ਦਾ ਭੇੜ ਹੋ ਗਿਆ। ਉਹਦੀ ਆਪਣੀ ਸਮਾਧੀ ਹੈ, ਉਹਦੀ ਤਾੜੀ ਹੈ, ਇਹਦੀ ਸਮਾਧੀ ਹੈ, ਸੁਨ ਸਮਾਧ ਹੈ। ਤਾੜੀ ਔਰ ਸਮਾਧੀ ਦੀ ਗੱਲ ਹੈ। ਹੁਣ ਇੱਥੇ ਤਾੜੀ ਔਰ ਸਮਾਧੀ ਦਾ ਮੈਂ ਫਰਕ ਨਹੀਂ ਦੱਸ ਕੇ ਹਟਿਆ। ਕਿਉਂ ਦੱਸਿਆ ਸੀ? ਉਹ ਤਾੜੀ ਲਾਈ ਬੈਠਾ ਹੈ, ਉਹ ਕਿਹਦੇ ਨਾਲ ਜੁੜਿਆ ਹੋਇਆ? ਉਹ ਹੁਕਮ ਨਾਲ ਜੁੜਿਆ ਹੋਇਆ ਸਿੱਧਾ। ਉਹ ਕਾਲ ਦਾ ਅਵਤਾਰ ਹੈ। ਮਹਾਕਾਲ ਦਾ ਅਵਤਾਰ ਕਾਲ ਹੁੰਦਾ ਹੈ। ਕਾਲ ਜਿਹੜਾ ਹੈਗਾ, ਕਾਲ ਆਦਮੀ ਨੂੰ ਕਿਹਾ ਗਿਆ, ਜੀਵ ਨੂੰ ਇਹ ਕਿਹਾ ਗਿਆ, ਜੀਵ ਕਾਲ ਹੈ। ਉਹਦਾ ਮਹਾਕਾਲ ਹੈ ਨਾ। ਕਾਲ ਹੂੰ ਕੋ ਕਾਲ। ਜਿਹੜਾ ਜੀਵ ਇੱਕ ਦੇਖੋ ਨਾ, ਚੂਹੇ ਦਾ ਕਾਲ ਕੌਣ ਹੈ? ਬਿੱਲਾ। ਉਹਦਾ ਕਾਲ ਗਾਹਾਂ ਕੌਣ ਹੈ? ਉਹਦਾ ਹੁਕਮ। ਜੀਵ ਜੀਵਾਂ ਦਾ ਆਹਾਰ ਨੇ, ਜੀਵ ਜੀਵਾਂ ਦਾ ਕਾਲ ਨੇ। ਸਭ ਦਾ ਕਾਲ ਮਹਾਕਾਲ ਹੈ। ਜਿਹੜਾ ਸਭ ਦਾ ਕਾਲ ਹੈ ਉਹ ਮਹਾਕਾਲ ਹੈ। ਕਾਲ ਤਾਂ ਥੱਲੇ ਆ ਗਿਆ। ਕਾਲ ਤਾਂ ਇੱਕ ਦੂਏ ਦਾ ਬਣਦੇ ਨੇ ਸਾਰੇ। ਜੀਆਂ ਦਾ ਆਹਾਰ ਜੀ ਨੇ ਜਦ। ਹਾਂਜੀ। ਸਰ ਪੇਕ ਸਭੈ ਤੇ ਸਾਧ ਕਹੈ। ਜਦੋਂ ਉਹਨਾਂ ਨੇ ਸੰਦਾਂ ਨੇ ਦੇਖਿਆ, ਕਿਤੇ ਉਹਨਾਂ ਦੀ ਨਿਗਾਹ ਚਲੀ ਗਈ ਤੀਰ ਵਾਲੇ ਵੱਲ, ਕਿਸੇ ਨੇ ਦੇਖ ਲਿਆ, ਉਹਨਾਂ ਨੇ ਰੌਲਾ ਪਾਤਾ। ਉਹ ਇਹ ਮਿਰਗ ਨਹੀਂ ਹੈ, ਇਹ ਤਾਂ ਮੁਨੀ ਦੱਤ ਮੁਨੀ ਹੈ। ਮਿਰਗ ਹੋਏ ਨਰੇ ਮੁਨੀ ਰਾਜ ਇਹ ਹੈ। ਉਹ ਨਹੀਂ ਹੈ ਮਿਰਗ ਹੈ, ਮੁਨੀ ਰਾਜ ਹੈ, ਸਾਡਾ ਗੁਰੂ ਹੈ। ਉਹਨਾਂ ਨੇ ਰੌਲਾ ਪਾਇਆ ਤਾਂ ਉਹ ਧਿਆਨ ਹਟਿਆ। ਤਾੜੀ ਟੁੱਟੀ, ਉਹਦੀ ਤਾੜੀ ਤਾਂ ਟੁੱਟੀ ਰੌਲਾ ਪਾਏ ਤੇ। ਪਹਿਲਾਂ ਉਹਨੂੰ ਪਤਾ ਹੀ ਨਹੀਂ ਹੈ, ਇੰਨਾ ਲੈਵਲੀਨ ਸੀ ਇਹਨਾਂ ਦਾ ਰੌਲਾ। ਉਹਨੇ ਨਹੀਂ ਸੁਣਿਆ ਵੀ ਆ ਗਏ ਇੱਥੇ ਸਾਧੂ। ਜੇ ਆ ਗਏ ਸੁਣਿਆ ਹੁੰਦਾ ਤਾਂ ਮਿਰਗ ਕਿਉਂ ਸਮਝਦਾ? ਉਹਦੀ ਤਾੜੀ ਨਹੀਂ ਟੁੱਟੀ ਇਹਨਾਂ ਦੇ ਰੌਲੇ ਨਾਲ। ਉਹਨੂੰ ਨਹੀਂ ਪਤਾ ਕਦ ਆਏ ਨੇ, ਕਿ ਉਹ ਤਾਂ ਮਿਰਗ ਆਊਗਾ ਇੱਥੇ, ਆਦਮੀ ਆਊ ਨਹੀਂ। ਉਹ ਤਾਂ ਮਿਰਗ ਧਿਆਨ ਵੀ ਆਊ ਤਾਂ ਮਿਰਗ ਆਊ ਇੱਥੇ। ਰੋਜ਼ ਮਿਰਗੇ ਆਉਂਦੇ ਸੀ ਉੱਥੇ। ਨਰ ਬਾਣ ਸਰਾਸਨ ਪਾਣ ਤਜੇ। ਪਾਨ ਨਹੀਂ ਹੈਗਾ ਲਫ਼ਜ਼ ਹੈ। ਪਾ ਅਲੱਗ ਹੈ, ਨਾ ਅਲੱਗ ਹੈ। ਨਰ ਬਾਣ ਪਾਨ ਦਾ ਮਤਲਬ ਹੁੰਦਾ ਹੱਥ ਜਾਂ ਪੈਰ। ਪਾ ਨਾ ਤਜੇ ਅਰਥ ਠੀਕ ਕਰਦਾ ਹੈ, ਪਾਠ ਗਲਤ ਲਿਖਦਾ ਹੈ। ਅਰਥ ਠੀਕ ਕਰਦਾ, ਪਾਠ ਗਲਤ ਲਿਖਦਾ। ਨਰ ਬਾਣ ਸਰਾਸਨ ਪਾ ਨਾ ਤਜੇ। ਹਾਂ, ਪਾ ਨਾ ਤਜੇ। ਜੋ ਫੜੇ ਹੋਏ ਸੀ ਉਹਦੇ ਬਾਣ ਔਰ ਧਨਸ,
ਛੱਡੇ ਨਹੀਂ ਉਹਨੇ ਹੱਥ ਚੋਂ, ਉਹ ਵੀ ਰੱਖੇ, ਘਬਰਾਇਆ ਨਹੀਂ ਹੈ ਉਹ। ਹਾਂ, ਅਸ ਦੇਖ ਦ੍ਰਿੜੰ ਮੁਨ ਰਾਜ ਲਜੇ। ਐਸਾ ਦੇਖ ਕੇ ਮੁਨੀ ਦਾ ਸਮਾਧੀ ਖੁੱਲ ਗਈ, ਉਹ ਉੱਠ ਕੇ ਖੜਾ ਹੋ ਗਿਆ, ਮੁਨੀ ਰਾਜ ਲਜੇ। ਖੜਾ ਹੋ ਕੇ ਆ ਗਿਆ ਉਹ ਵੀ, ਇਹ ਆਦਮੀ ਨੇ ਇੰਨੇ ਇੱਥੇ ਆਏ ਹੋਏ ਭੀੜ, ਇੱਥੇ ਮਿਰਗ ਨੇ ਕਿੱਥੇ ਆਉਣਾ। ਉਹ ਨਿਕਲ ਕੇ ਉੱਥੋਂ ਬਾਹਰ ਆ ਗਿਆ, ਉਵੇਂ ਹੀ ਤੀਰ ਕਮਾਨ ਹੱਥ 'ਚ ਹੈ। ਉਹਦਾ ਦੇਖ ਕੇ ਵੀ ਇਹ ਘਬਰਾਇਆ ਨਹੀਂ। ਇਹ ਮੁਨੀ ਜਿਹੜਾ ਸੀਗਾ ਉਹਨੂੰ ਸ਼ਰਮ ਆਈ ਵੀ ਇਹਦੀ ਅਵਸਥਾ ਉਹੀ ਹੈ, ਘਬਰਾਹਟ ਕੋਈ ਨਹੀਂ ਵੀ ਮੇਰੇ ਤੇ ਕੀ ਗਲਤੀ ਹੋਣ ਲੱਗੀ ਸੀ, ਮੈਂ ਕਿਹਦੇ ਤੈਨੂੰ ਤੀਰ ਖਿੱਚਿਆ ਹੈ। ਇਹ ਸਾਧੂ ਹੈ, ਇਹ ਬੰਦਾ ਕੀ ਹੈ, ਇਹ ਬੰਦਾ ਤਾਂ ਹੈ ਨਹੀਂ, ਸਧਾਰਨ ਬੰਦਾ ਤਾਂ ਹੈ ਨਹੀਂ ਹੈ। ਸਧਾਰਨ ਆਦਮੀ ਤਾਂ ਉੱਦਾਂ ਹੀ ਹੋਸ਼ ਗੁੰਮ ਹੋ ਜਾਂਦੇ ਨੇ, ਕੀ ਹੋਣ ਲੱਗਿਆ ਸੀ ਮੇਰੇ ਤੇ। ਫਿਰ ਇੱਕ ਸਾਧੂ ਦੇ ਉੱਤੇ ਅਪਰਾਧ ਹੋਣ ਲੱਗਿਆ ਸੀ। ਮੁਨੀ ਰਾਜ ਨੂੰ ਸ਼ਰਮ ਆਈ ਵੀ ਇਹ ਕੀ, ਮੈਨੂੰ ਇਹ ਮਿਰਗ ਸਮਝ ਕੇ ਤੀਰ ਮਾਰਦਾ। ਇਹ ਬੰਦਾ ਨਹੀਂ ਹੈ, ਕੋਈ ਚੀਜ਼ ਹੈ, ਹੋਰ ਹੈ ਕੁਛ, ਕੋਈ ਕੌਤਕ ਹੈ, ਕੋਈ ਪਰਮੇਸ਼ਰ ਦੀ ਖੇਡ ਹੈ, ਕੌਤਕ ਹੈ। ਮੈਨੂੰ ਤਾਂ ਮਿਰਗ ਸਮਝਦਾ, ਮੈਂ ਆਪਣੇ ਆਪ ਨੂੰ ਕੀ ਸਮਝਦਾ, ਚੇਲੇ ਮੇਰੇ ਨਾਲ ਫੌਜ ਹੈ ਪੂਰੀ, ਇਹਨੂੰ ਮਿਰਗ ਦੀ ਨਾ, ਕਿਉਂ ਆਖਰ ਇਹਨੂੰ ਮੈਂ ਮਿਰਗ ਦਿਖਿਆ, ਇਹਨੂੰ ਆਪਣਾ ਸ਼ਿਕਾਰ ਦੀ ਨਾ, ਇਹ ਕੋਈ ਹੋਰ ਚੀਜ਼ ਹੈ, ਸਧਾਰਨ ਆਦਮੀ ਨਹੀਂ ਹੈ। ਹਾਂਜੀ, ਬਹੁਤੇ ਚਿਰ ਜੋ ਜਿਹ ਧਿਆਨ ਛੁਟਾ। ਉਹਦਾ ਧਿਆਨ ਕਾਫੀ ਦੇਰ ਬਾਅਦ ਛੁੱਟਿਆ ਨਾ, ਸ਼ਿਕਾਰੀ ਦਾ ਵੀ ਕਾਫੀ ਦੇਰ ਬਾਅਦ ਧਿਆਨ ਛੁੱਟਿਆ। ਉਹਨੇ ਕਹਾ ਵੀ ਸੱਚੀਓ ਆਦਮੀ, ਉਹਨੇ ਨੇੜੇ ਆ ਕੇ ਦੇਖਿਆ ਵੀ ਤਾਂ ਐਡੀ ਫੌਜ ਕਾਦ ਆ ਗਈ, ਕਿਹੜੇ ਵੇਲੇ ਆ ਗਈ, ਇਹ ਤਾਂ ਸੱਚੀਓ ਆਦਮੀ ਨੇ। ਉਹਦਾ ਵੀ ਧਿਆਨ ਛੁੱਟਿਆ ਸ਼ਿਕਾਰੀ ਦਾ, ਉਹ ਤਾਂ ਦਿਮਾਗ 'ਚ ਮਿਰ ਗਏ ਬਥਾਂ ਹੀ ਬੈਠਾ। ਉਹਨੇ ਕਿਹਾ ਸੱਚੀਓ ਆਦਮੀ ਨੇ, ਇਹ ਕੀ ਗੱਲ, ਇਹ ਇੱਥੇ ਕਿਵੇਂ ਆ ਗਈ। ਅਵਲੋਕ ਧਰੇ ਰਿਖਪਾਲ ਜਟਾ। ਜਦ ਉਹਨੇ ਦੇਖੇ ਵੀ ਜਟਾਂ ਵਾਲੇ ਕਿੰਨੇ ਰਿਸ਼ੀ ਨੇ, ਫੌਜ ਵੀ ਇਹ ਕਿੱਥੋਂ ਆ ਗਏ ਪੈਰਾਸ਼ੂਟ ਨਾਲ ਇੱਕਦਮ ਇੱਥੇ, ਉਹ ਆਪ ਹੈਰਾਨ ਹੈ ਵੀ ਅੱਗੇ ਨਾ ਪਿੱਛੇ, ਇਹ ਜੰਗਲ ਹੈ, ਇੱਥੇ ਬਿਆਬਾਨ ਹੈ, ਇਹ ਇੱਥੇ ਕੀ ਕਰਨਾ ਇਹਨੇ। ਕਸ ਆਵਤ ਹੋ ਡਰ ਡਾਰ ਅਬੈ। ਉਹ ਕਹਿੰਦਾ ਤੁਸੀਂ ਭਲੇ ਹੋ ਲੋਕੋ, ਕਸ ਆਵਤ ਹੋ, ਤੁਸੀਂ ਕਿਉਂ ਇੱਥੇ ਜੰਗਲ 'ਚ ਆ ਗਏ, ਇਹੋ ਜਿਹੇ ਖਤਰਨਾਕ ਜੰਗਲ 'ਚ, ਤੁਹਾਨੂੰ ਪਤਾ ਨਹੀਂ ਇੱਥੇ ਕਿੰਨਾ ਖਤਰਨਾਕ ਜੰਗਲ ਹੈ, ਤੁਹਾਨੂੰ ਭੈ ਨਹੀਂ ਲੱਗੀ, ਭੈ ਛੱਡ ਕੇ ਆ ਗਏ, ਇੱਥੇ ਤਾਂ ਸ਼ੇਰ ਆ ਸਕਦਾ, ਤੁਹਾਨੂੰ ਸਾਰਿਆਂ ਨੂੰ ਮਾਰ ਦੂ, ਕੀ ਕਰੋਗੇ ਤੁਸੀਂ ਉਹਨੂੰ। ਰਿਸ਼ੀ ਦੀ ਫੂਕ ਕੱਢਤੀ ਉਹਨੇ ਸਾਰੀ, ਡਰ ਡਾਰ ਵੀ ਇਹ ਕੱਲਾ ਹੈ। ਮੇਰੀ ਫੌਜ ਨੂੰ ਕਹਿੰਦਾ ਵੀ ਤੁਸੀਂ ਕਿਉਂ ਆਏ ਹੋ, ਆਪ ਕੱਲਾ ਖੜਾ ਇੱਥੇ, ਇਹਨੂੰ ਮੌਤ ਦਾ ਭੈ ਹੀ ਹੈ ਨਹੀਂ। ਹੁਣ ਬੈਲੈਂਸ ਕਰੋ ਗੱਲ ਨੂੰ, ਇਹਨੂੰ। ਕਸ ਆਵਤ ਹੋ ਡਰ ਡਾਰ ਅਬੈ। ਉਹ ਕਿੱਥੇ ਡਰ ਛੱਡਿਆ ਹੈ, ਘਰ ਭੁੱਲਿਆ ਤੁਸੀਂ, ਇੱਥੇ ਆ ਗਏ ਤੁਸੀਂ ਮੂੰਹ ਚੱਕ ਕੇ, ਤੁਹਾਨੂੰ ਪਤਾ ਜੰਗਲ ਕਿਹੋ ਜਿਹਾ। ਉਹਨੇ ਕਿਹਾ ਵੀ ਆਪ ਕੱਲਾ ਹੈ ਤੂੰ, ਅਸੀਂ ਇੰਨੇ ਆ, ਸਾਨੂੰ ਕਹਿੰਦਾ ਤੁਸੀਂ ਕਿਵੇਂ ਆ ਗਏ ਡਰ ਛੱਡ ਕੇ, ਤੇਰਾ ਡਰ ਕਿੱਥੇ ਗਿਆ, ਇਹਦਾ ਡਰ ਕਿੱਥੇ ਗਿਆ। ਆਪਣੇ ਅੰਦਰ ਪਾਇਆ ਅਵਸਥਾ ਉਹਦੀ ਨਿਰਭੈ, ਮੌਤ ਦੀ ਉਹਨੂੰ ਪਰਵਾਹ ਨਹੀਂ ਹੈ। ਇਹ ਅਵਸਥਾ ਸ਼ਿਕਾਰੀ ਦੀ ਹੁੰਦੀ ਹੈ। ਹਾਂ, ਗੱਲਾਂ ਮਾਰ ਲੈਂਦੇ ਨੇ, ਝਟਕਾ ਦੇਖ ਨਹੀਂ ਸਕਦੇ ਸੰਤ, ਬੇਹੋਸ਼ ਹੋ ਕੇ ਪੈਣਗੇ। ਕਰਨਾ ਦਾ ਕੀ ਹੈ, ਦੇਖ ਵੀ ਨਹੀਂ ਸਕਦੇ, ਜੇ ਖੜੇ ਹੋ ਕੇ ਦੇਖ ਲੈਣ ਤਾਂ ਕਹਿ ਦਿਓ, ਐਂ ਕਹਿੰਦੇ ਸਾਨੂੰ ਪਰੇ ਹੋ ਜਾਣ ਦਿਓ ਵੀ 2 ਮਿੰਟ, ਫਿਰ ਤੁਸੀਂ ਤਲਵਾਰ ਚਲਾ ਲਿਓ। ਅਸੀਂ ਦੇਖਿਆ ਉੱਥੇ ਜੇ ਚਲੇ ਜਾਂਦੇ ਤਾਂ ਉੱਥੇ ਜਾਂਦੇ ਨਹੀਂ ਸੀ, ਮਜ਼ਾਕ ਕਹਿੰਦਾ ਆਓ ਜੀ ਸੰਤ ਜੀ ਝਟਕਾ ਨਾ ਮਾਰਾ, ਤੁਸੀਂ ਉਹ ਦੇਖਿਓ, ਅਸੀਂ ਨਹੀਂ ਜਾਣਾ, ਨਹੀਂ ਉੱਥੇ ਦੇਖ ਨਹੀਂ ਸਕਦੇ ਲੋਕ, ਐਡੇ ਕਮਜ਼ੋਰ ਨੇ। ਇਹ ਫੌਜ ਹੈ, ਸਿਪਾਹੀ ਦੇ, ਸਿਪਾਹੀ ਭਾਈ ਦਾ ਜਿਹੜਾ ਹੁੰਦਾ ਨਾ, ਭਾਈ ਸਕਾ ਜਾਂ ਪਿਓ ਜਾਂ ਪੁੱਤ, ਉਹਦੀ ਲਾਸ਼ ਤੇ ਪੈਰ ਧਰ ਕੇ ਲੜਨਾ ਪੈਂਦਾ ਹੈ। ਉਹ ਹੈ ਸਿਪਾਹੀ, ਬਰਾਬਰ ਹੈ, ਮਰ ਗਿਆ
ਉਹਨੇ ਥੋੜ੍ਹੀ ਦੇਖਣਾ ਉਹਦੀ ਲਾਸ਼ ਹੈ, ਉਹਨੇ ਉਹਦੇ ਤੇ ਹੀ ਪੈਰ ਧਰ ਕੇ ਉੱਚਾ ਤੋਂ ਕਰਕੇ ਲੜਨਾ ਸ਼ੁਰੂ ਕਰ ਦੇਣਾ। ਉਹ ਹੈ ਸਿਪਾਹੀ, ਉਹ ਹੈ ਫੌਜੀ। ਇਹ ਫੌਜੀ ਨੇ ਖਾਲਸਾ ਕਾਲਪੁਰ ਕੀ ਫੌਜ ਹੈ ਇਹ, ਤੇ ਜਣਾ ਕਣਾ ਹੀ ਖਾਲਸਾ ਨਾਂ ਰੱਖ ਲੈਂਦਾ। ਕਿਤੇ ਮਜ਼ਾਕ ਹੈ ਖਾਲਸਾ ਬਣਨਾ, ਇਹਨਾਂ ਦਾ ਮਜ਼ਾਕ ਬਣਾਇਆ ਹੈ। ਹਾਂਜੀ, ਮੋਹ ਲਾਗਤ ਹੈ ਮਿਰਗ ਰੂਪ ਸਭੈ। ਉਹ ਮੈਨੂੰ ਤਾਂ ਸਾਰੇ ਹੀ ਤੁਸੀਂ ਮਿਰਗ ਦੀਨੇ ਹੋ। ਲੈ ਲਓ ਸਵਾਦ। ਸ਼ੇਰ ਇੱਕ ਹੋ ਗਿਆ, ਭਾਜੜ ਪੈ ਜੂ ਤੁਹਾਡੀ। ਇਹਦਾ ਮਤਲਬ ਇਹ ਸੀ ਇੱਥੋਂ ਸ਼ੇਰ ਨਿਕਲਿਆ, ਭਜਦਿਆਂ ਨੂੰ ਰਾਹ ਨਹੀਂ ਮਿਲਣਾ ਤੁਹਾਨੂੰ। ਮਿਰਗੇ ਭਜਦੇ ਹੁੰਦੇ ਨੇ, ਹਥਿਆਰ ਤੁਹਾਡੇ ਕੋਲ ਕਿਸੇ ਕੋਲ ਨਹੀਂ। ਫਿਰਦੇ ਹੋ ਤੁਸੀਂ ਜੰਗਲ 'ਚ। ਮੈਂ ਤਾਂ ਆਪਣਾ ਹਥਿਆਰ ਹੈ, ਮੈਂ ਮਰੂੰਗਾ, ਸ਼ੇਰ ਮਰੂ। ਸਮਝੇ? ਤੁਸੀਂ ਕਰੋਗੇ, ਭੱਜੋਗੇ। ਮੈਨੂੰ ਸਾਰੇ ਹੀ ਤੁਸੀਂ ਉਹ ਲੱਗਦੇ ਹੋ, ਮਿਰਗ ਲੱਗਦੇ ਹੋ। ਕੜਤੀ ਫੂਕ ਸੈਨਾ ਹੈ, ਇੱਕ ਦੋ ਆਦਮੀ ਨਹੀਂ, ਉਹ ਇਕੱਲਾ ਹੀ ਹੈ। ਹਾਂਜੀ, ਰਿਖਪਾਲ ਬਿਲੋਗ ਤਿਸੈ ਦ੍ਰਿੜਤਾ। ਜਦੋਂ ਉਹਦੀ ਦ੍ਰਿੜਤਾ ਦੇਖੀ ਵੀ ਬੋਲਦਾ ਕਿਵੇਂ ਹੈ, ਸਾਨੂੰ ਮਿਰਗੇ ਦੱਸਦਾ ਸਾਰਿਆਂ ਨੂੰ। ਇਹ ਤਾਂ ਉਹੀ ਹੈ ਜਿਹੜਾ ਮੈਂ ਸਮਝਦਾ ਸੀ। ਇਹ ਤਾਂ ਸਿੱਧਾ ਹੀ ਅਵਤਾਰ ਹੈ ਉਹਦਾ, ਕਾਲ ਦਾ ਹੀ। ਅਸਲ ਸ਼ਿਵ ਅਵਤਾਰ ਇਹ ਹੈ। ਮੈਂ ਨਹੀਂ ਅਜੇ ਹੈਗਾ ਸ਼ਿਵ ਅਵਤਾਰ। ਉਹ ਅਵਸਥਾ ਮੇਰੀ ਨਿਰਭੈ ਅਵਸਥਾ ਨਹੀਂ ਹੈ ਜਿਹੜੀ ਇਹਦੀ ਹੈ। ਕਾਲ ਇਹਨੇ ਜਿੱਤਿਆ, ਮੈਂ ਨਹੀਂ ਜਿੱਤਿਆ। ਜੋ ਕਾਲ ਇਹਨੇ ਜਿੱਤਿਆ ਹੈ, ਕਹਿ ਦੋ ਕਾਲ ਤੋਂ ਜਿਹੜਾ ਭੈ ਹੈ ਜਿੱਤਿਆ ਹੋਇਆ ਉਹਦਾ ਕਾਲ। ਕਾਲ ਪੁਰਖ ਕਾ ਮਰਦਾ ਮਾਨ। ਕਾਲ ਪੁਰਖ ਦਾ ਮਾਣ ਇਹਨੇ ਮਾਰ ਦਿੱਤਾ। ਮੈਂ ਤੇ ਨਹੀਂ ਅਜੇ ਮਰਿਆ, ਅਪੈ ਪਾ ਦੇ ਦੇਖੋ। ਹਾਂਜੀ, ਗੁਰਮਾਨ ਕਰੀ ਬਹੁਤ ਹੈ ਉਪਮਾ। ਉਹਨੂੰ ਆਪਣਾ ਗੁਰਦੇਵ ਮੰਨ ਕੇ ਉਹਦੀ ਬੜੀ ਵਡਿਆਈ ਕੀਤੀ ਉਹਨੇ। ਹੁਣ ਉਹਦਾ ਉਹਦੀ ਉਪਮਾ ਕਰਦਾ ਸ਼ਿਕਾਰੀ ਦੀ। ਔਰ ਉਹ ਉਹਨਾਂ ਨੂੰ ਮਿਰਗ ਕਹਿੰਦਾ, ਤੁਸੀਂ ਸਾਰੇ ਮਿਰਗੋ। ਉਹਨੇ ਕਿਹਾ ਵਾਕਈ ਠੀਕ ਕਹਿੰਦਾ। ਅਸੀਂ ਜੰਗਲ 'ਚ ਆ ਗਏ ਬਿਨਾਂ ਹਥਿਆਰ ਤੇ। ਜੇ ਸ਼ੇਰ ਨਿਕਲੇ ਆਏ ਦੋ ਚਾਰ, ਇੱਕ ਵੀ ਨਿਕਲਿਆ ਭੱਜਾਂਗੇ। ਫਿਰ ਗੱਲ ਤਾਂ ਠੀਕ ਕਹਿੰਦਾ। ਅਸੀਂ ਕਿਵੇਂ ਮੁਕਾਬਲਾ ਕਰਾਂਗੇ ਬਿਨਾਂ ਉਹਦੇ? ਨਹੀਂ ਸੀ ਸਾਨੂੰ ਆਉਣਾ ਚਾਹੀਦਾ ਇੱਦਾਂ। ਇਹ ਗੱਲ ਦਾ ਨੁਕਤਾ ਹੈ। ਸ਼ਸਤਰਹੀਨ ਛਤਰੀ ਭੇਡ ਕੀ ਨਿਆਈ, ਦਸਮ ਪਾਤਸ਼ਾਹ ਨੇ ਲਿਖਿਆ। ਉਹ ਭੇਡਾਂ ਹੀ ਹੋ ਤੁਸੀਂ। ਉਹਨੇ ਮਿਰਗ ਕਹਿਤਾ, ਭੇਡ ਉਹਨਾਂ ਨੇ ਭੇਡ ਕਹਿਤਾ। ਗੱਲ ਤਾਂ ਇੱਕੋ ਹੀ ਹੈ। ਦਸਮ ਪਾਤਸ਼ਾਹ ਕਹਿੰਦੇ ਸ਼ਸਤਰਹੀਨ ਛਤਰੀ। ਛਤਰੀ ਹੈ ਜੇ ਸ਼ਸਤਰ ਤੇ ਹੀਨ ਹੈ ਤੇ ਭੇਡ ਕੀ ਨਹੀਂ। ਇਹ ਛਤਰੀ ਨੇ ਸਾਰੇ ਹੀ, ਕਿਉਂ ਸ਼ਿਵ ਜੀ ਛਤਰੀ ਹੈ, ਤਰਸੂਲ ਰੱਖਦਾ ਨਾਲ। ਤਰਸੂਲ ਸ਼ਾਇਦ ਜਦ ਤੋਂ ਬਾਅਦ ਰੱਖਣ ਲੱਗੇ ਨੇ। ਇਹ ਹਥਿਆਰ ਵੀ ਚਾਹੀਦਾ ਜੰਗਲ 'ਚ ਰਹਿਣ ਵਾਸਤੇ। ਹੱਥ ਖਾਲੀ ਨਹੀਂ ਚਾਹੀਦਾ। ਪਹਿਲਾਂ ਤਰਸੂਲ ਨਹੀਂ ਹੈ ਉੱਥੇ ਕਿਸੇ ਕੋਲ, ਕਿਤੇ ਨਹੀਂ ਆਇਆ ਤਰਸੂਲ। ਪਿੱਛੇ ਤਰਸੂਲ ਆਈ ਹੋਈ ਨਹੀਂ, ਆਇਆ ਹੋਇਆ। ਆਹ ਤਰਸੂਲ ਇੱਥੋਂ ਆਇਆ ਉਪਦੇਸ਼ ਦੇਣ ਲੈਣ ਤੋਂ ਬਾਅਦ ਸ਼ਿਕਾਰੀ ਤੋਂ। ਉਹਨੂੰ ਮੰਨਿਆ ਗੁਰਦੇਵ। ਇਹ ਹਥਿਆਰ ਦੇ ਬਿਨਾਂ ਤੁਸੀਂ ਤੁਰੇ ਫਿਰਦੇ ਹੋ, ਭੇਡਾਂ ਵਾਂ ਭੱਜੋਗੇ। ਸ਼ਿਵ ਸੈਨਾ ਕੋਲ ਤਰਸੂਲ ਇੱਥੋਂ ਬਾਅਦ ਆਇਆ। ਦੱਤਾਤਰੇय ਨੇ ਤਰਸੂਲ ਲਏ, ਫਿਰ ਸਾਰਿਆਂ ਨੂੰ ਫੜਾਏ। ਸ਼ਾਸਤਰ ਰੱਖੋ ਤਾਂ ਉਹਨੂੰ ਗੁਰਦੇਵ ਮੰਨੇ। ਠੀਕ ਕਹਿੰਦਾ। ਜੇ ਜੰਗਲਾਂ 'ਚ ਅਸੀਂ ਰਹਿਣਾ ਹੈ, ਹਥਿਆਰ ਚਾਹੀਦੇ ਨੇ ਜ਼ਰੂਰ, ਲੋੜ ਹੈ ਇਸ ਗੱਲ ਦੀ। ਇਹ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਸਾਨੂੰ ਅੱਜ ਤੱਕ। ਨਵੀਂ ਗੱਲ ਦੱਸੀ ਉਹਨੇ, ਗੁਰ ਦਿੱਤਾ। ਹਾਂਜੀ, ਮ੍ਰਿਗ ਸੋ ਕਿੰਨੇ ਐਂਗਲ ਨੇ? 18 ਨੰਬਰ ਹੈ। ਕਾਏ ਐਂਗਲ ਆ ਗਏ ਸਮਝੇ ਨਹੀਂ? ਕਿਉਂ ਕਹਿੰਦਾ ਮਿਰਗ ਲੱਗਦੇ ਹੋ? ਹਾਂਜੀ, ਮ੍ਰਿਗ ਸੋ ਜਹ ਕੋ ਚਿਤ ਐਸ ਲੱਗਿਓ, ਪਰਮੇਸ਼ਰ ਕੇ ਰਸ ਜਾਣ ਪਗਿਓ। ਜਿਵੇਂ ਇਹਨੂੰ ਮਿਰਗੇ ਦੀ ਨੇ ਅਸੀਂ, ਹੋਰ ਕੋਈ ਦੀਦਾ ਹੀ ਨਹੀਂ। ਇਹਦੇ ਦਿਮਾਗ 'ਚ, ਇਹਦੀ ਤਾੜੀ 'ਚ ਮਿਰਗ ਸੀ
ਧਿਆਨ 'ਚ ਜਦ ਬੈਠਾ ਸੀ, ਇਹ ਮਿਰਗ ਪਰੇ ਨਹੀਂ ਹੋਇਆ, ਜੋ ਵੀ ਆਇਆ ਇਹਨੂੰ ਮਿਰਗ ਹੀ ਲੱਗਿਆ। ਜੇ ਪਰਮੇਸ਼ਰ ਕਿਸੇ ਦੇ ਜ਼ਿਹਨ ਦੇ ਵਿੱਚ ਧਿਆਨ 'ਚ ਐਂ ਟਿਕ ਜਵੇ, ਉਹਨੂੰ ਹਰ ਕਿਸੇ ਦੇ ਵਿੱਚ ਪਰਮੇਸ਼ਰ ਹੀ ਲੱਗੂ। ਪਰਮੇਸ਼ਰ ਕੇ ਰਸ ਜਾਣ ਪਗਿਓ, ਘੱਟ ਘੱਟ ਵੇ ਹਰ ਜੂ ਬਸ ਹੀ ਲੱਗੂਗਾ ਉਹਨੂੰ। ਜਿਹਦੇ ਦਿਮਾਗ ਦੇ ਵਿੱਚ ਹਰ ਬਸ ਜਵੇ, ਉਹਨੂੰ ਘੱਟ ਘੱਟ 'ਚ ਹਰੇ ਲੱਗੂਗਾ। ਆਹ ਕਹਿ ਰਿਹਾ, ਇਹ ਨਹੀਂ ਕੱਢ ਰਿਹਾ ਰਿਜ਼ਲਟ, ਗੁਰਬਾਣੀ ਵਾਲੇ ਨਹੀਂ ਕੱਢ ਰਿਹਾ। ਇਹਨੂੰ ਵਿਚਾਰੇ ਨੂੰ ਕੀ ਪਤਾ ਹੈ, ਨਾਰਾਇਣ ਸਿੰਘ ਮਜੰਗਾ, ਨਾਰਾਇਣ ਸਿੰਘ ਨੂੰ ਕੀ ਪਤਾ ਹੈ, ਉਹ ਤਾਂ ਬਾਹਮਣ ਹੈ। ਉਹ ਕਹਿੰਦਾ ਜਿਵੇਂ ਇਹਨੂੰ ਮਿਰਗੇ ਦਿਖੇ ਹਾਂ ਅਸੀਂ, ਕਿ ਮਿਰਗ ਵਾਸਤੇ ਬੈਠਾ ਸੀ, ਇਹਨੂੰ ਦੇਣ 'ਚ ਮਿਰਗ। ਜੇ ਕੋਈ ਹਰਦੇ ਨਾਲ ਜੁੜ ਜਵੇ ਇੱਦਾਂ ਧਿਆਨ, ਤਾਂ ਉਹਨੂੰ ਸਭ ਕੁਝ ਹਰੇ ਹਰ ਲੱਗੂਗਾ। ਹਰ ਵੇਰ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਤਰੀ, ਹਰ ਵੇਰਾ ਬਲਣਾ ਦੇਖੋ ਕੋਈ। ਇਸ ਕਰਕੇ ਨੂੰ ਸਾਰੇ ਮਿਰਗ ਹੀ ਦੀਨੇ ਅਸੀਂ, ਇਹ ਕੁਝ ਦੇਖਦਾ ਹੀ ਨਹੀਂ ਮਿਰਗ ਤੇ ਬਿਨਾਂ, ਹੋਰ ਦੀਦਾ ਹੀ ਨਹੀਂ ਇਹਨੂੰ ਮਿਰਗ ਤੇ ਬਿਨਾਂ, ਸਾਰੇ ਮਿਰਗੇ ਲੱਗਦੇ। ਠੀਕ ਹੈ, ਅਸੀਂ ਮਿਰਗੇ ਹਾਂ। ਉੱਥੇ ਮਿਲਦੀਆਂ ਨੇ ਗੱਲਾਂ ਜਾ ਕੇ। ਜੇ ਨਹੀਂ ਮਿਲਾ ਸਕਦੇ ਤਾਂ ਤੁਹਾਨੂੰ ਊਟ ਪਟਾਂਗ ਲੱਗੂ। ਇਹਦੀ ਕੀ ਲੋੜ ਤੀ ਸ਼ਿਕਾਰੀ ਵਾਲੀ ਗੱਲ ਕਰਨ ਦੀ? ਇੱਥੇ ਕੀ ਇਹ ਚੋਂ ਭਲਾ ਤੁਹਾਨੂੰ ਮਿਲੂਗਾ ਬਈ ਇੱਕ ਸ਼ਿਕਾਰੀ ਅਪਰਾਧੀ ਹੈ, ਕੀ ਇਹ ਚੋਂ ਗਿਆਨ ਲੈਣ ਦੀ ਕੀ ਲੋੜ ਤੀ? ਕਥਾ ਲਿਖਣ ਦੀ ਐਂ ਕਹਿ ਦੇਣਗੇ ਉਹ। ਮਿਲੂ ਤਾਂ ਤੇਲਾਂ ਚੋਂ ਤੇਲ ਐਂ ਥੋੜ੍ਹੀ ਨਿਕਲਦਾ, ਕੋਲੂ ਚਾਹੀਦਾ। ਹੱਥਾਂ ਨਾਲ ਮਲ ਕੇ ਨਹੀਂ ਤੇਲਾਂ ਚੋਂ ਤੇਲ ਨਿਕਲਦਾ। ਬਈ ਹੱਥਾਂ ਨਾਲ ਮਲ ਲਾਂਗੇ ਨਾ, ਘੁੱਟ ਕੇ ਵੀ ਤੇਲ ਥੱਲੇ ਆ ਜਾਊਗਾ, ਇਹਦਾ ਨਹੀਂ ਹੁੰਦਾ। ਉਹਦੇ ਕੋਲੂ ਚਾਹੀਦਾ। ਤਕੜੇ ਜਵਾੜੇ ਤਕੜੇ ਚਾਹੀਦੇ ਨੇ ਹੱਥ, ਉਹ ਵੀ ਹੱਥੇ ਨੇ, ਕੋਲੂ ਵੀ ਦੋ ਪਾਸੇ ਨੇ। ਮਜ਼ਬੂਤ ਨੇ ਤਾਂ ਤੇਲ ਆ ਜਾਊਗਾ। ਚਿੱਤਰ ਮਨ ਮਜ਼ਬੂਤ ਨੇ, ਸਭ ਕੁਝ ਮਿਲ ਜਾਊਗਾ। ਇੱਥੋਂ ਮਜ਼ਬੂਤੀ ਉਹ ਹੈ ਨਹੀਂ, ਮਿਲਣਾ ਸੋ ਹੈ। ਉਹਦਾ ਮਨ ਮਜ਼ਬੂਤ ਹੈ ਸ਼ਿਕਾਰੀ ਦਾ, ਜਿਹਦਾ ਮਨ ਹੈ ਮਜ਼ਬੂਤ, ਇਹਨੂੰ ਮਿਲਣਾ ਕੀ ਹੈ? ਜਿਹੋ ਜਿਹੀ ਮਜ਼ਬੂਤ ਹੈ ਉਹ ਜਿਹਾ ਮਿਲ ਜਾਊਗਾ। ਉਹ ਬਿਨਾਂ ਦੰਦ ਜਾਣੇ ਦੇ ਤਾਂ ਰੋਟੀ ਨਹੀਂ ਪਾਈ ਚੱਬ ਹੁੰਦੀ। ਹੁਣ ਲੋਹੇ ਦੇ ਚਣੇ ਦਾ ਕੌਣ ਚੱਬੂਗਾ? ਬਿਨ ਦੰਦ ਤਾਂ ਕਿਉਂ ਖਾਈਏ ਸਾਰ, ਮੈਨ ਕੇ ਦੰਤ ਕੋ ਖਾਈਏ ਸਾਰ, ਮੈਣ ਕੇ ਦੰਤ ਕਿਉਂ ਖਾਈਏ ਸਾਰ? ਕਿਵੇਂ ਖਾ ਲੈਣਗੇ? ਇਹ ਤਾਂ ਮੋਮ ਦਾ ਸਰੀਰ ਹੈ ਇਹਨਾਂ ਦਾ। ਹਾਂਜੀ, ਮੁਨ ਕੋ ਤਬ ਪ੍ਰੇਮ ਪ੍ਰਸੀਜ ਹੀ ਆ। ਮੁਨੀ ਦਾ ਪ੍ਰੇਮ ਨਾਲ ਜਿਹੜਾ ਹਿਰਦਾ ਸੀ ਭਰ ਗਿਆ। ਕੈਸੀ ਸਿੱਖਿਆ ਦਿੱਤੀ ਹੈ ਸਾਨੂੰ, ਕੈਸਾ ਉਹ ਭੁੱਲ ਗਿਆ ਗੱਲ। ਕੈਸਾ ਆਦਮੀ ਹੈ, ਇਹਨੂੰ ਲੱਤਾ ਵੀ ਅਫਸੋਸ ਨਹੀਂ ਵੀ ਤੇ ਕੀ ਹੋਣ ਲੱਗਿਆ ਸੀ। ਇਹਦੀ ਅਵਸਥਾ ਉੱਚੀ ਹੈ ਭਾਈ। ਮੇਰਾ ਕਪਾੜ ਖੋਲਤਾ ਇਹਨੇ, ਮੈਂ ਨਹੀਂ ਫੌਜ ਲਈ ਫਿਰਦਾ, ਮੇਰੇ 10 ਚੇਲੇ ਹੀ ਮਾਰ ਦੇਵੇ ਕੋਈ ਜਾਨਵਰ। ਭਾਈ ਕੋਈ ਸੱਪ ਨਿਕਲਿਆ ਆਵੇ, ਅਸੀਂ ਤਾਂ ਸੱਪ ਨਹੀਂ ਮਾਰ ਸਕਦੇ, ਕਾਹਦੇ ਨਾਲ ਮਾਰਾਂਗੇ? ਉਹ ਵੀ ਡੰਡਾ ਚਾਹੀਦਾ, ਹੱਥ ਨਾਲ ਥੋੜ੍ਹੀ ਬੜੂਗਾ ਸੱਪ ਨੂੰ। ਕਈ ਸੱਪ ਮਗਰ ਪੈ ਜਾਂਦੇ ਨੇ ਆਦਮੀ ਦੇ। ਸਿਆਣੇ ਵੀ ਕਹਿੰਦੇ ਸੀ ਨਾ ਵੀ ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ। ਉਹਨਾਂ ਦਾ ਪਤੰਦਰ ਜੁੱਤੀ ਪਾਉਂਦੇ ਸੀ, ਇਹ ਜੋਗੀ ਨੰਗੇ ਪੈਰੀ ਰਹਿੰਦੇ ਸੀ, ਨਾ ਸੋਟੀ ਰੱਖਦੇ ਸੀ, ਰਾਤ ਬਰਾਤ ਤੁਰਦੇ ਸੀ। ਸਿਆਣਿਆਂ ਨੇ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਭਾਈ ਇਹ ਤੁਰਨਾ ਨਹੀਂ ਚਾਹੀਦਾ, ਖਤਰੇ ਵਾਲੀ ਗੱਲ ਹੈ। ਹਾਂਜੀ, ਗੁਰ ਠਾਰ ਸਮੋ ਮਿਰਗ ਨਾਸ ਕੀਆ। ਮਿਰਗ ਨਾਸ ਕਹਿੰਦੇ ਨੇ ਮਿਰਗ ਦਾ ਸ਼ਿਕਾਰੀ, ਮਿਰਗਾਂ ਨੂੰ ਨਾਸ ਕਰਨ ਵਾਲਾ। ਮਿਰਗ ਠਾਰ ਸਮੋ ਅਸਲ ਦੇ ਵਿੱਚ ਮਿਰਗ ਨਾਸ ਹੈ, ਮਨ ਦਾ ਨਾਸ ਕਰਨ ਵਾਲਾ ਹੈ। ਮਨ ਮਤ ਦਾ ਨਾਸ ਕੀਤਾ ਇਹਨੇ। ਉਹਨੇ ਆਪਣਾ ਮਨ ਨਾਸ ਕੀਤਾ ਹੋਇਆ। ਜਿਹਨੇ ਆਪਣਾ ਮਨ ਮਾਰਿਆ ਹੋਇਆ ਉਹ ਮਿਰਗ ਨੂੰ ਮਾਰ ਸਕਦਾ ਹੈ। ਆਪਣਾ ਮਨ ਮਾਰਿਆ ਹੋਇਆ ਮਿਰਗ ਦਾ ਸ਼ਿਕਾਰੀ ਤਾਂ ਹੈ। ਮਿਰਗ ਆਪਣਾ ਮਨ ਹੈ, ਆਪਣਾ ਮਨ ਜਿੱਤਿਆ ਉਹਨੇ ਮਾਰਿਆ ਹੋਇਆ। ਮਨ ਮਾਰੇ ਬਿਨਾਂ ਉੱਥੇ ਜਾ ਸਕਦਾ ਸੀ ਕਿਤੇ? ਮਿਰਗ ਨਾਸ ਦੇ ਦੋ ਅਰਥ ਨੇ। ਮਿਰਗ ਠਾਰ ਸਮੋ ਮਿਰਗ ਨਾਸ ਕੀਆ।
ਹਾਂ, ਉਹਨੇ ਕਿਹਾ ਵੀ ਇਹ ਬਿਲਕੁਲ ਗੁਰਦੇਵ ਮੰਨਣ ਦੇ ਕਾਬਿਲ ਹੈ। ਉਹਨੇ ਮੰਨ ਲਿਆ ਵੀ ਹਾਂ ਵਾਕਈ ਮੈਨੂੰ ਅਕਲ ਦਵੇ ਉਹੀ ਗੁਰਦੇਵ ਹੁੰਦਾ। ਇੱਕ ਗੁਣ ਦੇਤਾ, ਇੱਕ ਦੇਤਾ, ਚਾਹੇ ਤੇਰੇ ਚ ਕਮੀ ਸੀ ਉਹ ਦੱਸਤੀ ਤੇ ਤੇਰੀ ਇੱਥੇ ਕਮੀ ਹੈ। ਹਾਂਜੀ, ਮਨਮੋ ਤਬ ਦਤ ਵਿਚਾਰ ਕੀਆ, ਮਨਮੋ ਤਬ ਦਤ ਵਿਚਾਰ ਕੀਆ। ਮਨ ਦੇ ਵਿੱਚ ਦਤ ਨੇ ਇਹ ਵਿਚਾਰ ਕੀਤਾ। ਗੁਣ ਮਿਰਗਹਾ ਕੇ ਚਿਤ ਬੀਜ ਲਿਆ, ਇਹਦੇ 'ਚ ਜਿਹੜਾ ਗੁਣ ਹੈ, ਸ਼ਿਕਾਰੀ ਸ਼ਿਕਾਰੀ ਦਾ ਜਿਹੜਾ ਗੁਣ ਹੈ, ਮਿਰਗਹਾ, ਇਹ ਗੁਣ ਧਾਰਨ ਕਰਨ ਯੋਗ ਹੈ। ਇਹ ਗੁਣ ਹੈ ਇਹਦਾ ਕਿ ਜਿਹੜੀ ਇਹਦੀ ਦ੍ਰਿਸ਼ਟੀ ਹੈ ਇਹੋ ਜਿਹੀ ਦ੍ਰਿਸ਼ਟੀ ਧਾਰਨ ਕਰਨੀ ਚਾਹੀਦੀ। ਇਹ ਗੁਣ ਹੈ ਇਹਦੇ 'ਚ। ਹਾਂ, ਹਰ ਸੋਹਿਤ ਜੋ ਇਹ ਭਾਂਤ ਕਰੈ, ਜੇ ਹਰ ਨੂੰ ਕੋਈ ਵਿਸਾਲਵੇ ਮਨ 'ਚ, ਹਰ ਸੋਹਿਤ ਜੋ ਇਹ ਭਾਂਤ ਕਰੈ, ਜੇ ਹਰ ਨਾਲ ਕੋਈ ਇਹੋ ਜਿਹਾ ਸੰਬੰਧ ਜੋੜ ਲਵੇ ਜਿਵੇਂ ਇਹਨੇ ਮਿਰਗ ਨਾਲ ਜੋੜਿਆ ਹੋਇਆ, ਫਿਰ ਉਹਨੂੰ ਸਾਰਿਆਂ 'ਚ ਹਰੇ ਦੀਂਦਾ, ਸਾਰੇ ਹਰ ਦਾ ਰੂਪ ਹੀ ਦੀਂਦੇ ਨੇ। ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਨਹੀਂ ਆਇਆ। ਗੁਰੂ ਅਮਰਦਾਸ ਕਹਿੰਦੇ ਨੇ ਹਰ ਦਾ ਦਰਸ਼ਨ ਕਰਨਾ। ਕਿਸੇ ਨੂੰ ਕਹਿੰਦੇ ਵੀ ਹਰ ਦਾ ਦਰਸ਼ਨ ਕਰਨਾ ਸੱਚੀ ਮੁੱਚੀ ਅੱਖਾਂ ਨਾਲੇ, ਕਹਿੰਦੇ ਹਾਂ ਹਰ ਦਾ ਦਰਸ਼ਨ ਕਰਨਾ। ਉਹਨਾਂ ਨੇ ਉਹ ਫੋਟੋ ਬਣਾਈ ਹੋਈ ਹੈ, ਕ੍ਰਿਸ਼ਨ ਦੀ ਮੂਰਤੀ ਬਣਾਈ ਹੋਈ ਹੈ, ਕਹਿੰਦੇ ਇਹ ਤਾਂ ਮੂਰਤੀ ਹੈ। ਜੇ ਹਰ ਦਾ ਦਰਸ਼ਨ ਅੱਖਾਂ ਨਾਲ ਕਰਨਾ, ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ, ਜਿੰਨਾ ਵੀ ਸੰਸਾਰ ਹੈ ਸਾਰਾ ਵਿਸ਼ਵ 84 ਲੱਖ ਜੂਨ ਹੈ, ਹਰ ਕਾ ਰੂਪ ਹੈ। ਹਰ ਨਹੀਂ ਹੈ, ਹਲਕਾ ਰੂਪ ਦਾ ਹੀ ਦਰਸ਼ਨ ਹੋਣਾ ਅੱਖ ਨਾਲ, ਹਰ ਦਾ ਤਾਂ ਹੋਣਾ ਹੀ ਨਹੀਂ। ਗੱਲ ਫੇਰ ਵੜ ਰੱਖ ਲਿਆ, ਹਰ ਨਹੀਂ ਹੈ, ਹਰ ਕਾ ਰੂਪ ਹੈ। ਇਹਦੇ 'ਚ ਜੋਤ ਹੈ, ਹਰ ਦੀ ਹਰ ਨਹੀਂ ਹੈ। ਇਹਦੇ 'ਚ ਸਰੀਰ 'ਚ ਹਰ ਕਿੱਥੇ ਹੈ? ਹਰ ਤਾਂ ਅੰਦਰ ਹਿਰਦੇ 'ਚ ਹੈ। ਹਰ ਹਿਰਦੇ 'ਚ ਹੈ, ਉਹਦੀ ਜੋਤ ਸਰੀਰ 'ਚ ਹੈ। ਹਰ ਕਾ ਰੂਪ ਹੈ, ਹਰ ਕੀ ਜੋਤ। ਸੂਰਜ ਦਾ ਰੂਪ ਧੁੱਪ ਹੈ। ਇੱਥੋਂ ਬੈਠਿਆਂ ਨੂੰ ਸਾਨੂੰ ਧੁੱਪ ਦਿੰਦੀ ਹੈ, ਬਾਹਰ ਸੂਰਜ ਨਹੀਂ ਦਿੰਦਾ। ਬਸ ਏਦਾਂ ਹੀ ਹੈ, ਧੁੱਪ 'ਚ ਬੈਠਾਂਗੇ ਤਾਂ ਸੂਰਜ ਦਿਖੂਗਾ। ਅਸੀਂ ਉਹਦੀ ਦੂਏ ਦੀ ਧੁੱਪ 'ਚ ਨਹੀਂ ਬੈਠ ਸਕਦੇ, ਦੂਏ ਦੀ ਜੋਤ ਵਿੱਚ ਅਸੀਂ ਪ੍ਰਵੇਸ਼ ਨਹੀਂ ਕਰ ਸਕਦੇ। ਦੂਏ ਦੀ ਜੋਤ ਵਿੱਚ ਦੂਈ ਜੋਤ ਨਹੀਂ ਰਲ ਸਕਦੀ। ਇੱਕ ਜੋਤ ਦੂਈ ਜੋਤ 'ਚ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਕਰਕੇ ਆਪਣੇ ਅੰਦਰੋਂ ਹੀ ਆਪਣਾ ਆਪ ਦੇਖਣਾ। ਹਾਂ, ਉਹਦਾ ਹਰ ਕਾ ਰੂਪ ਦੇਖ ਸਕਦੇ ਹੋ। ਹਰ ਕਾ ਰੂਪ ਤਾਂ ਸਾਰਿਆਂ ਦੇ ਵਿੱਚ ਹੈ। ਤਿਸ ਦੇ ਚਾਨਣ ਸਭ ਹੈ, ਚਾਨਣ ਹੈ ਜਿਹੜਾ ਉਹਦੀ ਜੋਤ ਹੈ, ਰੂਪ ਹੈ ਉਹਦਾ। ਜੋ ਬੁੱਧੀ ਦਾ ਲੈਵਲ ਹੈ, ਜੋ ਮਨ ਹੈ, ਉਹਦਾ ਰੂਪ ਹੈ। ਨਿਰਮਲਾ ਹੈ, ਮਲੀਨ ਹੈ, ਉਹ ਅਲੱਗ ਗੱਲ ਹੈ। ਅਪਰਾਧੀ ਹੈ, ਦਾਤਾ ਹੈ, ਮੰਗਤਾ ਹੈ, ਉਹ ਅਲੱਗ ਗੱਲ ਹੈ। ਗੁਣਵੰਤਾ ਹੈ, ਨਿਰਗੁਣ ਹੈ, ਉਹ ਅਲੱਗ ਗੱਲ ਹੈ। ਰੂਪ ਉਹਦਾ ਹੀ। ਜੇ ਹਰ ਦੇ ਨਾਲ ਕੋਈ ਐਸਾ ਰਿਸ਼ਤਾ ਪਾ ਲਵੇ, ਐਸਾ ਉਹਦੇ ਨਾਲ ਜ਼ਿਹਨ 'ਚ ਉਹਨੂੰ ਬਿਠਾ ਲਵੇ ਆਪਣੇ, ਤਾਂ ਉਹਨੂੰ ਸਾਰੀ ਜਗ੍ਹਾ ਹਰੇ ਹੀ ਦਿਖੂਗਾ। ਹਰ ਬਿਨਾਂ ਵਰਨਾ ਦੇਖੋ ਕੋਈ। ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ, ਇਹ ਹਰ ਕਾ ਰੂਪ ਹੈ। ਹਰ ਰੂਪ ਨਜ਼ਰ ਨਹੀਂ ਆਇਆ, ਕਹਿੰਦੇ ਦੇਖ ਲਿਆ ਹਰ ਕਾ ਰੂਪ ਹੈ। ਕੱਲੀ ਮੂਰਤੀ ਨਹੀਂ ਬਣਾ ਸਕਦੇ, ਫਿਰ ਕੀੜੀ ਤੋਂ ਹਾਥੀ ਤੇ ਸਾਰੇ ਹਰ ਕਾ ਰੂਪ ਹੈ। ਸਾਰੇ 'ਚ ਹਰ। ਇਹੀ ਕਿਉਂ ਹਰ ਹੈ? ਇਹ ਹਰ ਕਿਉਂ ਨਹੀਂ ਹੈ? ਵੇਦ ਵੀ ਮੰਨਦਾ ਇਹ ਗੱਲ ਨੂੰ, ਵੇਦ ਮੰਨਦਾ। ਜੇ ਵੇਦ ਮੰਨਦਾ, ਤੁਸੀਂ ਕਿਉਂ ਨਹੀਂ ਮੰਨਦੇ? ਇੱਥੋਂ ਪੰਡਤ ਨੇ ਬਾਟ ਪਾੜੀ ਹੋਈ ਹੈ, ਵੇਦ ਛੱਡ ਦਿੱਤਾ। ਗੁਰਬਾਣੀ ਵੇਦ ਤੇ ਲੈ ਕੇ ਆਉਂਦੀ ਹੈ, ਸੱਚ ਤੇ ਲੈ ਕੇ ਆਉਂਦੀ ਹੈ। ਉਹ ਸੱਚ ਤੋਂ ਭੱਜਦੇ ਨੇ,
ਪਰ ਦੱਤ ਸੱਚ ਤੋਂ ਨਹੀਂ ਭੱਜਦਾ, ਸੱਚ ਤੋਂ ਨਹੀਂ ਭੱਜ ਰਿਹਾ। ਦੱਤਾਤਰੇయ ਨਹੀਂ ਸੱਚ ਤੋਂ ਭੱਜ ਰਿਹਾ। ਸੱਚ ਤੋਂ ਭੱਜਦਾ ਤਾਂ ਉਹਨੂੰ ਕਹਿੰਦਾ ਵੀ ਤੂੰ ਅੰਨਾ ਸੀ ਬਈ, ਤੈਨੂੰ ਪਤਾ ਨਹੀਂ ਆਦਮੀ ਕੀ ਹੁੰਦਾ ਫਿਰ ਕੀ ਹੁੰਦਾ। ਉਹਨੂੰ ਪਤਾ ਸੀ ਸੱਚ ਸੀ। ਇਹਦੀ ਅਵਸਥਾ, ਇਹਦਾ ਜਿਵੇਂ ਮੇਰਾ ਧਿਆਨ ਸੀ, ਅੰਤਰ ਧਿਆਨ, ਮੈਨੂੰ ਨਹੀਂ ਪਤਾ ਲੱਗਿਆ ਆਲੇ ਦੁਆਲੇ ਮੇਰੇ ਬੰਦੇ ਆ ਕੇ ਬੈਠੇ ਨੇ, ਮੇਰੇ ਚੇਲੇ, ਇਵੇਂ ਇਹ ਆਪਣੇ ਧਿਆਨ 'ਚ ਬੈਠਾ ਸੀ, ਇਹਨੂੰ ਸਾਡਾ ਨਹੀਂ ਪਤਾ ਲੱਗਿਆ। ਮੈਂ ਦੇਖਿਆ ਕਿਉਂ, ਮੇਰੀ ਚਮਕ ਜ਼ਿਆਦਾ ਸੀ। ਉਹ ਦੂਜ ਦਾ ਚੰਦਰਮਾ ਕਿਹਾ ਹੋਇਆ ਨਾ, ਚੰਦਰਮਾ ਹੀ ਦੇਖਣਾ ਸੀ, ਉਹ ਦੂਏ ਕੀ ਦੇਖਣੇ ਸੀ। ਇਹਨੂੰ ਹਨੇਰਾ ਨਹੀਂ ਦਿੰਦਾ ਹੁੰਦਾ, ਬਾਕੀ ਤਾਂ ਨਿਸਕਿਆ ਹੋਇਆ ਚੇਲਿਆਂ ਨੂੰ, ਚੇਲਿਆਂ ਨੂੰ ਨਿਸਕਿਆ ਹੋਇਆ। ਚੇਲੇ ਤਾਂ ਦੀਂਦੇ ਹੀ ਨਹੀਂ, ਦੀਂਦਾ ਹੀ ਰੋਸ਼ਨੀ ਸੀ। ਜਿੱਥੇ ਰੋਸ਼ਨੀ ਸੀ ਉਹ ਦੇਖ ਲਈ ਉਹਨੇ, ਉਹ ਰੋਸ਼ਨੀ ਤੇ ਤੀਰ ਖਿੱਚ ਲਿਆ। ਹਾਂਜੀ, ਹਰ ਸੋਹਿਤ ਜੋ ਇਹ ਭਾਂਤ ਕਰੈ, ਭਵ ਭਾਰ ਅਪਾਰੈ ਪਾਰ ਪਰੈ। ਬਸ ਕਹਿੰਦੇ ਜੇ ਹਰ ਨਾਲ ਇਹੋ ਜਿਹਾ ਰਿਸ਼ਤਾ ਪਾ ਲਈਏ ਆਪਾਂ, ਆ ਭਵ ਸਾਗਰ ਤੋਂ ਫਟ ਪਾਰ ਗਿਆ। ਭਵ ਭਾਰ ਅਪਾਰੈ ਪਾਰ ਪਰੈ। ਹਾਂ, ਪਾਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਹੋ ਸਕਦਾ ਹੈ। ਮਲ ਅੰਤਰ ਯਾਹੇ ਇਸ਼ਨਾਨ ਕਟੈ, ਜਗ ਤੇ ਫਿਰ ਆਮਨ ਜਾਣ ਮਿਟੈ। ਬਸ ਉਹ ਕਹਿੰਦੇ ਇਸ਼ਨਾਨ ਉਹਦਾ ਫਿਰ ਬਾਹਰ ਨਹੀਂ ਹੁੰਦਾ। ਮਲ ਅੰਤਰ ਯਾਹੇ ਇਸ਼ਨਾਨ ਕਟੈ, ਬਸ ਉਹ ਅੰਤਰ, ਬਸ ਇਸ਼ਨਾਨ ਉਹਦਾ ਮਨ ਦਾ ਅੰਦਰ ਹੀ ਹੁੰਦਾ। ਅੰਦਰ ਦੀ ਜਿਹੜਾ ਹੈ ਨਾ, ਮਲ ਅੰਤਰ ਯਾਹੇ ਇਸ਼ਨਾਨ ਕਟੈ। ਹਾਂ, ਜਿਹੜੀ ਅੰਦਰ ਦੀ ਮੈਲ ਹੈ ਅੰਦਰ ਹੀ ਕੱਟ ਜਾਂਦੀ ਹੈ ਉਹਦੀ, ਫਿਰ ਉਹਦੇ ਅੰਦਰ ਮਲੀਨਤਾ ਨਹੀਂ ਰਹਿੰਦੀ। ਜਗ ਤੇ ਫਿਰ ਆਮਨ ਜਾਣ ਮਿਟੈ। ਆਉਣਾ ਜਾਣਾ ਜਗ ਤੋਂ ਉਹਦਾ ਮਿਟ ਜਾਂਦਾ ਹੈ। ਇਹ ਗੱਲ ਕੌਣ ਲਿਖ ਸਕਦਾ ਹੈ? ਜਿਹੜਾ ਇਹ ਗੱਲ ਜਾਣਦਾ ਉਹ ਕੌਣ ਹੈ? ਪੰਡਤ ਨਹੀਂ ਜਾਣਦਾ ਇਹ ਗੱਲ। ਜਗ ਤੋਂ ਛੱਡਣ ਦੀ ਗੱਲ ਪੰਡਤ ਕਿੱਥੇ ਲਿਖੀ ਹੋਈ ਹੈ? ਪੰਡਤ ਦੇ ਸ਼ਾਸਤਰ ਸਿਮਰਤਾਂ ਵਿੱਚ ਉਹਦੇ ਤਾਂ ਅੱਖਾਂ ਨਾਲ ਦਰਸ਼ਨ ਦੀ ਗੱਲ ਲਿਖੀ ਹੋਈ ਹੈ। ਆ ਜਿਹੜੀ ਪਿਛਲੀਆਂ ਪੰਕਤੀਆਂ ਨੇ ਇਹ ਕਿਹਦੀਆਂ ਲਿਖੀਆਂ ਹੋਈਆਂ ਨੇ? ਇਹ ਉਹਦੀਆਂ ਲਿਖੀਆਂ ਹੋਈਆਂ ਜਿਹੜਾ ਗੁਰਮਤਿ ਦਾ ਸਾਰ ਜਾਣਦਾ। ਇਹ ਤਾਂ ਸਾਬਤ ਹੁੰਦਾ ਵੀ ਦਸਮ ਪਾਤਸ਼ਾਹ ਦੀ ਖੁਦ ਲਿਖੀ ਹੋਈ ਹੈ ਗੱਲ, ਇਹ ਆਪ ਲਿਖਿਆ ਹੋਇਆ ਹੈ, ਜਗ੍ਹਾ ਜਗ੍ਹਾ ਤੇ ਸਾਬਤ ਹੋਈ ਜਾਂਦਾ। ਹਾਂਜੀ, ਗੁਰ ਜਾਣ ਤਵੇ ਤੇ ਪਾਏ ਪਰਾ। ਆ ਦੇਖੋ, ਗੁਰਦੇਵ ਮੰਨ ਕੇ ਪੈਰੀ ਪੈ ਗਏ ਜਾ ਕੇ। ਉਹ ਖੜਾ, ਉਹ ਪੈਰੀ ਪੈ ਗਿਆ ਜਾ ਕੇ, ਉੱਠ ਕੇ ਪੈਰੀ ਪੈ ਗਿਆ ਉਹਦੇ ਜਾ ਕੇ, ਗੁਰ ਮੰਨ ਕੇ। ਉਹ ਤਾਂ ਅਪਰਾਧੀ ਸੀ ਬਈ, ਰੋਜ਼ਗਾਰ ਖੇਡਦਾ ਸੀ। ਦੱਤਾਤਰੇయ ਪੈਰੀ ਪੈ ਗਿਆ ਜਾ ਕੇ। ਦੱਤ ਦੇ ਮੁਕਾਬਲੇ ਦਾ ਦੁਨੀਆ 'ਚ ਕੋਈ ਆਦਮੀ ਨਹੀਂ, ਤਪੀਸਰ ਨਹੀਂ, ਸਾਰੀ ਦੁਨੀਆ ਘੁੰਮ ਆਇਆ। 3 ਕੁੰਟਾਂ ਦਾ ਪਹਿਲਾਂ ਘੁੰਮ ਆਇਆ, ਦੱਖਣ ਨੂੰ ਚਲਿਆ। ਹੁਣ ਇਹ ਦੱਖਣ ਦੇ ਪਹਾੜਾਂ ਦੀ ਗੱਲ ਹੋਊ, ਇਹ ਜੰਗਲ ਦੱਖਣ ਦੀ ਗੱਲ ਚੱਲੀ ਸੀ ਨਾ। ਦੱਖਣ ਦੇ ਜਿਹੜੇ ਪਹਾੜ ਨੇ ਇੱਥੇ ਦੀ ਗੱਲ ਹੋਊ ਨਾ। ਜੰਗਲ ਇੱਥੇ ਫਿਰਦੇ ਨਹੀਂ ਆ, ਨਕਸਲਵਾੜੀਏ ਉੱਥੇ ਹੀ ਲੁਕਦੇ ਨੇ ਜਾ ਕੇ। ਉਹ ਜੰਗਲ, ਉਹਨਾਂ ਤੋਂ ਤਾਂ ਸਾਡੀ ਫੌਜ ਪੁਲਿਸ ਵੀ ਘਬਰਾਉਂਦੀ ਹੈ ਜਾਣ ਤੇ, ਹਾਲਾਂਕਿ ਆਬਾਦੀ ਬਹੁਤ ਹੈ ਹੁਣ। ਇੱਧਰਲੀ ਗੱਲ ਹੈ। ਉਹ ਜਿਹੜਾ ਇੰਨਾ ਏਰੀਆ ਘੁੰਮਿਆ ਆ, ਆਖਿਰ ਉਹਨੇ ਦੁਨੀਆ ਇੰਨੀ ਨਾਲ ਤੁਰ ਪਈ ਉਹਦੇ ਨਾਲ। ਉਹਦੇ ਮੁਕਾਬਲੇ ਦਾ ਹੋਰ ਕੋਈ ਬੰਦਾ ਤਾਂ ਹੈ ਨਹੀਂ। ਜੇ ਹੁੰਦਾ ਤਾਂ ਇੱਥੇ ਅਵਤਾਰ ਲਿਖਿਆ ਹੁੰਦਾ ਹੈ ਵੀ। ਉਹ ਜਿਹੜੇ ਇਲ ਵਗੈਰਾ ਗੁਣ ਬਣਾਏ ਨੇ, ਉਹ ਆਦਮੀ ਉਹਨਾਂ 'ਚ ਉਹ ਜਿਹਾ ਨਹੀਂ ਹੈ। ਉਹ ਧਿਆਨ ਵਾਲੇ ਨੇ, ਹੈ ਉਹ ਰੂਹ ਪਿੰਜਣ ਵਾਲਾ ਵੀ। ਉਹਦੇ ਪੈਰੀਂ ਥੋੜ੍ਹੀ ਪਿਆ ਜਾ ਕੇ ਦੱਤ। ਉਹ ਮੰਨ ਲਿਆ ਵੀ ਇਹਦਾ ਧਿਆਨ ਚੰਗਾ ਹੈ। ਕੁੜੀ ਵੀ ਗੁੱਡੀ ਹੈ, ਪੈਰੀਂ ਥੋੜ੍ਹਾ ਪਿਆ ਕਿਸੇ ਦੇ। ਜਾਂ ਉਹਨੂੰ ਥੋੜ੍ਹੀ ਦੱਸਿਆ ਤੈਨੂੰ ਮੈਂ ਗੁਰੂ ਬਣਾ ਲਿਆ। ਉਦੋਂ ਅਸਲ ਲੈ ਲਿਆ ਵੀ ਹਾਂ ਠੀਕ ਹੈ ਇਹਦਾ ਅਸਰ। ਕਿਸੇ ਆਦਮੀ ਦੇ ਪੈਰੀ ਪਿਆ ਸਾਬਤ ਕਰੋ। ਸ਼ਿਕਾਰੀ ਦੇ ਬਹਿਮਾਜ਼ ਖਾਨ ਵਾਲੇ ਹੁਣ ਤੱਕ ਇੱਕ ਅਪਰਾਧੀ ਸ਼ਿਕਾਰੀ ਦੇ
ਜਿਹਨੂੰ ਇਹ ਕਹਿੰਦੇ ਨੇ ਮਾਸ ਖਾਣ ਵਾਲੇ ਮਾਸ ਖਾਣ ਵਾਲੇ ਦੇ, ਉਹਦੇ ਪੈਰੀ ਪੈ ਗਿਆ ਜਾ ਕੇ। ਜਾਂ ਤਾਂ ਦੱਤ ਦਾ ਦਿਮਾਗ 'ਚ ਫਰਕ ਹੈ, ਜਾਂ ਫਿਰ ਇਹਨਾਂ ਦੇ ਦਿਮਾਗ 'ਚ ਫਰਕ ਹੈ, ਪੰਡਤ ਦੇ ਦਿਮਾਗ 'ਚ ਫਰਕ ਹੈ। ਪੰਡਤ ਦੇ ਦਿਮਾਗ 'ਚ ਤਾਂ ਫਰਕ ਹੈ। ਉਹ ਜੇ ਨਾ ਫਰਕ ਹੁੰਦਾ ਤਾਂ ਵੇਦ ਕਿਉਂ ਛੱਡਦਾ? ਰੋਵੇ ਪੰਡਤ ਗਿਆਨ ਗਵਾਏ, ਗਿਆਨ ਗਵਾ ਕੇ ਰੋਂਦਾ ਫਿਰਦਾ ਪੰਡਤ। ਦੁਨੀਆ ਤੋਏ ਤੋਏ ਕਰਦੀ ਹੈ ਖਿਲਾਫ, ਵੀ ਪੰਡਤ ਦਾ ਅਤਵਾਰ ਨਾ ਕਰ ਲਿਓ। ਉੱਥੇ ਇੱਕ ਆਪਣੇ ਯੂਪੀ ਦੇ ਵਿੱਚ ਪਰਮਵੀਰ ਨੂੰ ਕਹਿੰਦਾ, ਯਾਦਵ ਹੈ, ਕਹਿੰਦਾ ਸੱਪ ਦਾ ਅਤਵਾਰ ਕਰ ਲਈ, ਸਿੰਹ ਦਾ ਅਤਵਾਰ ਕਰ ਲਈ, ਪੰਡਤ ਦਾ ਅਤਵਾਰ ਨਾ ਕਰੀ। ਉਹਨੇ ਮੈਨੂੰ ਆ ਕੇ ਦੱਸਿਆ ਵੀ ਐਂ ਕਹਿੰਦਾ ਉਹ ਹੈ ਯਾਦਵ। ਉਹ ਮੈਂ ਕਿਹਾ ਭਾਈ ਉਹ ਕ੍ਰਿਸ਼ਨ ਦੇ ਚੇਲੇ ਨੇ, ਕ੍ਰਿਸ਼ਨ ਦਾ ਪਰਿਵਾਰ ਹੈ। ਕ੍ਰਿਸ਼ਨ ਤਾਂ ਪੰਡਤ ਦੇ ਪਹਿਲਾਂ ਹੀ ਖਿਲਾਫ ਹੈ, ਪੰਡਤ ਕ੍ਰਿਸ਼ਨ ਦੇ ਖਿਲਾਫ ਹੈ। ਪੰਡਤ ਨੇ ਤਾਂ ਕ੍ਰਿਸ਼ਨ ਨੂੰ ਇੱਕ ਬਹੁਤ ਹੀ ਘਟੀਆ, ਉਹ ਕੁੜੀਆਂ ਦੇ ਕੱਪੜੇ ਲੈ ਗਿਆ ਚੱਕ ਕੇ। ਦੇਖੋ ਕਿੱਡੀ ਬੜੀ ਗੱਲ ਹੈ। ਇਹੋ ਜਿਹਾ ਕੁਛ ਲਿਖਿਆ ਜਿਹਦੇ ਨਾਲ ਬਹੁਤ ਹੀ ਨਫ਼ਰਤ ਕਰਨ ਲੋਕ। ਕਲਮ ਉਹਦੇ ਕੋਲ ਸੀ, ਜੋ ਮਰਜ਼ੀ ਲਿਖੀ, ਪੜ੍ਹਨ ਉਹਨੇ ਹੋਰ ਕਿਸੇ ਨੂੰ ਦਿੱਤਾ ਨਹੀਂ। ਇਹੋ ਜਿਹੀਆਂ ਗੱਲਾਂ ਜਾਣ ਬੁੱਝ ਕੇ ਜੋੜੀਆਂ ਹੋਈਆਂ ਨੇ ਅੱਜ, ਜਿਹੜੀਆਂ ਅਸੀਂ ਕਰ ਵੀ ਨਹੀਂ ਸਕਦੇ। ਪਹਿਲਾਂ ਉਧਰ ਰਾਮਚੰਦਰ ਹੈ, ਉਹਨੇ ਮਾਰਿਆ ਸੀ ਪੰਡਤ ਨੂੰ, ਰਾਵਣ ਨੂੰ। ਉਹਦੇ ਖਿਲਾਫ ਬਹੁਤ ਕੁਝ ਲਿਖ ਦਿੱਤਾ ਹੈ ਜਿਹਾ। ਹੁਣ ਜਿਹੜੇ ਨੂੰ ਲੋਕਾਂ ਨੂੰ ਪਤਾ ਲੱਗਦਾ ਹੈ, ਹੁਣ ਸਾਰੇ ਹੀ ਮੁਖਰ ਹੋਏ ਨੇ, ਸਾਰੇ ਦੱਸਦੇ ਸਭ ਅੰਡ ਵੰਡ ਲਿਖਿਆ ਹੈ ਇਹਨਾਂ ਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀਆਂ। ਅੱਛੀਆਂ ਗੱਲਾਂ ਲਿਖ ਦਿੱਤੀਆਂ, ਸੱਚ ਛੱਡ ਦਿੱਤਾ, ਝੂਠ ਹੈ ਝੂਠ ਭਰ ਦਿੱਤਾ ਸਾਰੇ ਗ੍ਰੰਥਾਂ 'ਚ। ਇਹ ਪੰਡਤ ਦੀ ਉਹ ਗੱਲ ਹੈ ਨਾ। ਹਾਂਜੀ, ਗੁਰ ਜਾਣ ਤਵੇ ਤੈ ਪਾਏ ਪਰਾ, ਪਵ ਪਾਰ ਅਪਾਰ ਸੁਪਾਰ ਤਰਾ। ਬਸ ਕਹਿੰਦੇ ਭਵ ਸਾਗਰ ਪਾਰ ਹੋ ਗਿਆ ਪਾਏ ਪੈਣ ਵਾਲੇ। ਉਹਨੇ ਮੰਨ ਲਿਆ ਵੀ ਮੈਂ ਧੰਨ ਭਾਗ ਹੋ ਗਏ, ਮੇਰੇ ਦਾਤੇ ਮੰਨਦਾ ਪੈਰੀ ਪੈ ਕੇ। ਭਵ ਤੋਂ ਪਾਰ ਹੋ ਗਿਆ, ਭੈ ਸਾਗਰ ਤਰ ਗਿਆ। ਉਹਦੇ ਅੰਦਰ ਭੈ ਸੀ ਨਾ ਬਣੀ ਹੋਈ, ਉਹ ਨਿਕਲ ਗਈ। ਮੌਤ ਦੇ ਮੂੰਹ ਚੋਂ ਬਚਿਆ ਨਾ। ਮੌਤ ਨੂੰ ਬਹੁਤ ਨੇੜਿਓਂ ਦੇਖ ਲਿਆ ਨਾ। ਤੀਰ ਜਿਹਦਾ ਗੋਲੀ ਚੱਲ ਗਈ ਹੋਵੇ, ਲੱਗੀ ਨਾ ਹੋਵੇ, ਕੰਨ ਕੋਲ ਦੀ ਲੰਘੀ ਹੋਵੇ, ਉਹ ਮੌਤ ਦੇ ਮੂੰਹ 'ਚ ਬਚਿਆ ਹੁੰਦਾ। ਜਦ ਮੌਤ ਦੇ ਮੂੰਹ 'ਚੋਂ ਬਚ ਜਾ, ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ ਆਦਮੀ ਦੀ। ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ। ਬਹੁਤ ਨੇੜਿਓਂ ਜਿਹੜਾ ਮੌਤ ਨੂੰ ਦੇਖ ਲਵੇ, ਉਹਦੀ ਅਵਸਥਾ ਫਿਰ ਬਦਲ ਜਾਂਦੀ ਹੈ। ਫਿਰ ਉਹ ਬਹੁਤਾ ਭੈ ਨਹੀਂ ਕਰਦਾ ਮੌਤ ਦਾ। ਹਾਂਜੀ, 10 ਅਸ਼ਟ ਸਮੋ ਗੁਰਦਾਸ ਕੀਓ। 10 ਅਸ਼ਟ 18ਵਾਂ ਗੁਰੂ ਬਣਾ ਲਿਆ। ਕਵੀ ਬਾਂਧ ਕਵਿਤਨ ਮੱਧ ਲਿਓ। ਇਸ ਕਰਕੇ ਕਵੀ ਨੇ ਕਵਿਤਾ ਦੇ ਵਿੱਚ ਬੰਨ ਲਿਆ ਉਹਨੂੰ। ਕਥ ਕਵੀ ਲਫ਼ਜ਼ ਵਰਤਿਆ ਆਪਣੇ ਆਪ ਨੂੰ 10 ਪਾਤਸ਼ਾਹ। ਕਵੀ ਨੇ ਕਵਿਤਾ ਵਿੱਚ ਮੱਧ ਕੇ ਬੰਨ ਕੇ ਤੁਹਾਨੂੰ ਪੇਸ਼ ਕਰਤਾ। ਹਾਂਜੀ, ਸਭ ਹੀ ਸਿੱਖ ਸੰਯੁਕਤ ਪਾਨ ਗਏ। ਸਾਰੇ ਜਿੰਨੇ ਚੇਲੇ ਤੇ ਸਾਰੇ ਇਕੱਠੇ ਹੋ ਕੇ ਪੈਰੀਂ ਪੈ ਗਏ। ਉਹਦੇ ਸੰਯੁਕਤ ਪਾਨ ਗਏ, ਇਕੱਠੇ ਹੋ ਕੇ, ਇਕੱਠੇ ਸਾਰੇ ਇੱਕਦਮ ਇਕੱਠੇ ਹੋ ਕੇ ਸਾਰੇ ਹੀ। ਜਦ ਭਾਈ ਗੁਰੂ ਚਰਨੀ ਲੱਗ ਗਿਆ, ਚੇਲੇ ਨੇ ਤਾਂ ਲੱਗਣਾ ਹੀ ਸੀ। ਆਹ ਘਟਨਾ ਤਾਂ ਹੋਰ ਕਿਤੇ ਨਹੀਂ ਹੋਈ। ਪਿੱਛੇ ਜਿੰਨੇ ਆਏ ਨੇ ਗੁਰੂਆਂ ਤੱਕ ਕਿਤੇ ਨਹੀਂ ਘਟਨਾ ਹੋਈ ਹੈ। 18ਵੇਂ ਨੰਬਰ ਤੇ ਆ ਕੇ ਘਟਨਾ ਹੋਈ ਹੈ। ਇਹ ਘਟਨਾ ਨੂੰ 18ਵਾਂ ਨੰਬਰ ਤਾਂ ਦਿੱਤਾ ਹੋਇਆ। ਘਟਨਾ ਬਹੁਤ ਵੱਡੀ ਹੈ। ਕਈ ਮਸਲੇ ਨੇ। ਪੁੰਨ ਪਾਪ ਦਾ ਮਸਲਾ ਇਹਦੇ ਵਿੱਚ ਹੈ, ਬ੍ਰਹਮ ਗਿਆਨ ਦਾ ਮਸਲਾ ਇਹਦੇ ਵਿੱਚ ਹੈ, ਜਟੀ ਦਾ ਮਸਲਾ ਇਹਦੇ ਵਿੱਚ ਹੈ, ਜਿਹੜੀ ਸੁੰਨ ਸਮਾਧ ਔਰ ਸਹਿਜ ਸਮਾਧ ਦਾ ਮਸਲਾ ਇਹਦੇ ਵਿੱਚ ਹੈ, ਤਾੜੀ ਦਾ, ਸ਼ਿਕਾਰੀ ਤਾੜੀ ਲਾ ਕੇ ਹੈ। ਕਾਲ ਹੈ ਨਾ, ਕਾਲ ਦਾ ਰੂਪ ਹੈ, ਉਹਦੀ ਤਾੜੀ ਲਾਈ ਹੋਈ ਹੈ। ਇਹਦੇ ਸਮਾਧੀ ਸੁੰਨ ਸਮਾਧ ਹੈ। ਸੁੰਨ ਸਮਾਧ ਔਰ ਤਾੜੀ ਦਾ ਫਰਕ ਹੈ, ਉਹਨਾਂ ਦੀ ਅਵਸਥਾ ਦਾ ਫਰਕ ਹੈ। ਬਹੁਤ ਮਸਲੇ ਨੇ ਇਹਦੇ ਵਿੱਚ, ਪਰ ਮਸਲੇ ਉਹਦੇ ਵਾਸਤੇ ਨਹੀਂ ਜਿਹਨੂੰ ਪਤਾ। ਜਿਹਨੂੰ ਬੈਕਗਰਾਊਂਡ ਦਾ ਪਤਾ, ਧਰਮ ਦੀ ਬੈਕਗਰਾਊਂਡ ਦਾ ਪਤਾ ਹੈ, ਉਹਦੇ ਵਾਸਤੇ ਤਾਂ ਪਤਾ ਵੀ ਕੀ ਕੀ ਮਸਲੇ ਨੇ। ਜਿਹਨੂੰ ਧਰਮ ਦੇ
ਸਟੂਡੈਂਟ ਹੀ ਨਹੀਂ ਜਿਹੜਾ ਧਰਮ ਦਾ, ਵਿਸ਼ਾ ਹੀ ਨਹੀਂ ਜਿਹੜਾ ਧਰਮ, ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੈ। ਉਹਦੇ ਵਾਸਤੇ ਕੀ ਹੈ? ਉਹਦੇ ਵਾਸਤੇ ਇੱਕ ਸ਼ਿਕਾਰੀ ਹੈ, ਉਹ ਮਿਰਗ ਦੇ ਸ਼ਿਕਾਰ ਨੂੰ ਬੈਠਾ ਹੈ। ਕੋਈ ਸਾਥ ਚਲੇ ਗਏ, ਉਹਨੇ ਭੁਲੇਖੇ ਨਾਲ ਸਾਥ ਤੇ ਤੀਰ ਖਿੱਚ ਲਿਆ। ਲੈ ਇੰਨੀ ਗੱਲ, ਹੋਰ ਤਾਂ ਕੋਈ ਗੱਲ ਨਹੀਂ। ਉਹ ਦੂਏ ਨੇ ਰੌਲਾ ਪਾਤਾ, ਮਾਰੀ ਨਾ ਪਾਈਏ ਬੰਦਾ, ਚਲੋ ਹਟ ਗਿਆ। ਉਹ ਇਹ ਕਹਿਤਾ ਵੀ ਤੁਸੀਂ ਕਿਉਂ ਆਏ ਹੋ, ਭੁਲੇਖਾ ਲੱਗ ਗਿਆ ਮੈਨੂੰ। ਉਹ ਚਲੋ ਇਹ ਤਾਂ ਗੱਲਾਂ ਨੇ, ਭਲਾ ਕਹਿੰਦਾ ਵੀ ਇਹ ਤਾਂ ਇਹੋ ਜਿਹੀਆਂ ਤਾਂ ਕਵਿਤਾ ਜਾਂ ਲਿਖਦਾ ਆਦਮੀ ਕੋਲੋਂ ਥੋੜ੍ਹੇ ਬਹੁਤ ਵਧਾ ਘਟਾ ਲੈਂਦਾ ਹੀ ਹੈ। ਕੀ ਕੋਈ ਗੱਲ ਸੀ? ਇਹ ਲਿਖਣ ਵਾਲੀ ਗੱਲ ਹੈ? ਕੋਈ ਗ੍ਰੰਥ, ਧਰਮ ਗ੍ਰੰਥ ਦੇ ਵਿੱਚ ਇਹਨੂੰ ਜਗ੍ਹਾ ਦੇਣ ਵਾਲੀ ਕੋਈ ਗੱਲ ਹੈ? ਜੇ ਨਾ ਵਿਚਾਰੀਏ ਕੋਈ ਗੱਲ ਨਹੀਂ। ਜਿਹਨੂੰ ਸਮਝ ਆ ਉਹਦੇ ਵਾਸਤੇ ਬਹੁਤ ਬੜੀਆਂ ਬੜੀਆਂ ਗੱਲਾਂ ਨੇ ਇਹਦੇ ਵਿੱਚ। ਹਾਂਜੀ, ਸਭ ਹੀ ਸਿੱਖ ਸੰਜੁਤ ਪਾਣ ਗਏ, ਅਵਲੋਕ ਚਰਾਚਰ ਚਾਹੁੰਦ ਰਹੇ। ਸਾਰੇ ਹੀ ਸੰਯੁਕਤ ਜਿਹੜੇ ਨੇ ਇਕੱਠੇ ਹੋ ਕੇ ਪੈਰੀਂ ਪੈ ਗਏ। ਆ ਜਿਹੜੇ ਸਾਰੇ 84 ਲੱਖ ਜੀਵ ਨੇ, ਕਹਿੰਦੇ ਇਹ ਚਾਹੁੰਦ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ। ਇਹ ਸ਼ਿਕਾਰੀ ਹੈ, ਇਹ ਏਡਾ ਬੜਾ ਰਿਸ਼ੀ ਦੁਨੀਆ ਮੰਨਦੀ ਹੈ, ਇਹ ਇਹਦੇ ਪੈਰੀਂ ਕਿਉਂ ਪੈ ਗਿਆ? ਅਵਲੋਕ ਚਰਾਚਰ ਚਾਹੁੰਦ ਰਹੇ। ਹਾਂ, ਲੋਕ ਦੇਖ ਕੇ ਸਾਰੇ ਚਾਹੁੰਦੇ ਆ ਗਏ। ਪਸ਼ੂ ਪਛ ਚਰਾਚਰ ਜੀਵ ਸਭੈ। ਪਸ਼ੂ ਪਛ ਚਰਾਚਰ ਜੀਵ ਸਾਰੇ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ। ਗਣ ਗੰਧਰਵ ਭੂਤ ਪਿਸਾਚ ਤਬੈ। ਉਹ ਸਾਰੇ ਗੰਧਰਵ ਆਂਦੇ ਗਣ ਸੀ ਜਿਹੜੇ, ਪਿਸਾਚ ਭੂਤ ਤੇ ਸਾਰੇ ਹੈਰਾਨ ਹੋਏ, ਸਾਰੇ ਜੀਵ ਹੈਰਾਨ ਹੋਏ ਇਹ ਦੇਖ ਕੇ ਕਿ ਇਹ ਕੀ ਹੋ ਗਿਆ। ਇੱਕ ਐਡਾ ਬੜਾ ਧਾਰਮਿਕ ਆਦਮੀ ਇੱਕ ਸ਼ਿਕਾਰੀ ਦੇ ਪੈਰੀਂ ਪੈ ਗਿਆ।